ਸ਼ੁਰੂ ਕਰ ਲਓ ਨਿੱਜਾ ਸਾਹਿਬ। ਹਾਂਜੀ ਹਾਂਜੀ ਹਾਂਜੀ, ਮੈਂ ਉਹੀ ਕਰ ਰਹੀ ਜੀ। ਫਿਰ ਮੈਂ ਤਾਂ ਆਪਣੇ ਲਾ ਦਾਂ ਮੈਨੂੰ, ਕਿਉਂਕਿ ਕੰਨ ਦੇ ਵਿੱਚ ਮੇਰਾ ਵੈਸੇ ਨਹੀਂ, ਤੁਹਾਨੂੰ ਨਹੀਂ ਟੈਨਸ਼ਨ ਲੈਂਦੀ, ਤੁਹਾਡੀ ਆਵਾਜ਼ ਬਿਲਕੁਲ ਠੀਕ ਹੈ ਜੀ। ਮੈਂ ਜਦੋਂ ਕੰਪਲੇਂਟ ਆ ਜਾਊਗੀ ਨਾ, ਹਾਂਜੀ ਹਾਂਜੀ, ਮੈਂ ਤੁਹਾਨੂੰ ਖੁਦ ਹੀ ਦੱਸ ਦਾਂਗਾ ਕਿ ਹਾਂ ਇੱਥੇ ਨਿੱਜਾ ਸਾਹਿਬ ਕੋਲ ਗੜਬੜ ਹੈ। ਆਲਰੇਡੀ ਰਿਕਾਰਡਿੰਗ ਬਹੁਤ ਵਧੀਆ ਹੋ ਰਹੀ ਹੈ। ਠੀਕ ਹੈ ਜੀ। ਅੱਜ ਆਪਾਂ ਜਿਹੜੇ ਕਬੀਰ ਸਾਹਿਬ ਦੀ ਜਿਹੜੀ ਹੈਗੀ ਬਾਣੀ, ਉਹ ਗੌੜੀ ਰਾਗ ਦੇ ਵਿੱਚ ਲੈ ਰਹੇ ਹਾਂ। 325 ਅੰਗ ਦੇ ਉੱਤੇ ਹੈਗੇ ਆ। ਔਰ ਕਬੀਰ ਸਾਹਿਬ ਦਾ ਜਿਹੜਾ ਹੈਗਾ 12ਵਾਂ ਸ਼ਬਦ ਲੈਣਾ ਹੈ ਜੀ। 11 ਤੱਕ ਆਪਾਂ ਨੇ ਲੈ ਲਏ ਸੀ, 12ਵਾਂ ਲੈਣਾ ਹੈ। 11ਵੇਂ ਸ਼ਬਦ 'ਚ ਕਬੀਰ ਜੀ ਕਹਿੰਦੇ ਸੀਗੇ ਵੀ ਤੂੰ ਆਪਣੇ ਉੱਤੇ ਜਿਹੜਾ ਹੈਗਾ ਦੇਖ, ਤੂੰ ਜਿਹੜਾ ਹੈਗਾ ਜਨਮਦਾ ਆ, ਫਿਰ ਜਿਹੜਾ ਹੈਗਾ ਮਾਂ ਦੇ ਪੇਟ 'ਚੋਂ ਬਾਹਰ ਆਉਣਾ ਹੈ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੇਰੀ ਮੌਤ ਹੋ ਜਾਂਦੀ ਆ, ਅਤੇ ਕਾਰਵਾਈ ਤੂੰ ਕਰਦਾ ਹੀ ਨਹੀਂ ਹੈ। ਸਾਰੀ ਦੁਨੀਆ ਦੇ ਨਾਲ ਤੂੰ ਵੀ ਰਲਿਆ ਪਿਆ ਆ। ਇਸੇ ਤਰੀਕੇ ਨਾਲ ਸੰਸਾਰ ਜਿਹੜਾ ਹੈਗਾ ਆ ਰਿਹਾ ਅਤੇ ਜਾ ਰਿਹਾ ਹੈ, ਅਤੇ ਤੂੰ ਕਹਿੰਦਾ ਹੈ ਮੈਂ ਜਿਹੜਾ ਹੈਗਾ ਮੇਰਾ ਸਰੀਰ ਹੈਗਾ, ਆ ਮੇਰੇ ਘਰ ਵਾਲੀ, ਆ ਮੇਰੇ ਬੱਚੇ, ਆ ਮੇਰਾ ਘਰ ਹੈਗਾ। ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ। ਤੈਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ 'ਤੇ ਬਈ ਤੇ ਜੇ ਤੇਰਾ ਹੀ ਘਰ ਹੈ ਤੂੰ ਇੱਥੋਂ ਜਾਂਦਾ ਕਿਉਂ ਆ? ਫਿਰ ਤੈਨੂੰ ਆ ਸਰੀਰ ਦੁਬਾਰਾ ਲੱਭਦਾ ਕਿਉਂ ਨਹੀਂ ਹੈ? ਜੇ ਤੇਰਾ ਘਰ ਸੀਗਾ, ਤੇ ਜੇ ਤੇਰਾ ਸੀਗਾ, ਤੇ ਫਿਰ ਤੂੰ ਹੋਰ ਦੂਸਰੇ ਸਰੀਰ 'ਚ ਕਿਉਂ ਆ ਜਾਂਦਾ ਹੈ? ਫਿਰ ਉਹ ਤੇਰਾ ਘਰ ਤਾਂ ਹਰ ਵਾਰੀ ਬਦਲ ਰਿਹਾ ਹੈ, ਇਹਦਾ ਮਤਲਬ ਤੇਰਾ ਘਰ ਤਾਂ ਹੈ ਹੀ ਨਹੀਂ। ਕਹਿੰਦੇ ਆਹ ਗੱਲ ਸਮਝ ਨਹੀਂ ਪਾ ਰਿਹਾ ਤੂੰ। ਕਹਿੰਦੇ ਇੱਥੋਂ ਕੁਛ ਵੀ ਜੋ ਕੁਛ ਵੀ ਦਿਸ ਰਿਹਾ ਆ ਉਹਦੇ ਵਿੱਚ ਤੇਰਾ ਕੁਛ ਨਹੀਂ ਹੈਗਾ ਮਿੱਤਰਾ। ਆਹ ਗੱਲ ਨੂੰ ਤੂੰ ਚੰਗੀ ਤਰ੍ਹਾਂ ਆਪਣੇ ਜਿਹੜੇ ਹੈਗੇ ਚਿੱਤ ਦੇ ਵਿੱਚ ਵਸਾ ਲਾ। ਇਸ ਤੋਂ ਅੱਗੇ ਜਿਹੜਾ ਹੁਣ ਅਗਲਾ ਸ਼ਬਦ ਕੀ ਕਹਿੰਦਾ ਹੈ ਕਬੀਰ ਜੀ ਦਾ, ਗੌੜੀ ਕਬੀਰ ਜੀ, ਅਵਰ ਮੂਏ ਕਿਆ ਸੋਗ ਕਰੀ ਜੈ। ਕਹਿੰਦੇ ਬਾਕੀ ਜਿਹੜੇ ਹੈਗੇ ਕਈ ਮਰ ਜਾਂਦੇ ਆ, ਰਿਸ਼ਤੇਦਾਰ ਮਰ ਜਾਂਦੇ ਆ, ਸਗੇ ਮਰ ਜਾਂਦੇ ਆ। ਕਹਿੰਦੇ ਤੂੰ ਸੋਗ ਕਰਦਾ ਹੈ, ਉਹਨਾਂ ਦੇ ਉੱਤੇ ਸੋਗ ਕਰਦਾ ਹੈ। ਤੂੰ ਕੀ ਸੋਗ ਕਰਦਾ ਹੈ? ਕਹਿੰਦੇ ਤਉ ਕੀਜੈ ਜੋ ਆਪਨ ਜੀਜੇ। ਇੱਥੇ ਆਪ ਨਾ ਜੀਜੇ ਲਿਖਿਆ ਹੋਇਆ, ਇੱਥੇ ਇਹ ਇਕੱਠਾ ਵਰਡ ਹੈਗਾ ਆਪਨ ਜੀਜੇ। ਕਹਿੰਦੇ ਸੋਗ ਤਾਂ ਤੂੰ ਕਰ ਜੇ ਤੂੰ ਆਪ ਜਿਉਂਦਾ ਰਹੇਗਾ ਤਾਂ। ਬਈ ਤੂੰ ਜਿਉਂਦਾ ਰਹਿਣਾ, ਇਹ ਵਿਚਾਰੇ ਮਰ ਗਏ, ਤਾਂ ਤੈਨੂੰ ਸੋਗ ਹੋਣਾ ਚਾਹੀਦਾ ਹੈ ਭਾਈ। ਜਦ ਤੇਰਾ ਆਪਣਾ ਹੀ ਤੇਰਾ ਪਤਾ ਨਹੀਂ ਹੈ ਤੇਰਾ ਕਦੋਂ ਨੰਬਰ ਲੱਗ ਜਾਣਾ ਹੈ, ਤੇ ਤੂੰ ਦੂਸਰੇ ਦੇ ਮਰਨ ਦੇ ਉੱਤੇ ਕਿਉਂ ਸੋਗ ਕਰਦਾ ਹੈ? ਕਿਉਂ ਨਹੀਂ ਹੈ ਇਸ ਗੱਲ ਨੂੰ, ਇਸ ਮਾਲਕ ਪਰਮਾਤਮਾ ਦੇ ਹੁਕਮ ਨੂੰ, ਇਸ ਨਿਯਮ ਨੂੰ ਜਿਹੜਾ ਹੈਗਾ ਤੂੰ ਐਕਸੈਪਟ ਕਰਦਾ? ਅਵਰ ਮੂਏ ਕਿਆ ਸੋਗ ਕਰੀ ਜਾਏ, ਤਾਉ ਕੀ ਜਾਏ ਜੋ ਆਪਨ ਜੀਜੈ। ਮੈਂ ਨਾ ਮਰੂੰ ਮਰਬੋ ਸੰਸਾਰਾ। ਜੇ ਤੈਨੂੰ ਚਾਹੀਦਾ ਹੈ ਭਾਈ, ਤੇ ਕਬੀਰ ਜੀ ਜੋ ਗੱਲ ਕਹਿ ਰਹੇ, ਜੋ ਹੋਕਾ ਦੇ ਰਹੇ ਆ, ਉਹ ਕਹਿ ਰਹੇ ਮੈਂ ਨਹੀਂ ਮਰਨਾ, ਸੰਸਾਰ ਮਰੂਗਾ ਭਾਈ, ਸੰਸਾਰ ਮਰੂਗਾ। ਮੈਂ ਨਾ ਮਰੂੰ, ਮੈਂ ਮਰਨ ਵਾਲੀ ਚੀਜ਼ ਨਹੀਂ ਹੈਗਾ। ਮੈਂ ਜਿਹੜਾ ਹੈਗਾ ਇਹ ਪ੍ਰਕਿਰਤੀ, ਇਹ ਸੰਸਾਰ, ਇਹ ਆਕਾਰ, ਇਸ ਦੀ ਕੈਦ ਚੋਂ ਉੱਪਰ ਆ ਗਿਆ ਹੈ। ਮੈਂ ਨਾ ਮਰੂੰ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀਵਾਵਨ ਹਾਰਾ। ਰਹਾਓ ਕਹਿੰਦੇ ਹੁਣ ਮੈਨੂੰ ਮਿਲ ਗਿਆ ਆ ਉਹ ਮਾਲਕ ਪਰਮਾਤਮਾ ਅਵਿਨਾਸ਼ੀ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈ। ਉਹਨੇ ਮੈਨੂੰ ਜਿਹੜਾ ਹੈਗਾ ਮੈਨੂੰ ਵੀ ਹਮੇਸ਼ਾ ਰਹਿਣ ਵਾਲਾ ਬਣਾ ਦਿੱਤਾ ਹੈ। ਮੈਂ ਨਾ ਮਰੂੰ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜਿਆਵਨ ਹਾਰਾ। ਰਹਾਓ। ਹਾਂਜੀ ਗੋਰਖੀ ਸਾਹਿਬ। ਹਾਂਜੀ ਨਿੱਜੇ ਸਾਹਿਬ, ਪਹਿਲੀ ਤੋਂ ਬੋਲ ਦੋ, ਥੋੜੀ ਵਿਆਖਿਆ ਵੀ ਕਰ ਦੋ। ਅਵਰ ਬੂਏ ਕਿਆ ਸੋਗ ਕਰੀਜੇ। ਕਹਿੰਦੇ ਦੂਜੇ ਜਿਹੜੇ ਹੈਗੇ ਮਰ ਜਾਂਦੇ ਆ, ਉਹਦੇ ਤੇ ਤੂੰ ਬੜਾ ਸੋਗ ਕਰਦਾ ਹੈ। ਤੈਨੂੰ ਨਹੀਂ ਪਤਾ ਵੀ ਤੂੰ ਆਪ ਵੀ ਜਿਉਂਦੇ ਨਹੀਂ ਰਹਿਣਾ, ਤੂੰ ਆਪ ਕਿੱਥੇ ਤੱਕ ਰਹਿਣਾ ਹੈ। ਕਹਿੰਦੇ ਤਉ ਕੀਜੈ ਜੋ ਆਪਨ ਜੀਜੈ। ਤਾਂ ਤੂੰ ਸੋਗ ਕਰ ਜੇ ਤੂੰ ਆਪ ਜਿਉਂਦੇ ਰਹਿਣਾ ਹੈ, ਤੇ ਤੂੰ ਜਿਹੜਾ ਹੈਗਾ ਦੂਸਰੇ ਦੇ ਮਰਨ ਤੇ ਸਿੱਖਿਆ ਲੈਂਦਾ ਨਹੀਂ ਹੈ। ਵੀ ਤੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਬਈ ਤੇਰਾ ਵੀ ਨੰਬਰ ਲੱਗਿਆ ਪਿਆ ਹੈ। ਫਿਰ ਦੂਸਰੇ ਉਹਦੇ 'ਚ ਕਹਿੰਦੇ ਆ ਮੈਂ ਨਾ ਮਰੋ ਮਰਬੋ ਸੰਸਾਰਾ। ਕਬੀਰ ਜੀ ਕਹਿੰਦੇ ਆ ਮੈਨੂੰ ਹੁਣ ਪਤਾ ਲੱਗ ਗਿਆ, ਹੁਣ ਮੈਨੂੰ ਮੇਰੇ ਗੁਰੂ ਨੇ ਗਿਆਨ ਦੇ ਦਿੱਤਾ। ਧਿਆਨ ਸਿਮਰਨ ਕਰਕੇ ਮੈਂ ਜਿਹੜਾ ਹੈਗਾ ਇਹ ਸਰੀਰ, ਇਹ ਪ੍ਰਕਿਰਤੀ ਦੀ ਪਕੜ 'ਚੋਂ ਬਾਹਰ ਆ ਗਿਆ। ਉਹ ਅਬਿਨਾਸੀ ਮਾਲਕ ਪਰਮਾਤਮਾ ਮੈਨੂੰ ਮਿਲ ਗਿਆ ਹੈ, ਉਹ ਮੈਨੂੰ ਹਮੇਸ਼ਾ ਜਿਉਣ ਵਾਲਾ ਮਿਲ ਗਿਆ ਹੈ। ਹੁਣ ਮੈਂ ਉਹਦੇ ਨਾਲ ਜਿਹੜਾ ਹੈਗਾ ਰੰਗ ਰੇਲੀਆਂ ਮਨਾਊਂਗਾ।
मैं ना मरो मरबो संसारा, अब मोहे मिलियो है जियावन हारा। रहाओ। हाँ जी वीर जी। हाँ जी ठीक है साध संगत जी, ਜਿਹੜੀ ਕੱਲ ਦੀ ਕਥਾ ਚੱਲੀ ਸੀ ਉਸ ਲੜੀਵਾਰ ਨੂੰ ਫਿਰ ਆਪਾਂ ਕੰਟੀਨਿਊ ਕਰ ਰਹੇ ਹਾਂ। ਕੱਲ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਸਾਨੂੰ ਚੰਗੀ ਤਰ੍ਹਾਂ ਬੜਾ ਸਮਝਾਇਆ ਹੈ ਕੀ ਕਰਮਕਾਂਡ ਹਨ, ਅਸਲੀ ਕੰਮ ਕੀ ਹੈ, ਕੀ ਸੰਸਾਰ ਕਰ ਰਿਹਾ ਹੈ ਔਰ ਆਪਾਂ ਕੀ ਕਰ ਰਹੇ ਹਾਂ। ਔਰ ਉਹ ਕੱਲ ਦੀ ਗੱਲ ਤੋਂ ਮੈਨੂੰ ਅਜੇ ਵੀ ਚੇਤੇ ਆਉਂਦਾ ਵਾ ਕਿ ਉਹ ਕਹਿੰਦੇ ਨਾ ਕਿ ਗੋਇੰਦਵਾਲ ਸਾਹਿਬ ਜਾ ਕੇ ਉੱਥੇ ਸਾਡੀ ਵੀ ਇੱਕ ਧਾਰਨਾ ਬਣੀ ਹੋਈ ਹੈ ਕਿ ਉੱਥੇ ਇਸ਼ਨਾਨ ਕੀਤਿਆਂ 84 ਜਿਹੜੀ ਕੱਟੀ ਜਾਂਦੀ ਹੈ। ਇੱਥੋਂ ਤੱਕ ਇਹ ਜਿਹੜੀਆਂ ਚੀਜ਼ਾਂ ਨੇ ਦੇਖੋ ਸਾਡੇ ਧਰਮ 'ਚ ਬਹੁਤ ਵੱਡੇ ਲੈਵਲ ਤੇ ਆ ਗਈਆਂ। ਕਿਉਂ ਆ ਜਾਂਦੀਆਂ ਨੇ? ਕਰਨਾ ਬਹੁਤ ਆਸਾਨ ਹੈ, ਬਹੁਤ ਆਸਾਨ। ਇੱਥੇ ਸਾਡੇ ਲਾਗੇ ਵਿੱਚ ਗੁਰੂ ਗੋਪਾਲ ਜੀ ਰਹਿੰਦੇ ਨੇ, ਬਾਬਾ ਜੀ ਬਣੇ ਹੋਏ ਨੇ, ਉਹ ਵੀ ਬਸ ਇਹੋ ਕਹਿ ਦਿੰਦੇ ਨੇ ਇੰਨੇ ਪਾਠ ਪੜ੍ਹ ਲਓ, ਇੰਨੇ ਸੁਖਮਨੀ ਦੇ ਪਾਠ ਲਓ, ਇੰਨੇ ਜਪਜੀ ਸਾਹਿਬ ਦੇ ਪਾਠ ਪੜ੍ਹ ਲਓ। ਪਰ ਅਧਿਆਤਮਿਕ ਜੀਵਨ ਉੱਚਾ ਹੋਣਾ ਜਾਂ ਨਹੀਂ ਹੋਣਾ ਉਹਦੇ ਨਾਲ ਉਹਨਾਂ ਨੂੰ ਕੋਈ ਕਨੈਕਸ਼ਨ ਨਹੀਂ ਹੈ। ਜਿਹੜੇ ਬੰਦੇ ਦਾ ਆਪਣਾ ਅਧਿਆਤਮਿਕ ਜੀਵਨ ਉੱਚਾ ਨਹੀਂ ਆ ਉਹ ਤੁਹਾਨੂੰ ਵਹਿਮਾਂ ਭਰਮਾਂ 'ਚ ਪਾਉਂਦਾ ਹੈ, ਤੁਹਾਨੂੰ ਬੰਦ ਹੈ। ਜੋ ਬੰਦਾ ਜਿੱਥੇ ਉਹ ਆਪ ਖਲੋਤਾ ਹੈ ਤੁਹਾਨੂੰ ਵੀ ਤਾਂ ਉਹ ਕੁਝ ਦਊਗਾ। ਹੁਣ ਜੇ ਕੋਈ ਬੰਦਾ ਜਿੱਥੇ ਬੈਠਾ ਉਹਨੇ ਉੱਥੋਂ ਦਾ ਗਿਆਨ ਕਰਾਉਣਾ। ਤੇ ਇਹ ਲੋਕ ਉਸ ਤੋਂ ਬਾਅਦ ਫਿਰ ਵੇਖੋ ਕੱਲ ਕਿੱਡਾ ਉਹਨਾਂ ਨੇ ਜ਼ਬਰਦਸਤ ਕੀਤਾ ਖੰਡਨ ਕਿ ਜਿਹਨੂੰ ਤੁਸੀਂ ਬੈਕੁੰਠ ਕਹੀ ਜਾਂਦੇ ਜੋ, ਜਿਹਨੂੰ ਤੁਸੀਂ ਸਵਰਗ ਕਹੀ ਜਾਂਦੇ ਜੋ, ਅਸਲ ਤੇ ਤੁਹਾਡੇ ਸਵਰਗ ਦਾ ਲੈਂਡ ਮੈਪ ਕੀ ਹੈ? ਉਹ ਜਿਹੜਾ ਸਵਰਗ ਸੀ ਅੱਜ ਤੋਂ 400-500 700-800 1000 ਸਾਲ ਪਹਿਲਾਂ ਸੀ, ਪਰ ਹੁਣ ਨਹੀਂ ਉਹਦੀ ਕੋਈ ਵੈਲਿਊ। ਉਹ ਆਮ ਹੀ ਅਵੇਲੇਬਲ ਆ। ਉਹ ਜਿਹੜੇ ਸ਼ਰਾਬ ਦੇ ਝਰਨੇ, ਔਰਤਾਂ, ਉਹ ਖਾਣ ਪੀਣ ਲਈ ਪਕਵਾਨ, ਉੱਥੇ ਇੱਕ ਕਲਪਿਸ਼ ਦਰਖਤ ਹੁੰਦਾ ਨੇ ਜਿਸ ਸਭ ਕਿਹੜਾ ਹੁੰਦਾ ਕਲਪ ਵ੍ਰਿਕਸ਼। ਕਲਪ ਵ੍ਰਿਕਸ਼, ਹਾਂ ਕਲਪ। ਉੱਥੇ ਫਿਰ ਕਹਿੰਦੇ ਕਿ ਕਿੱਦਾਂ ਦਾ ਰੁੱਖ ਹੈ, ਵੇਖੋ ਇਹ ਜਿਹੀਆਂ ਗੱਪਾਂ। ਕਾਮ ਤੈਨੂੰ ਰੁੱਖ ਏਦਾਂ ਦਾ, ਕਾਮ ਤੈਨੂੰ ਗਊ ਕਲਪ ਵ੍ਰਿਕਸ਼। ਹਾਂ ਵੇਖੋ ਗਪੋੜਾ ਮਾਰੀਆਂ, ਮੇਰੇ ਗਾ ਵਿਹਲਾ ਬੈਠਾ ਲਿਖੀ ਗਿਆ ਵਾ। ਲਿਖਣ 'ਚ ਕੀ ਜਾਂਦਾ, ਮੈਂ ਲਿਖ ਦਿੰਦਾ ਕਿੰਨਾ ਕੁਝ। ਉੱਥੇ ਲਿਖਦਾ ਜੀ ਇੱਕ ਐਸਾ ਰੁੱਖ ਹੈਗਾ ਵਾ, ਤੁਸੀਂ ਰੋਟੀ ਮੰਗੋਗੇ ਨਾ, ਜਿਹੜੀ ਰੋਟੀ ਤੁਹਾਡੇ ਸਾਹਮਣੇ ਥਾਲੀ ਆ ਜਾਊਗੀ। ਪਹਿਲੇ ਦਿਨ ਤੋਂ ਹੀ ਬੰਦਾ ਕੰਮ ਕਰਕੇ ਖੁਸ਼ ਨਹੀਂ ਆ, ਹਰ ਕੋਈ ਚਾਹੁੰਦਾ ਫ੍ਰੀ 'ਚ ਰੋਟੀ ਆ ਜੇ। ਤੇ ਇਹ ਅਸਲ ਦੇ ਵਿੱਚ ਰੋਟੀਆਂ ਦਾ ਤੇ ਸਾਰਾ ਪੰਗਾ ਵਾ। ਰੋਟੀ ਵੀ ਕਹਿੰਦੇ ਕਿ ਆਪਣੇ ਆਪ ਹੀ ਆ ਜੇ। ਸੋ ਕਹਿਣ ਤੋਂ ਭਾਵ ਹੈ ਕਿ ਕਬੀਰ ਜੀ ਨੇ ਉਹਨਾਂ ਚੀਜ਼ਾਂ ਦਾ ਬੜਾ ਵਿਸਥਾਰ ਦੇ ਨਾਲ ਖੰਡਨ ਕਰਤਾ, ਬਹੁਤ ਕਲੀਅਰ। ਇੱਕ ਟੂ ਜ਼ੈਡ ਵੇਖੋ ਕਹਿੰਦੇ ਕਿ ਜਿਹੜੇ ਤੀਰਥ ਸਥਾਨ ਤੁਸੀਂ ਬਣਾਏ ਨੇ, ਤੀਰਥ ਸਥਾਨ ਬਣਾਏ ਦਾ ਮਤਲਬ ਕੀ ਆ ਕਿ ਇੱਕ ਤੁਹਾਡੇ ਜ਼ਿੰਦਗੀ ਨੂੰ ਇੱਕ ਸੇਧ ਦੇਣ ਲਈ ਇੱਕ ਪੁਆਇੰਟ ਹੈਗਾ। ਤੁਸੀਂ ਜਾਓ ਮੱਥਾ ਟੇਕ ਦੋ, ਮੈਂ ਆਪ ਜਾਂਦਾ ਗੁਰਦੁਆਰੇ, ਇਹ ਕੋਈ ਪ੍ਰੋਬਲਮ ਨਹੀਂ ਹੈ। ਜਾਣ ਕੇ ਮੱਥਾ ਟੇਕਦੇ ਆਪਾਂ, ਦਰਸ਼ਨ ਕਰਕੇ ਆਪਾਂ ਤੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਹੀ ਮੱਥਾ ਟੇਕਦੇ ਹਾਂ। ਅੱਛਾ, ਉੱਥੇ 10 ਮਿੰਟ ਆਪਾਂ ਕੀਰਤਨ ਵੀ ਸੁਣਦੇ ਹਾਂ। ਕਹਿਣ ਤੋਂ ਭਾਵ ਆ ਕਿ ਜਿਹੜੀ ਕਿਰਿਆ ਆਪਾਂ ਕਰਦੇ ਹਾਂ ਉਹ ਐਂਡ ਨਹੀਂ ਹੈਗਾ, ਉਹ ਸਟਾਰਟਿੰਗ ਹੈ। ਪਰ ਆਪਾਂ ਪੰਗਾ ਉਦੋਂ ਪਾ ਲੈਂਦੇ ਹਾਂ ਜਦੋਂ ਆਪਾਂ ਉਹਨੂੰ ਐਂਡ ਸਮਝ ਲੈਂਦੇ ਹਾਂ। ਆਪਾਂ ਕਹਿੰਦੇ ਇਹੋ ਹੀ ਹੈ ਸਭ। ਫਿਰ ਉੱਥੋਂ ਕੀ ਹੁੰਦਾ, ਜਿਗਿਆਸਾ ਖਤਮ ਹੋ ਜਾਂਦੀ ਹੈ। ਹੁਣ ਆਮ ਜਿਹੜੇ ਆਪਣੇ ਧਰਮ ਦੇ ਵਿੱਚ ਮੋਸਟਲੀ ਇਹ ਹੋਇਆ ਵਾ ਕਿ ਇੰਨੇ ਪਾਠ ਪੜ੍ਹ ਲਏ, ਕਿਉਂਕਿ ਉੱਥੇ ਰਹਿਤ ਮਰਿਆਦਾ ਦੱਸੀ ਹੈ ਤੁਹਾਨੂੰ। ਉੱਥੇ ਜਾ ਕੇ ਵੀ ਇੰਨੇ ਪਾਠ ਪੜ੍ਹਨੇ ਆ, ਬਸ ਇਸ਼ਨਾਨ ਕਰਨਾ ਤੇ ਇਹ ਕੰਮ ਕਰਨਾ ਜਦੋਂ ਤੁਸੀਂ ਕੰਪਲੀਟ ਹੋ। ਉਸ ਤੋਂ ਬਾਅਦ ਅਧਿਆਤਮਿਕ ਤਰੱਕੀ ਹੋਣੀ ਆ, ਉਹ ਤੁਹਾਡਾ ਅੰਤਰਾਕਰਨ ਚੇਂਜ ਹੋਣਾ ਵਾ, ਉਹ ਜੀਵਨ 'ਚ ਤੁਹਾਡੇ ਜਿਹੜਾ ਸਹਿਜ ਹੋਣਾ ਵਾ, ਜਿਹੜਾ ਨਿਰਭਉ ਤੱਤ ਆਉਣਾ ਵਾ, ਅਭੇ ਪਦ ਮਿਲਣਾ ਹੈ, ਰਾਗ ਤੋਂ ਮਿਲਣੀ ਹੈ, ਕਾਮ ਤੋਂ ਮੁਕਤੀ ਮਿਲਣੀ ਆ, ਕ੍ਰੋਧ ਤੋਂ ਮਿਲਣੀ ਆ, ਲੋਭ ਤੋਂ ਮਿਲਣੀ ਆ, ਮੋਹ ਤੋਂ ਮਿਲਣੀ ਆ, ਹੰਕਾਰ ਤੋਂ ਮਿਲਣੀ ਆ। ਉਹਦੇ ਬਾਰੇ ਕੋਈ ਗੱਲਬਾਤ ਹੀ ਨਹੀਂ ਚੱਲ ਰਹੀ, ਉਹਦੇ ਬਾਰੇ ਕੋਈ ਵੀ ਨਹੀਂ ਦੱਸਣ ਦਿਆ। ਜਿੱਥੇ ਮਰਜ਼ੀ ਚੱਲ ਜਾਓ ਤੁਸੀਂ, A to Z ਜਿੱਥੇ ਮਰਜ਼ੀ ਘੁੰਮ ਕੇ ਦੇਖ ਲਓ, ਇਹਨਾਂ ਚੀਜ਼ਾਂ ਬਾਰੇ ਘਰ ਨਾਲ ਕਿਤੇ ਗੱਲ ਹੀ ਨਹੀਂ ਕਰਨੀ। ਤੁਹਾਨੂੰ ਇਹੋ ਗੱਲ ਕਹੀ ਜਾਣੀ ਹੈ ਭਗਤੀ ਕਰੀ ਜਾਓ। ਉਹ ਭਗਤੀ ਤੇ ਕਰੀ ਜਾਈਏ, ਸਾਨੂੰ ਵੀ ਪਤਾ ਭਗਤੀ ਕਰੀ ਜਾਈਏ, ਭਗਤੀ ਕਰਨ ਦੇ ਨਾਲ ਹੋਊਗਾ ਕੀ? ਨਾਲੇ ਗੋਰਕੀ ਸਾਹਿਬ, ਭਗਤੀ ਕਹਿੰਦੇ ਕਿਹਨੂੰ ਆ? ਪਹਿਲਾਂ ਆਹ ਚੀਜ਼ ਤਾਂ ਪਤਾ ਹੋਏ, ਭਗਤੀ ਕਹਿੰਦੇ ਕਿਹਨੂੰ ਆ? ਇਹ ਤਾਂ ਭਗਤੀ ਤਾਂ ਇੰਨੀ ਵਾਸਟ ਆ ਬਈ ਆਹ ਨਹਾਉਣਾ ਵੀ ਭਗਤੀ ਆ ਜੀ, ਜੇ ਪੈਦਲ ਜਾਣਾ ਕਿਤੇ ਤੀਰਥ ਸਥਾਨ ਤੇ ਉਹ ਵੀ ਭਗਤੀ ਹੈਗੀ ਜੀ, ਪਾਠ ਕਰਨਾ ਵੀ ਭਗਤੀ ਹੈਗਾ, ਕੀਰਤਨ ਕਰਨਾ ਵੀ ਭਗਤੀ ਹੈਗੀ, ਸਾਰੀ ਭਗਤੀ ਹੈ। ਇੰਨੇ ਕਹਿੰਦੇ 9 ਪ੍ਰਕਾਰ ਦੀ ਹਿੰਦੂ ਧਰਮ 'ਚ ਪਤਾ ਨਹੀਂ 9 ਪ੍ਰਕਾਰ ਦੀ ਭਗਤੀ ਲਿਖੀ ਹੋਈ ਹੈ ਭਾਈ। ਮਹਾਰਾਜ ਤਾਂ ਕਹਿੰਦੇ ਇੱਕੋ ਹੀ ਭਗਤੀ ਤਾਂ ਇੱਕ ਪ੍ਰਕਾਰ ਦੀ ਹੈ ਭਾਈ। ਹਾਂ, ਔਰ ਨਿੱਜਰ ਸਾਹਿਬ ਇੱਕ ਸਾਧ ਸੰਗਤ ਜੀ ਅੱਜ ਚੈਲੰਜ ਕਰਕੇ ਤੁਹਾਨੂੰ ਕਹਿੰਦੇ ਅਸੀਂ, ਚੈਲੰਜ ਨਹੀਂ ਕਰਦਾ ਕੋਈ। ਇਹਨਾਂ ਨੂੰ ਪੁੱਛੋ ਕਿ ਪਰਮਾਤਮਾ ਨੂੰ ਪਾਉਣਾ ਕੀ ਆ? ਇੱਕ ਛੋਟਾ ਜਿਹਾ ਸਵਾਲ ਦਾ ਜਵਾਬ,
ਉਹ ਕੀ ਹੈ ਪਾਉਣਾ? ਪਰਮਾਤਮਾ ਕਹਿੰਦਾ ਬੋਲਿਆ ਰੱਬ ਦਾ ਕੀ ਪਾਉਣਾ? ਦੱਸੋ ਕਿਹਨੂੰ ਕਹਿੰਦੇ ਜੇ ਤੁਸੀਂ ਰੱਬ ਨੂੰ ਪਾਉਣਾ? ਇੱਕ ਔਖਾ ਸਵਾਲ ਹੈ ਨਜਰ ਸਾਹਿਬ। ਬਿਲਕੁਲ ਸੌਖਾ ਸਵਾਲ ਹੈ ਜੀ। ਹਾਂ, ਕਿਤਾਬ ਤੋਂ ਪੜ੍ਹ ਕੇ ਦੱਸ ਦਿਓ ਉਹਨਾਂ ਨੂੰ ਕੋ ਸਾਨੂੰ ਕਿਹਨੂੰ ਕਹਿੰਦੇ ਜੇ ਤੁਸੀਂ ਰੱਬ ਨੂੰ ਪਾਉਣਾ? ਕੀ ਹੋਊਗਾ ਜਦੋਂ ਅਸੀਂ ਰੱਬ ਨੂੰ ਮਿਲਾਂਗੇ? ਕਬੀਰ ਜੀ ਨੇ ਕੱਲ ਕਹਿਤਾ ਸਾਰਾ ਉਹ ਬੈਕੁੰਠ ਜਿਹੜਾ ਨਕਲੀ ਭਾਈ ਬੈਠੇ ਜੋ ਸਾਰੀਆਂ ਤੇਰੀਆਂ ਗੱਪਾਂ ਨੇ। ਕਿਹਨੂੰ ਕਹਿੰਦੇ ਨੇ ਖੂਨ ਦਾ ਸਾਗਰ ਵਿੱਚ ਪ੍ਰਵੇਸ਼ ਕਰਨਾ? ਹੋਊਗਾ ਕੀ ਜਦੋਂ ਸਾਨੂੰ ਰੱਬ ਮਿਲ ਜੂਗਾ? ਇਹ ਤਾਂ ਸਾਨੂੰ ਥੋੜਾ ਬਹੁਤਾ ਅੰਦਾਜ਼ਾ ਤੇ ਦੱਸੋ। ਇੱਥੇ ਹੀ ਤੇ ਪਤਾ ਲੱਗਣਾ ਕਿ ਅਗਲੇ ਬੰਦੇ ਦੇ ਪੱਲੇ ਕੀ ਆ। ਉਹਨਾਂ ਉਹ ਚੀਜ਼ ਸੁਣਨੀ ਆ। ਤੁਹਾਡੇ ਮਰਨ ਤੋਂ ਬਾਅਦ ਦੀ ਗੱਲ ਕਰਨੀ ਉਹਨਾਂ ਨੇ। ਸਾਡੇ ਜੀਂਦੇ ਨੂੰ ਜੀਂਦ ਤੇ ਹੱਥ ਨਹੀਂ ਲਾਉਣਾ ਉਹਨਾਂ ਨੇ ਤੁਹਾਨੂੰ। ਬਿਲਕੁਲ। ਉਹਨਾਂ ਪਤਾ ਕੀ ਕਹਿਣਾ, ਤੁਸੀਂ ਮਰ ਜਾਓਗੇ ਉਸ ਤੋਂ ਬਾਅਦ ਕੰਮ ਸ਼ੁਰੂ ਹੋਣਾ। ਕਿਉਂਕਿ ਗੱਪਾਂ ਨੇ ਭਾਜੀ, ਸੱਚਾਈ ਤੁਹਾਨੂੰ ਦੱਸ ਨਹੀਂ ਸਕਦੇ। ਕਿਉਂਕਿ ਤੁਹਾਨੂੰ ਕਹਿਤਾ ਕਾਮ ਤੋਂ ਮੁਕਤੀ ਮਿਲ ਜੂਗੀ, ਕ੍ਰੋਧ ਤੋਂ ਮਿਲ ਜੂਗੀ, ਲੋਭ ਤੋਂ ਮਿਲ ਜੂਗੀ, ਮੋਹ ਤੋਂ ਮਿਲ ਜੂਗੀ, ਰਾਗ ਤੋਂ ਮਿਲ ਜੂਗੀ, ਹੰਕਾਰ ਤੋਂ ਮਿਲ ਜੂਗੀ, ਦਵੈਸ਼ ਤੋਂ ਮਿਲ ਜੂਗੀ। 2-4 ਸਾਲ ਕੀ 20 ਸਾਲਾਂ ਬਾਅਦ ਤੁਸੀਂ ਉਹਨੂੰ ਪੁੱਛਣਾ ਭਾਈ 20 ਸਾਲ ਹੋ ਗਏ ਆ, ਇਹ ਕਾਮ ਕਦੋਂ ਮਰਨਾ ਵਾ? ਨਾ ਗੋਰਕੀ ਸਾਹਿਬ, ਮਰਨ ਤੋਂ ਬਾਅਦ ਤਾਂ ਸਹੀ ਕਹਿੰਦੇ ਮੁਕਤੀ ਮਿਲ ਜੂਗੀ। ਤੇ ਜਦ ਤੁਹਾਡਾ ਸਰੀਰ ਹੀ ਨਹੀਂ ਰਹਿਣਾ, ਕਾਮ ਇੰਦਰੀ ਨਹੀਂ ਰਹਿਣੀ, ਤੇ ਤੁਸੀਂ ਮਰਨ ਤੋਂ ਬਾਅਦ ਤਾਂ ਮੁਕਤੀ ਮਿਲ ਜਾਣੀ। ਸਹੀ ਤਾਂ ਕਹਿ ਰਹੇ ਉਹ ਲੋਕ। ਉਹ ਤੇ ਬਿਲਕੁਲ ਨਹੀਂ ਸਾਹਿਬ, ਉਹ ਤੇ ਬਿਲਕੁਲ ਸਹੀ ਆ। ਉੱਥੇ ਨਹੀਂ ਕਾਸੀ ਚ ਕਿੱਥੇ ਕਹਿੰਦੇ ਆਰਾ ਹੈਗਾ ਉੱਥੇ। ਆਹੋ, ਆਰਾ ਹੈਗਾ। ਉਹ ਕਹਿੰਦੇ ਉੱਪਰੋਂ ਛਾਲ ਮਾਰੋ, 2 ਫਾੜ ਹੋ ਜਾਓ, ਬਸ ਤੁਸੀਂ ਸਾਰਾ ਕੁਝ ਸਵਰਗ ਚ ਚਲੇ ਜਾਓਗੇ ਸਿੱਧੇ। ਆਹੋ, ਤੇ ਇਹ ਜਿਹੜੇ ਸਾਰੇ ਪੰਜਾਬੀ ਉੱਥੇ ਨਾ ਭੇਜੀਏ ਪਹਿਲੇ ਇਹਨਾਂ ਨੂੰ ਮੁਕਤੀ ਉੱਥੇ ਦਵਾਈ ਛੇਤੀ ਹੈ। ਉੱਥੇ ਇੱਕ ਆਰਾ ਵਾ ਸਾਧ ਸੰਗਤ ਜੀ, ਇੱਕ ਆਰਾ। ਉਹ ਆਰਾ ਕੀ ਕਹਿੰਦੇ ਆ, ਤੁਹਾਨੂੰ ਮੁਕਤੀ ਮਿਲੂਗੀ। ਔਰ ਮੇਰੇ ਵਰਗੇ ਪਤਾ ਹੀ ਨਹੀਂ, ਅਣਗਿਣਤ ਮੂਰਖ ਉੱਥੇ ਜਲ ਗਏ ਨੇ। ਸਿੱਧਾ ਛਾਲ ਮਾਰਦੇ ਆ। ਖੂਹ ਦੇ ਵਿੱਚ ਹੈਗਾ ਆਰਾ, ਖੂਹ ਹੈਗਾ, ਉਹਦੇ ਵਿੱਚ ਆਰਾ ਲੱਗਿਆ, ਸਿੱਧੀ ਛਾਲ ਮਾਰੋ, ਬਸ 2 ਫਾੜ ਹੋ ਜਾਓ, ਬਸ ਮੁਕਤ। ਹਾਂ, ਔਰ ਉਸ ਤੋਂ ਬਾਅਦ ਤੁਹਾਡਾ ਇੰਨਾ ਭਲਾ ਹੋਊਗਾ, ਕਹਿੰਦੇ ਤੁਸੀਂ ਸਿੱਧੇ ਸਵਰਗ 'ਚ ਜਾਓਗੇ। ਅੱਛਾ, ਜਾਣ ਤੋਂ ਪਹਿਲਾਂ ਕੀ ਕਰਨਾ ਵਾ? ਏਦਾਂ ਕਰੀ ਕਿ ਜਿਹੜੀਆਂ ਮੱਝਾਂ ਮੁੱਝਾਂ ਗਾਵਾਂ ਹੈਗੀਆਂ, ਆਪਣੀ ਜਨਾਨੀ ਵੀ ਸਾਨੂੰ ਦੇ ਜਾ। ਹਾਂ, ਬਿਲਕੁਲ। ਜਿਹੜਾ ਸੋਨਾ ਵਗੈਰਾ ਹੈਗਾ, ਕੜਾ ਕੁੜਾ ਪਾਇਆ ਸਾਰਾ, ਬਾਹਮਣ ਨੂੰ ਉੱਥੇ ਦੇ ਉੱਥੇ ਧਰ ਜਾ, ਬਸ ਸਾਰਾ ਕੁਝ ਉੱਥੇ ਧਰ ਜਾ ਤੇ ਆਪ ਸਤਿ ਸ੍ਰੀ ਅਕਾਲ ਕਰ ਜਾ। ਤੈਨੂੰ ਭੇਜਦੇ ਜੰਨਤ ਦੇ ਵਿੱਚ। ਅਸੀਂ ਬੇਕੁੰਠ ਸਿੱਧਾ 9 ਤੋਂ 11 ਜਾਏਗਾ, ਤੇਰੀ ਬ੍ਰੇਕ ਨਹੀਂ ਲੱਗਣੀ। ਪਤਾ ਤੈਨੂੰ ਉਦੋਂ ਲੱਗਣਾ ਜਦੋਂ ਉੱਥੇ ਪਹੁੰਚ ਗਿਆ। ਅੱਛਾ, ਇਹ ਗੱਲ ਵੇਖੋ, ਸਾਡੇ ਵੱਡੇ ਇੰਨੇ ਲੋਕ ਮੂਰਖ ਆ। ਉਹਨੂੰ ਕਹਿੰਦੇ ਆ ਕਿ ਤੂੰ ਤੇ ਮਾਮਾ ਸਾਨੂੰ ਜੰਨਤ ਭੇਜੀ ਜਾਂਦਾ ਵਾ, ਤੂੰ ਆਪ ਕਿਉਂ ਨਹੀਂ ਚੱਲ ਜਾਂਦਾ? ਹਾਂ, ਉਹੀ ਤਾਂ ਗੱਲ ਹੋਈ ਸੀ ਗੋਰਕੀ ਸਾਹਿਬ। ਉਹ ਕਹਿੰਦੇ ਜੀ ਇੱਕ ਜੱਟ ਚਲਾ ਗਿਆ, ਨਾਲ ਉਹਦੇ ਸੀਗਾ ਆਪਣਾ ਉਹਦਾ ਮੁੰਡਾ ਸੀਗਾ, ਤੇ ਜਾ ਕੇ ਉਹਨੂੰ ਸਾਰਾ ਬਾਹਮਣ ਟੱਕਰ ਗਿਆ ਉਹਨੂੰ। ਬੜਾ ਪੰਡਾ, ਬਹੁਤ ਚੰਗਾ ਵਜਨਦਾਰ ਬੰਦਾ ਸੀਗਾ, ਕਾਫੀ ਜਿਹੜਾ ਖਾਧਾ ਪੀਤਾ ਸੀ ਉਹਨੇ। ਤੇ ਸਾਰਾ ਕੁਝ ਕਰਕੇ ਕਹਿੰਦਾ ਜੀ ਸਰਦਾਰ ਸਾਹਿਬ, ਤੁਹਾਡੇ ਜਿਹੜੇ ਹੈਗੇ ਆ ਪਿੱਤਰ ਹੈਗੇ ਆ, ਦੇਖੋ ਉਹਨਾਂ ਦੇ ਨਾਂ ਵੀ ਬਹੀਆਂ 'ਚ ਲਿਖੇ ਹੋਏ, ਸਾਰਾ ਲਿਖਿਆ ਉਹਨਾਂ ਕੋਲ, ਸਾਰਾ ਰਿਕਾਰਡ ਹੁੰਦਾ, ਕਿਉਂਕਿ ਪਹਿਲਾਂ ਸਾਰੇ ਉੱਥੇ ਜਾਂਦੇ ਸੀਗੇ। ਕਹਿੰਦੇ ਉਹ ਦੇਖੋ ਉਹਨਾਂ ਨੂੰ ਉੱਥੇ ਦੁੱਧ ਦੱਧ ਦੀ ਤੰਗੀ ਹੁੰਦੀ ਆ, ਤੁਸੀਂ ਹੁਣ ਗਊ ਦਾਨ ਕਰੋ। ਕਹਿੰਦੇ ਜੀ ਗਊ ਕਿੱਥੇ ਸਾਡੇ ਕੋਲ ਹੁਣ? ਇੱਥੇ ਤੇ ਗਊ ਕਿੱਥੋਂ ਦਾਨ? ਕਹਿੰਦੇ ਆਹ ਦੇਖ, ਆਹ ਖੜੀ ਗਊ ਕਿੰਨੀ ਸੋਹਣੀ ਚੰਗੀ ਗਊ ਹੈ, ਇਹਨੂੰ ਦਾਨ ਕਰ ਦਿਓ। ਕਹਿੰਦੇ ਕਿੰਨਾ? ਕਹਿੰਦੇ 20 ਰੁਪਈਏ ਦੇ ਦਿਓ ਤੇ ਗਊ ਲੈ ਲਓ ਤੇ ਦਾਨ ਕਰ ਦਿਓ। ਕਹਿੰਦੇ ਠੀਕ ਹੈ ਭਾਈ, ਲੈ 20 ਰੁਪਈਏ। ਉਹ ਲੈ ਲਈ ਗਊ। ਕਹਿੰਦੇ ਕਰੋ ਦਾਨ। ਕਹਿੰਦੇ ਚਲੋ ਸ਼ਿੰਗਾਰੇ ਚੱਲੀਏ, ਫੜ ਗਊ ਦਾ ਰੱਸਾ ਫੜ। ਕਹਿੰਦੇ ਆਪਾਂ ਜਾ ਕੇ ਦੁੱਧ ਪੀਵਾਂਗੇ। ਕਰ ਲਈ ਦਾਨ ਕਰੀਏ, ਹੁਣ ਮੈਂ ਖਰੀਦ ਲਈ ਹੈ, ਹੁਣ ਨਹੀਂ ਦਾਨ ਕਰਦਾ। ਆ ਭਾਈ, ਇਹੋ ਜਿਹੀ ਹੋਣੀ ਚਾਹੀਦੀ ਬੁੱਧੀ। ਹਾਂ, ਦਾਨ ਵੀ ਕਰੋ। ਉਹ ਕਹਿੰਦੇ ਵਿਚਾਰ ਤੋਂ ਬਿਨਾਂ ਦਾਨ ਨਹੀਂ ਕਰਨੀ, ਵਿਚਾਰ ਤੋਂ ਬਿਨਾਂ ਹੀ ਭਗਤੀ ਨਹੀਂ ਕਰਨੀ, ਵਿਚਾਰ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ। ਸਾਨੂੰ ਰੱਬ ਨੇ ਬੁੱਧੀ ਦਿੱਤੀ ਹੈ, ਤੇ ਜੇ ਆਪਾਂ ਇਹਦਾ ਇਸਤੇਮਾਲ ਨਹੀਂ ਕਰਦੇ ਉਹਦੇ ਲਈ ਦੋਸ਼ੀ ਕੌਣ ਹੈ? ਅਸੀਂ ਖੁਦ ਦੋਸ਼ੀ। ਕਬੀਰ ਜੀ ਦੀ ਬਾਣੀ ਇੰਨੀ ਸਖਤ ਬਾਣੀ ਉਹਨਾਂ ਨੇ ਉਚਾਰਨ ਕੀਤੀ ਹੈ। ਇਹ ਲੋਕ ਜਿਹੜੇ ਠੱਗ ਹੈਗੇ ਨੇ, ਕਬੀਰ ਦੀ ਬਾਣੀ ਨੂੰ ਵਰਤ ਰਹੇ ਨੇ। ਹੁਣ ਅੱਛਾ ਦੇਖੋ, ਹੁਣ 1 ਸੈਕਿੰਡ ਰੋਕਦਾ ਮੈਂ ਇੱਥੇ, ਬੜੀ ਮਸਾਲੇਦਾਰ ਗੱਲ ਹੈ। ਇਹਨਾਂ ਕੋਲ ਇੱਕ ਨਕਲੀ ਬਾਣੀ ਹੈਗੀ ਆ, ਉਹਨੂੰ ਕਹਿੰਦੇ ਆ ਕਿ ਕਬੀਰ ਦੀ ਬਾਣੀ। ਅਸਲ ਨਾਲ ਕਬੀਰ ਜੀ ਦੀ ਬਹੁਤ ਜ਼ਿਆਦਾ ਬਾਣੀ ਹੈ। ਤੁਸੀਂ ਵੇਖੋਗੇ ਨਾ, ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਉਹਨਾਂ ਦੇ ਆਪਣੇ ਬੜੇ ਗ੍ਰੰਥ ਨੇ, ਆਰਾ ਵਗੈਰਾ ਬਹੁਤ ਬਾਣੀ ਆ। ਉਹ ਕਈਆਂ ਨੇ ਆਪਣੀ ਬਾਣੀ ਨਕਲੀ ਬਣਾ ਕੇ ਵੀ ਕਬੀਰ ਜੀ ਦੀ ਸਟੈਂਪ ਲਾ ਦਿੱਤੀ ਕਿ ਕਬੀਰ ਜੀ ਦੀ ਬਾਣੀ ਹੈ। ਹੁਣ ਕੋਈ ਪ੍ਰੂਫ ਤੇ ਹੈਗਾ ਨਹੀਂ ਕਿਹਦੀ ਬਾਣੀ ਹੈ। ਉੱਥੇ ਲਿਖਿਆ ਹੈ ਕਰ ਨੈਨੋ ਮੇ ਦੀਦਾਰ ਮਹਿਲ ਮੈਂ ਪਿਆਰਾ ਹੈ। ਇਹ ਵੱਡੀ ਗੱਪ ਮਾਰੀ ਉਹ ਬਾਣੀ ਦੇ ਵਿੱਚ। ਹੁਣ ਕਬੀਰ ਜੀ ਦੀ ਉਹ ਬਾਣੀ ਪੜ੍ਹ ਲਓ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਓ, ਜਾਂ ਦੂਜਾ ਕੋਈ ਗ੍ਰੰਥ ਪੜ੍ਹ ਲਓ। ਇਹ ਫਿਰ ਬਾਣੀ ਮੈਚ ਕਿਉਂ ਨਹੀਂ ਕਰਦੀ?
ਉੱਥੇ ਬਾਣੀ ਦੇ ਵਿੱਚ ਲਿਖਿਆ ਹੈ ਕਿ ਉੱਥੇ ਨਾਦ ਵੱਜੂ, ਘੰਟਾ ਵੱਜੂ, ਤੂੰ ਪਤਾ ਨਹੀਂ ਕਿੱਥੇ ਚੱਲ ਜਾਏ, ਗੱਪਾਂ ਹੀ ਗੱਪਾਂ, ਦੁਨੀਆ ਭਰ ਦੀਆਂ ਗੱਪਾਂ। ਜਦ ਕਿ ਬਾਣੀ ਤੇ ਕਹਿੰਦੀ ਘਰ ਮੇ ਠਾਕੁਰ ਨਜ਼ਰ ਨਾ ਆਏ। ਤੁਸੀਂ ਕੋਈ ਵੀ ਪੜ੍ਹ ਲਓ, ਗੁਰਮੁਖ ਹੋਵੇ ਕਾਇਆ ਖੋਜੀ, ਹਰ ਇੱਕ ਚੀਜ਼ ਸਾਡੇ ਸਰੀਰ 'ਚ ਹੈ। ਇਹ ਪਤਾ ਨਹੀਂ ਕਿੱਥੇ ਲਈ ਫਿਰਦੇ ਆ, ਪਤਾ ਨਹੀਂ ਕਿੱਥੇ ਜਾਏਗਾ, ਉੱਥੇ ਪਤਾ ਹੀ ਨਹੀਂ ਕਿੰਨੇ ਸੂਰਜਾਂ ਦਾ ਪ੍ਰਕਾਸ਼ ਆ। ਉੱਥੇ ਤੇਰੇ ਅੰਦਰ ਆਤਮਾ 'ਚ ਪੈਦਾ ਹੋ ਜੂ। ਅੱਛਾ, ਫਿਰ ਆਤਮਾ ਪੈਦਾ ਪਤਾ ਨਹੀਂ ਕਿੱਥੇ ਲੈ ਜਾਣੀ, ਫਿਰ ਉੱਥੇ ਤੈਨੂੰ ਪਰਮਾਤਮਾ ਕੋਲ ਜਾਣਾ ਪਊ। ਉਹ ਬੰਦਾ ਪੁੱਛੇ ਇੱਕ ਆਤਮਾ ਦੇ ਵਿੱਚ ਜੇ ਇੰਨੇ ਸੂਰਜਾਂ ਦਾ ਪ੍ਰਕਾਸ਼ ਪੈਦਾ ਹੋਊ ਤੇ ਇੰਨੇ ਧਰਤੀ ਦੀ ਇੰਨੀ ਆਤਮਾ ਤੇ ਸੂਰਜ ਨੇ ਕਿੱਥੇ ਖੜਨੇ ਜੋ? ਗੱਪਾਂ ਦੇ ਧਿਆਨ ਨਾਲ ਮਾਰੋ। ਉਹ ਜ਼ਿਆਦਾ ਹੀ ਨਿਜਸਾ ਵੀ ਨਹੀਂ ਜਿਆਦਾ ਗੱਪ ਮਾਰਦੀ। ਆਹ ਕਹਿੰਦੇ ਸੂਰਜ ਦਾ ਪ੍ਰਕਾਸ਼ ਬਹੁਤ ਘੱਟ ਹੈ, ਜਿਹੜਾ ਉਹਨਾਂ ਦੇ ਸੂਰਜ ਨੇ ਜਿਹੜੇ ਅੰਦਰ ਜਿਹੜੀ ਗੱਪਾਂ ਦੇ ਉਹਦੇ ਬਹੁਤ ਵੱਡਾ ਸੂਰਜ ਆ। ਉਹ ਨਾ ਐਕਚੁਅਲੀ ਗੁਰਕੀ ਸਾਹਿਬ ਬਾਣੀ ਜਿਹੜੀ ਹੈ, ਗੁਰਬਾਣੀ ਜਿਹੜੀ ਆ, ਉਹਦੇ ਉਹਨਾਂ ਨੇ ਅਰਥ ਆਪਣੇ ਹਿਸਾਬ ਨਾਲ ਕੀਤੇ ਹੋਏ ਹਾਂਜੀ। ਬਸ ਉਹ ਕਹਿਣ ਤੋਂ ਭਾਵ ਸਾਧ ਸੰਗਤ ਜਦੋਂ ਲੋਕ ਵਿਸ਼ਵਾਸ ਕਰਦੇ ਅਸੀਂ ਬਕਵਾਸ ਚ। ਇੱਕ ਕਬੀਰ ਜੀ ਦੀ ਵੇਖੋ ਬਾਣੀ ਕੀ ਕਹਿੰਦੀ ਆ, ਉਹ ਕਿਹੜੇ ਸਵਰਗ ਦੀ ਗੱਲ ਕਰਨ ਦੀ। ਆਹ ਬਾਣੀ ਵੇਖੋ ਕੱਲ ਦੀ ਬਾਣੀ ਚ ਕਿੱਦਾਂ ਉਹਨਾਂ ਨੇ ਠੋਕ ਕੇ ਜਵਾਬ ਦਿੱਤਾ ਵਾ। ਜਿੱਥੇ ਤੂੰ ਬਕੰਠ ਨੂੰ, ਜਿੱਥੇ ਤੂੰ ਮੁਕਤੀ ਕਹਿੰਦੇ ਹੋ, ਕਿੱਥੇ ਹੈਗੀ ਆ? ਇਹ ਇਤਨੇ ਕਬੀਰ ਜੀ, ਹੁਣ ਮੈਂ ਤੁਹਾਨੂੰ ਇੱਥੇ ਕੁਝ ਹੋਰ ਕਹੀ ਜਾਵਾਂ, ਮੈਂ ਉੱਥੇ ਕੰਮ ਤੇ ਜਾ ਕੇ ਕੁਝ ਹੋਰ ਕਹੀ ਜਾਵਾਂ, ਮੈਂ ਕੱਲ ਨੂੰ ਇੱਥੇ ਮੈਂ ਨਾਨਕੇ ਘਰ ਜਾਵਾਂ ਤੇ ਉੱਥੇ ਕੁਝ ਹੋਰ ਕਹੀ ਜਾਵਾਂ। ਕਬੀਰ ਜੀ ਦੀ ਬਾਣੀ ਇੱਕ ਜਗ੍ਹਾ ਸਹੀ ਬੋਲੂਗੀ ਕਿ ਥਾਂ ਤੇ ਆਪਣੀ ਸਟੇਟਮੈਂਟ ਚੇਂਜ ਕਰੀ ਜਾਊਗੀ। ਇੱਥੇ ਕਿਉਂ ਕਬੀਰ ਜੀ ਦਾ ਕਹਿੰਦੇ ਆ ਕਿ ਕਿਹੜੀ ਮੁਕਤੀ ਦੀ ਗੱਲ ਕਰਦੇ ਜੋ, ਉਹ ਇੱਥੇ ਕਿਉਂ ਨਹੀਂ ਰਾਹ ਦੱਸ ਕੇ ਗਏ? ਇਹ ਸਭ ਜਿਹੜੀਆਂ, ਔਰ ਜਦ ਕਬੀਰ ਜੀ ਨੇ ਮਤਲਬ ਨਹੀਂ ਦੱਸਿਆ ਤਾਂ ਫਿਰ ਦੂਜੇ ਜਿਹੜੇ ਭਗਤ ਹੈਗੇ ਨੇ, ਗੁਰੂ ਹੈਗੇ ਨੇ, ਉਹਨਾਂ ਦੀ ਬਾਣੀ 'ਚ ਕਿਉਂ ਨਹੀਂ ਲਿਖਿਆ ਜਿਹੜੀ ਉੱਥੇ ਗੱਪ ਲਿਖੀ ਹੈ? ਬਿਲਕੁਲ। ਉਸ ਲਈ ਕਹਿੰਦੇ ਆ ਕਿ 100 ਸਿਆਣਿਆਂ ਦੀ ਇੱਕੋ ਮੱਤ ਤੇ ਮੂਰਖਾਂ ਦੀ ਵੱਖੋ ਵੱਖ। ਇਹ ਬੜਾ ਬੇਵਕੂਫੀ ਕੰਮ ਚੱਲਿਆ ਸੀ, ਉਦੋਂ ਵੀ ਚੱਲਦਾ ਸੀ, ਹੁਣ ਵੀ ਚੱਲਦਾ। ਤੇ ਕ੍ਰਿਸਚਨ ਲੋਕਾਂ ਦੇ ਵਿੱਚ ਵੀ ਕਹਿੰਦੇ ਮਰਨ ਤੋਂ ਬਾਅਦ ਤੁਹਾਨੂੰ ਨਾ ਹੈਵਨ 'ਚ ਭੇਜਿਆ ਜਾਊਗਾ। ਇੱਕ ਪਾਦਰੀ ਕੀ ਕਰਦਾ ਸੀ, ਕਹਿੰਦਾ ਕਿ $500-700 ਦੇ ਦਿਓ ਮੈਨੂੰ, ਤੇ ਕਿੱਦਾਂ ਜਾਊਗਾ ਬੰਦਾ ਸਾਡਾ ਹੈਵਨ 'ਚ? ਕਹਿੰਦਾ ਟਿਕਟ ਲੈ ਲਓ, ਇਹ ਟਿਕਟ ਇਹਦੀ ਕਬਰ 'ਚ ਪਾ ਦਿਆ ਕਰੋ। ਜਿੱਥੇ ਟਿਕਟ ਰਹਿ ਗਈ ਉਹ ਬੰਦਾ ਵੀ ਉੱਥੇ ਹੀ ਰਹਿ ਗਿਆ। ਹੁਣ ਤੁਸੀਂ ਹੱਸਣਾ ਵਾ ਕਿ ਸੱਚੀ ਏਦਾਂ ਮਤਲਬ ਹੋ ਸਕਦਾ ਟਿਕਟ ਪਾਇਆ ਕੋਈ ਕਿੱਥੇ ਮੁਕਤ ਹੋ ਜਾਊਗਾ? ਪਰ ਬੌਲੀ ਸਾਹਿਬ 'ਚ ਜਾ ਕੇ ਵੇਖੋ, ਆਪਣੇ ਗੋਇੰਦਵਾਲ ਸਾਹਿਬ 'ਚ ਆਪਣੇ ਵੀ 84 ਕੱਟਣ ਦੇ ਲੋਕ ਏਦਾਂ ਹੀ ਬਿਲਕੁਲ ਕੱਟ ਰਹੇ। ਹਾਂ, ਬਸ ਇਹ ਕਿਸ ਤਰ੍ਹਾਂ ਸਟਾਈਲ ਚੇਂਜ ਹੋ ਗਿਆ, ਥੋੜਾ ਜਿਹਾ ਚੇਂਜ ਹੋ ਗਿਆ। ਉਹ ਏਦਾਂ ਦੀ ਗੇਮ ਘੁਮਾਈ ਆ ਔਰ ਲੋਕੀ ਵਿਸ਼ਵਾਸ ਕਰਦੇ ਨੇ। ਉੱਥੇ ਵੇਖੋ ਜਾ ਕੇ ਦੁਨੀਆ ਲੱਗੀ ਹੋਈ ਆ, ਕਚਹਿਰੇ ਗਿੱਲੇ ਨੇ, ਸਾਰਾ ਦਿਨ ਉੱਥੇ ਬੈਠੇ ਰਹਿੰਦੇ ਨੇ, ਭਾਵੇਂ ਨਮੂਨੀਆਂ ਹੋ ਜਾਏ। ਏਦਾਂ ਨਹੀਂ ਪਰਮਾਤਮਾ, ਏਦਾਂ ਇਹੋ ਤੇ ਬਾਣੀ 'ਚ ਕਿਹਾ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ। ਏਦਾਂ ਰਾਮ ਜਿਹੜਾ ਹੈ ਉਹ ਕਹਿੰਦਾ ਕਿ ਚਰਨਜੀਤ ਆਪਣਾ ਜੀਵਨ ਉਹਨੂੰ ਕੰਪਲੀਟ ਸਹੀ ਤਰੀਕੇ ਨਾਲ ਬਤੀਤ ਕਰ ਤੇ ਬੰਦਗੀ ਕਰ, ਇਹ ਰਾਮ ਨੂੰ ਪਾਉਣਾ। ਤੇ ਜੇ ਤੂੰ ਠੱਗੀਆਂ ਮਾਰਨੇ ਆ, ਚੋਰੀਆਂ ਕਰਨੇ ਆ ਤੇ ਭਗਤੀ ਵੀ ਕਰਨੇ ਆ, ਤੇ ਉਹ ਨਹੀਂ ਉਹ ਚਾਹੀਦੀ ਰੱਬ। ਆਪਣਾ ਹੱਕ ਤੂੰ ਨਹੀਂ ਖਾ ਰਿਹਾ, ਦੂਜੇ ਦਾ ਵੀ ਹੱਕ ਮਾਰੀ ਜਾ ਰਿਹਾ, ਦੂਜੇ ਦਾ ਤਨ ਨੂੰ ਭੋਗਦਾ ਤੇ ਦੂਜੇ ਦੇ ਪਦਾਰਥਾਂ ਨੂੰ ਭੋਗਦਾ, ਫਿਰ ਪਰਮਾਤਮਾ ਦੇ ਨਾਲ ਤੇਰੀ ਕੋਈ ਪ੍ਰੀਤ ਨਹੀਂ ਬਣ ਸਕਦੀ। ਤੋ ਇਹ ਗੱਲਾਂ ਸਾਨੂੰ ਸਮਝਾਉਂਦੀ ਹੈ ਬਾਣੀ। ਹਾਂਜੀ ਨਜਰ ਸਾਹਿਬ, ਅੱਗੇ ਤੁਕ ਤੇ ਆ ਜਾਈਏ। ਹਾਂਜੀ। ਅਬ ਮੋਏ ਕਿਆ ਅਵਰ ਮੋਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਨ ਜੀਜੈ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜਿਆਵਨ ਹਾਰਾ ਰਹਾਓ। ਯਾਦ ਇਹੀ। ਹਾਂਜੀ ਬੋਲੋ ਤੁਸੀਂ। ਮੈਂ ਇੰਨਾ ਕੁ ਬੋਲਣਾ ਇੱਥੇ ਕਹਿੰਦੇ ਕਿ ਅਵਰ ਮੋਏ ਕਿਆ ਸੋਗ ਕਰੀਜੇ, ਕਹਿੰਦਾ ਜਦੋਂ ਦੂਜਾ ਮਰ ਜਾਂਦਾ ਤੇ ਉੱਥੇ ਬੰਦਾ ਜਾ ਕੇ ਸੋਗ ਕਰਦਾ। ਚੱਲ ਕੋਈ ਨੀ, ਇੰਨੀ ਉਮਰ ਦੀ ਏਦਾਂ ਹੀ ਆ, ਸੰਸਾਰ ਤੋਂ ਦੁਨੀਆ ਆਉਂਦੀ ਏਦਾਂ ਚੱਲ ਜਾਂਦੀ ਹੈ। ਇਹ ਨਿਯਮ ਹੈਗਾ, ਹਰ ਵਾਰੀ ਬੰਦਾ ਜਾਂਦਾ ਹੈ ਔਰ ਉੱਥੇ ਜਾ ਕੇ ਏਦਾਂ ਦੇ ਡਾਇਲੋਗ 2-4 ਹੈਗੇ, ਬੰਦਾ ਮਾਰ ਕੇ ਆਉਂਦਾ, ਪਰ ਇਹਨੂੰ ਆਪਣੀ ਮੌਤ ਦਾ ਪਤਾ ਹੀ ਨਹੀਂ। ਸਮਾਂ ਤੇ ਹੌਲੀ ਹੌਲੀ ਇੱਥੋਂ ਨਿਕਲਦਾ ਪਿਆ ਔਰ ਸਫ਼ਰ ਕਾਫੀ ਵੱਡਾ ਹੈ। ਉਹਦੇ ਬਾਰੇ ਕੋਈ ਪਲੈਨਿੰਗ ਨਹੀਂ ਹੈਗੀ, ਪਰ ਦੂਜੇ ਦੇ ਬਾਰੇ ਹਿਰਖ ਤੋਂ ਕਰਦਾ। ਫਿਰ ਅਗਲੇ ਬੰਨੇ ਕਬੀਰ ਜੀ ਕਹਿੰਦੇ ਆ, ਮੈਂ ਨਾ ਮਰੋ ਤਉ ਕੀਜੇ ਜੋ ਆਪਨ ਜੀਜੇ। ਕਹਿੰਦੇ ਦੇਖੋ ਆਪਾਂ ਨਾ ਆਪਣਾ ਕੋਈ ਰਿਸ਼ਤੇਦਾਰ ਵੀ ਮਰ ਜਾਂਦਾ ਗੁਰਕੀ ਸਾਹਿਬ, ਤਾਂ ਵੀ ਆਪਾਂ ਦੁਖੀ ਤਾਂ ਹੁੰਦੇ ਹੀ ਆ, ਸੋਗ ਕਰਦੇ ਆ। ਕਹਿੰਦੇ ਤੂੰ ਆਪਣਾ ਦੇਖਣਾ, ਤੂੰ ਥਿਰ ਰਹਿਣਾ, ਤੂੰ ਦੱਸ, ਤੂੰ ਆਪ ਜਿਉਂਦੇ ਰਹਿਣਾ ਆ, ਤੂੰ ਆਪ ਵੀ ਮਰਨਾ ਹੈ। ਕਹਿੰਦੇ ਤੈਨੂੰ ਦੂਸਰੇ ਦੇ ਮਰਨ ਦੇ ਉੱਤੇ ਤੇਰੇ ਅੰਦਰ ਜਿਹੜਾ ਹੈਗਾ, ਤੇਰੀ ਅਧਿਆਤਮਿਕ ਯਾਤਰਾ ਦੇ ਉੱਤੇ ਤੇਜ਼ੀ ਆਉਣੀ ਚਾਹੀਦੀ ਸੀ, ਤੈਨੂੰ ਚੌਕਸ ਹੋਣਾ ਚਾਹੀਦਾ ਸੀ। ਤੂੰ ਆਪਣੇ ਆਪ ਨੂੰ ਸੰਕੋਚਣਾ ਸੀਗਾ। ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀ ਪ੍ਰਾਣ ਸ਼ਕਤੀ ਬਾਹਰ ਨੂੰ ਲੈ ਕੇ ਜਾ ਰਹੀਆਂ, ਉਹਨਾਂ ਨੂੰ ਰੋਕ ਕੇ ਉਹ ਪ੍ਰਾਣ ਸ਼ਕਤੀ ਜਿਹੜੀ ਆ ਪ੍ਰੋਪਰ ਜਿਹੜੀ ਦਸਮ ਦੁਆਰ ਵੱਲ ਭੇਜਣੀ ਸੀ ਭਾਈ।
ਜੇ ਤੈਨੂੰ ਜਿਹੜਾ ਹੈਗਾ ਕੋਈ ਅਗਲੇ ਦੇ ਮਰਨ ਦਾ ਕੋਈ ਸੋਗ ਹੁੰਦਾ ਤੇ ਤੂੰ ਆਪਣਾ ਘੱਟ ਤੋਂ ਘੱਟ ਜਿਹੜਾ ਹੈਗਾ ਰੂਟੀਨ ਚੇਂਜ ਕਰ ਲੈਂਦਾ। ਹਾਂਜੀ ਵੀਰ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਜਦੋਂ ਇੱਕ ਬੰਦੇ ਨੂੰ ਕੋਈ ਬਿਮਾਰੀ ਲੱਗ ਗਈ ਆ ਤੇ ਉਹ ਬਿਮਾਰੀ ਜੇ ਮੰਨ ਲਾ ਕਿ ਉਹਨੂੰ ਲੱਗੀ ਆ ਤੇ ਚਾਂਸ ਹੈ ਤੈਨੂੰ ਵੀ ਲੱਗ ਜਾਣੀ ਕਮਾਊ ਮੌਤ ਰੂਪੀ ਬਿਮਾਰੀ। ਬਿਲਕੁਲ। ਤੇ ਹੁਣ ਤੈਨੂੰ ਆ ਭੁੱਲੀ ਪਈ ਆ, ਤੈਨੂੰ ਦੁਨੀਆ ਦਾ ਦੁੱਖ ਤੇ ਚਿੱਤੇ ਆ, ਤੈਨੂੰ ਆਪਣੇ ਦੁੱਖ ਦਾ ਕੋਈ ਪਤਾ ਨਹੀਂ ਆ। ਤੈਨੂੰ ਜੇ ਪਤਾ ਹੀ ਨਹੀਂ ਹੈ ਤੇ ਫਿਰ ਤੂੰ ਇਲਾਜ ਉਹਦਾ ਕੀ ਕਰੇਗਾ? ਹਾਂ ਮੌਤ ਜਦ ਤੱਕ ਯਾਦ ਹੀ ਨਹੀਂ ਆਨੂੰ। ਹੁਣ ਦੱਸੋ ਮੈਨੂੰ ਤੁਸੀਂ ਕਹੋ ਮੈਂ ਭਗਤੀ ਕਰਾਂ ਤੇ ਮੈਂ ਕਦੀ ਕਿਤੇ ਕੀ ਕਰਾਂ? ਜਦੋਂ ਮੈਂ ਕਹਿੰਦਾ ਮੈਂ ਮਰਨਾ ਹੀ ਨਹੀਂ ਹਾਂ ਫਿਰ ਮੈਂ ਕਦੀ ਭਗਤੀ ਕਰਨੀ? ਮੈਂ ਆ ਸਵਾਦ ਛੱਡ ਕੇ ਕਿਉਂ ਭਗਤੀ ਵੱਲ ਜਾਵਾਂ ਭਾਈ? ਉੱਥੇ ਜਿਹੜਾ ਹੈਗਾ ਕੀ ਮਿਲੂਗਾ ਮੈਨੂੰ? ਕਿਉਂ ਮੈਂ ਜਿਹੜਾ ਹੈਗਾ ਇੱਥੇ ਤਾਂ ਇੰਨੇ ਸਵਾਦ ਆ, ਦੇਖੋ ਹਰ ਪਾਸੇ ਕਾਮ ਦਾ, ਲੋਭ ਦਾ, ਮੋਹ ਦਾ, ਖਾਣ ਦਾ, ਅੱਖਾਂ ਦਾ, ਕਿੰਨੇ ਤਾਂ ਸਵਾਦ ਪਏ ਹੋਏ ਵੀ ਛੱਡ ਕੇ ਤੁਸੀਂ ਕਹਿ ਰਹੇ ਭਗਤੀ ਕਰ। ਔਰ ਨਾਲੇ ਮੈਂ ਕਿਉਂ ਭਗਤੀ ਕਰਾਂ ਪਰਮਾਤਮਾ ਦੀ? ਉੱਥੇ ਮੈਂ ਫੈਕਟਰੀ 'ਚ ਕੰਮ ਕਰੂੰਗਾ, ਮੈਨੂੰ $100 $50 ਐਕਸਟਰਾ ਮਿਲਣਗੇ। ਬਸ ਇੱਥੇ ਕੀ ਮਿਲੂਗਾ? ਪਰ ਨਹੀਂ, ਜੇ ਤੂੰ ਉੱਥੇ $10 $50 ਘੱਟ ਕਮਾ ਲੇਗਾ, ਜੋ ਇੱਥੇ ਮਿਲਣਾ ਹੀ ਉਹਦੀ ਕੀਮਤ ਕੋਈ ਨਹੀਂ। ਉਹ ਤੇ ਲਾਲ ਹੈਗਾ। ਔਰ ਉਹ ਨਹੀਂ ਮਰਨ ਤੋਂ ਬਾਅਦ ਤੇ ਚਲ ਜੀਵਨ ਤੇ ਉਹ ਤੇ ਹਾਲਤ ਤੇ ਪਲਕ ਦੋਨੇ ਸਵਾਰੇ ਜਾਂਦੇ ਨੇ ਜੀ ਸਾਹਿਬ। ਹਾਲਤ ਤੇ ਪਲਕ ਹਾਂ ਦੋਨੋਂ ਸਵਾਰੇ ਜਾਂਦੇ। ਬਿਲਕੁਲ ਸਹੀ ਗੱਲ ਹੈ। ਹਾਂ ਪਲਕ ਤੇ ਛੱਡ ਦੋ, ਇਹ ਦੀ ਮੈਂ ਗੱਲ ਕਰਨਾ। ਇਹ ਤੇ ਬਿਲਕੁਲ ਹੀ ਇੱਕ ਬੜਾ ਪਵਿੱਤਰ ਤੇ ਬੜਾ ਜ਼ਬਰਦਸਤ ਜੀਵਨ। 6 ਮਹੀਨੇ ਦੀ ਗਰੰਟੀ ਆ। 6 ਮਹੀਨੇ ਦੀ ਸਾਧਨਾ ਕਰ ਲਈ, 6 ਮਹੀਨਿਆਂ ਬਾਅਦ ਜੇ ਤੁਸੀਂ ਠੋਕ ਕੇ ਆਪਣੇ ਜੀਵਨ ਚ ਕੁਝ ਸਮਾਂ ਕੱਢ ਕੇ ਗਤੀ ਕਰਦੇ ਜੋ, ਤੁਹਾਡੇ ਵਰਗਾ ਸੰਤੁਸ਼ਟ, ਤੁਹਾਡੇ ਵਰਗਾ ਖੁਸ਼ੀ ਵਾਲਾ ਮਨੁੱਖ ਧਰਤੀ ਤੇ ਨਹੀਂ ਮਿਲੇਗਾ। ਬੇਸ਼ੱਕ ਤੁਹਾਡੇ ਕੋਲ ਪੈਸੇ ਹਨ ਜਾਂ ਨਹੀਂ। ਹਾਂਜੀ ਮੇਰੇ ਸਾਹਿਬ ਇੱਕ ਇਹ ਵਾਅਦਾ ਹੈਗਾ ਜੀ। ਤੇ ਜੇ ਨਹੀਂ ਗੱਲ ਬਣ ਰਹੀ ਤੇ ਪਲੀਜ਼ ਦੱਸਿਓ ਜ਼ਰੂਰ। ਜਾਂ ਤੇ ਸਾਡੇ ਹੋਣ ਚ ਕਮੀ ਹੈ ਤੇ ਜਾਂ ਤੁਹਾਡੇ ਸਿੱਖਣ ਚ ਕਮੀ ਆ। ਇੱਕ ਜਗ੍ਹਾ ਚ ਪ੍ਰੋਬਲਮ ਹੈ। ਬਿਲਕੁਲ ਸਹੀ ਗੱਲ ਹੈ। ਔਰ ਬਾਣੀ ਦੇ ਵਿੱਚ ਆ ਜਿਹੜੇ ਗਿਆਨ ਦੇ ਵਿੱਚ ਕੋਈ ਕਮੀ ਨਹੀਂ, ਅੱਖਰਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਭਾਈ। ਹਾਂ ਤੇ ਤੁਹਾਨੂੰ ਅਸੀਂ ਮੁਕਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਬਾਣੀ ਜਿੱਦਾਂ ਕਹਿੰਦੇ ਜੈਸੀ ਆਵੇ ਖਸਮ ਕੀ ਬਾਣੀ ਤੈਸਾ ਕਰੀ, ਤੈਸੜਾ ਕਰੀ ਗਿਆਨ ਵੀ ਲਾ ਲਓ। ਹਾਂ ਉਹਦਾ ਗਿਆਨ ਚੱਲ ਰਿਹਾ। ਕਹਿੰਦੇ ਕਿ ਹੁਣ ਇੱਥੇ ਆ ਗਈ ਤੁਕ ਤੇ ਫਿਰ ਵਾਪਸ ਆ ਜਾਈਏ। ਤੇ ਉਹ ਕਹਿੰਦੇ ਆ ਕਿ ਮੈਂ ਨਾ ਮਰਬੋ ਸੰਸਾਰਾ। ਕਬੀਰ ਜੀ ਕਹਿੰਦੇ ਨਾ, ਹਾਂ ਕਹਿੰਦੇ ਮੈਂ ਨਹੀਂ ਮਰਨਾ, ਮੈਨੂੰ ਹੁਣ ਜਿਉਣ ਵਾਲਾ ਮਿਲ ਗਿਆ। ਮੈਂ ਹੁਣ ਭਗਤੀ ਕਰਨ ਲੱਗ ਗਿਆ, ਮੇਰਾ ਮਨ ਖੜਾ ਹੋਣ ਲੱਗ ਗਿਆ। ਮੈਂ ਸਰੀਰ ਦੀ ਪਕੜ ਚੋਂ ਬਾਹਰ ਹੋ ਗਿਆ ਭਾਈ। ਮੈਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਇਹਨਾਂ ਤੋਂ ਮੈਂ ਆਪਣੇ ਆਪ ਨੂੰ, ਜਿਹੜੀ ਆਪਣੀ ਸੁਰਤ ਨੂੰ ਆਜ਼ਾਦ ਕਰ ਲਿਆ ਹੈ ਭਾਈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਉਹ ਕਹਿੰਦੇ ਮੈਂ ਨਾ ਮਰੂੰ, ਕਹਿੰਦਾ ਮੈਂ ਨਹੀਂ ਉਹਨੂੰ ਮਰਨਾ। ਮਰਨ ਦਾ ਮਤਲਬ ਇਹ ਕਹਿ ਰਿਹਾ ਨਾ ਮੈਂ ਮਰਾਂਗਾ ਤੇ ਨਾ ਮੈਂ ਜੀਵਾਂਗਾ। ਆਤਮਿਕ ਮੌਤ, ਆਤਮਾ ਮੇਰੀ ਜਿਹੜੀ ਹੈਗੀ, ਆਤਮਿਕ ਜੀਵਨ ਜਿਹੜਾ ਹੈਗਾ ਮੇਰਾ ਨਹੀਂ ਮਰੂਗਾ। ਮੈਂ ਆਤਮਿਕ ਜੀਵਨ ਗਤੀ ਕਰੂੰਗਾ ਆਤਮਾ ਦੇ ਵੱਲ। ਹਾਂਜੀ ਵੀਰ। ਹਾਂ ਮੇਰਾ ਜਿਹੜਾ ਜੀਵਨਾ ਸੀ, ਜਿਹੜਾ ਅਗਿਆਨ ਸੀ, ਭਰਮ ਸੀ, ਜਿਹਦੇ ਕਰਕੇ ਬਾਰ-ਬਾਰ ਮੈਂ ਮਰਨ ਜੰਮਣ ਦੇ ਉਹ ਖਤਮ ਹੋ ਗਿਆ। ਕਿਉਂ ਖਤਮ ਹੋ ਗਿਆ? ਕਿਉਂਕਿ ਮੈਂ ਅਮਰ ਤੱਤ ਦੇ ਵਿੱਚ ਪ੍ਰਵੇਸ਼ ਕਰ ਲਿਆ। ਮੈਂ ਪਾਰ ਬ੍ਰਹਮ ਨੂੰ ਜਾਣ ਲਿਆ। ਔਰ ਪਾਰ ਬ੍ਰਹਮ ਜਿਹੜਾ ਜੀਂਦੇ ਜੀ ਚੱਲ ਜਾਂਦਾ, ਉੱਥੇ ਕਾਲ ਨਹੀਂ ਜਾ ਸਕਦਾ। ਆਪ ਜਦੋਂ ਨਿਰਵਿਚਾਰ ਸਮਾਧੀ ਚ ਜਾਂਦੇ ਜੋ ਨਾ, ਉੱਥੇ ਕਾਲ ਨਹੀਂ ਹੈਗਾ, ਉੱਥੇ ਸਮਾਂ ਨਹੀਂ ਹੈਗਾ। ਉੱਥੇ ਸੁਰਤੀ ਜਦੋਂ ਪਹੁੰਚ ਜਾਂਦੀ ਹੈ ਔਰ ਬਾਰ-ਬਾਰ ਉੱਥੇ ਜਾਂਦੀ ਹੈ, ਇੱਕ ਸਮਾਂ ਆਊਗਾ ਸਹਿਜ ਅਵਸਥਾ ਪ੍ਰਾਪਤ ਹੋ ਜਾਊਗੀ। ਬਾਹਰ ਸੰਸਾਰ ਤੇ ਕੁਝ ਵੀ ਹੋ ਜੇ, ਤੁਹਾਡੇ ਅੰਦਰ ਹਲਚਲ ਪੈਦਾ ਕਰਨੀ ਬਹੁਤ ਮੁਸ਼ਕਿਲ ਹੈ। ਇਹ ਕਬੀਰ ਜੀ ਉਸੇ ਅਵਸਥਾ ਦੀ ਗੱਲ ਕਰ ਰਹੇ ਨੇ। ਹਾਂਜੀ ਠੀਕ ਹੈ ਜੀ। ਕਿਉਂਕਿ ਜੀਵਨ ਹਾਰਾ ਮੈਨੂੰ ਮਿਲ ਗਿਆ। ਹਾਂ ਜਿਉਣ ਵਾਲਾ, ਜਿਹੜਾ ਸਾਰੀ ਦੁਨੀਆ ਦਾ ਜੀਵਨ ਆ ਉਹ ਮੈਨੂੰ ਮਿਲ ਗਿਆ। ਜਿਆਵਣ ਹਾਰਾ, ਸਾਰਿਆਂ ਨੂੰ ਜਿਉਣ ਵਾਲਾ ਮੈਨੂੰ ਮਿਲ ਗਿਆ। ਹਾਂ ਮੈਨੂੰ ਕੀ ਮਿਲ ਗਿਆ? ਮੈਨੂੰ ਸਾਗਰ ਮਿਲ ਗਿਆ। ਬੂੰਦ ਛੋਟੀ ਜੀ ਸੀ, ਹੋ ਸਕਦਾ ਚਿੜੀ ਪੀ ਲੈਂਦੀ ਜਾਂ ਧੁੱਪ ਪਾ ਦਿੰਦੀ, ਪਰ ਬੂੰਦ ਸਾਗਰ ਚ ਜਾ ਕੇ ਸਾਗਰ ਦਾ ਰੂਪ ਹੋ ਗਈ ਹੈ। ਤੇ ਸਾਗਰ ਨੂੰ ਕੀ ਹੋਣਾ? ਉੱਤੇ ਗਹਿਰਾ ਸੁਲਤਾਨ ਹੈ। ਹਾਂਜੀ ਨਿਜਤਾ ਰਹਾਓ ਯਾਦ ਇਹੀ ਪਰਮਲ ਮਹਿਕੰਦਾ। ਕਹਿੰਦੇ ਹੁਣ ਪ੍ਰੋਬਲਮ ਕੀ ਹੈਗੀ? ਕਿਉਂ ਨਹੀਂ ਇਨਸਾਨ ਭਗਤੀ ਕਰਦਾ? ਕਿਉਂ ਨਹੀਂ ਜਿਹੜਾ ਧਿਆਨ ਸਿਮਰਨ ਕਰਦਾ? ਕਹਿੰਦੇ ਪ੍ਰੋਬਲਮ ਬਹੁਤ ਵੱਡੀ ਹੈ। ਪ੍ਰੋਬਲਮ ਆਹੀ ਹੈ, ਆਹੀ ਸਵਾਦ ਜਿਹੜੇ ਹੈਗੇ, ਆਹ ਜੋ ਕੁਛ ਦਿਸ ਰਿਹਾ ਹੈ, ਰੂਪ, ਪਰਾਇਆ ਤਨ, ਪਰਾਇਆ ਜਿਹੜਾ ਹੈਗਾ ਸਾਰਾ ਜਿਹੜਾ ਜੋ ਮਾਲਕ ਪਰਮਾਤਮਾ ਨੇ ਦੁਨੀਆ ਬਣਾਈ ਹੋਈ ਆ, ਇਹ ਆਕਾਰ ਜਿਹੜਾ ਹੈਗਾ ਇਹਦੀ ਵਜ੍ਹਾ ਨਾਲ ਹੋ ਰਿਹਾ ਸਾਰਾ ਕੁਛ। ਆਹ ਸਰੀਰ, ਆਪਣਾ ਸਰੀਰ ਜਿਹੜਾ ਹੈ ਦਿਸ ਰਿਹਾ ਇਨਸਾਨ ਨੂੰ। ਯਾ ਦੇਹੀ ਪਰਮਲ ਮਹਿਕੰਦਾ। ਕਹਿੰਦੇ ਇੰਨੇ ਸੈਂਟ ਲਾਉਂਦਾ ਹੈ ਦੇਹੀ ਨੂੰ। ਇਕੱਲੇ ਸੈਂਟ ਦੀ ਗੱਲ ਨਹੀਂ ਹੈ,
ਇਸ ਸਰੀਰ ਨੂੰ ਜਿਹੜਾ ਹੈਗਾ ਆਪਾਂ ਸਰੀਰ ਦੇ ਵਾਸਤੇ ਹੀ ਸਾਰਾ ਕੁਝ ਕਰਦੇ ਹਾਂ। ਸਰੀਰ ਨੂੰ ਹੀ ਸਾਰਾ 24 ਘੰਟੇ ਦੇਖ ਲਓ, 24 ਘੰਟੇ ਕੀ ਸਾਰੀ ਉਮਰ ਜਿਹੜਾ ਹੈ ਸਰੀਰ ਨੂੰ ਆਪਾਂ ਸਰੀਰ ਤੋਂ ਉੱਪਰ ਉੱਠਦੇ ਹੀ ਨਹੀਂ ਹੈ। ਆਹੀ ਕਬੀਰ ਜੀ ਕਹਿ ਰਹੇ ਆ, ਯਾਦ ਇਹੀ ਪਰਮਲ ਮਹਿਕੰਦਾ ਤਾਂ ਸੁਖ ਵਿਸਰੇ ਪਰਮਾਨੰਦਾ। ਕਹਿੰਦੇ ਆ ਸੁੱਖ ਜਿਹੜੇ ਤੂੰ ਦੁਨੀਆ ਦੇ ਭੋਗ ਰਿਹਾ ਆ, ਇਸੇ ਦੇ ਨਾਲ ਤਾਂ ਉਹ ਪਰਮ ਆਨੰਦ ਵਾਲਾ ਮਾਲਕ ਪਰਮਾਤਮਾ ਭੁੱਲ ਜਾਂਦਾ ਹੈ ਤੈਨੂੰ। ਆਹੀ ਤਾਂ ਪ੍ਰੋਬਲਮ ਹੈਗੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਯਾਦ ਇਹ ਇਹੀ ਜਿਹੜਾ ਸਰੀਰ ਆ, ਆਹ ਵਾਲਾ ਸਰੀਰ ਆ, ਇਹ ਦੇਹੀ ਆ। ਦੇਖ ਲਓ ਇਹਦੇ ਨਾਲ ਆਪਣੀ ਇੰਨੀ ਜ਼ਿਆਦਾ ਅਟੈਚਮੈਂਟ ਹੈ ਨਾ। ਅਸਲ ਦੇ ਵਿੱਚ ਤੁਸੀਂ ਦੇਖੋਗੇ ਨਾ, ਤੁਸੀਂ ਤੁਹਾਡੇ ਆਲੇ ਦੁਆਲੇ ਜਿਹਨੂੰ ਤੁਸੀਂ ਪਿਆਰ ਕਰਦੇ ਜੋ ਨਾ, ਉਹ ਪਿਆਰ ਤੁਸੀਂ ਕਿਸੇ ਨੂੰ ਨਹੀਂ ਕਰਦੇ, ਤੁਸੀਂ ਆਪਣੇ ਆਪ ਨੂੰ ਹੀ ਪਿਆਰ ਕਰਦੇ ਜੋ। ਉਹ ਜਦੋਂ ਬੰਦਾ ਦੁਖੀ ਹੁੰਦਾ ਨਾ, ਤਾਂ ਤੁਹਾਡੀ ਕੋਸ਼ਿਸ਼ ਹੁੰਦੀ ਕਿਸ ਤਰੀਕੇ ਨਾਲ ਉਹਨੂੰ ਮਨਾਇਆ ਜਾਵੇ, ਉਹਨੂੰ ਸੁਖੀ ਕੀਤਾ ਜਾਵੇ, ਕਿਉਂਕਿ ਉਹਦਾ ਦੁੱਖ ਜਿਹੜਾ ਵਾ ਉਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਕਿ ਤੁਹਾਡੀ ਅਟੈਚਮੈਂਟ ਉਸ ਬੰਦੇ ਦੇ ਨਾਲ ਹੈ, ਤੇ ਉਹਦੇ ਜੇ ਖੁਸ਼ ਰਹਿੰਦਾ ਹੈ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਹਾਂ, ਉਹ ਦੁਖੀ ਹੋ ਗਿਆ ਨਾ, ਤੁਹਾਨੂੰ ਕਾਫੀ ਵੱਡੀ ਪ੍ਰੋਬਲਮ ਹੋ ਜਾਣੀ। ਤੁਸੀਂ ਕੋਸ਼ਿਸ਼ ਕਰਨੀ ਉਹਨੂੰ ਮਨਾਇਆ ਜਾਵੇ। ਇਸੇ ਲਈ ਕਹਿੰਦੇ ਕਿ ਜਿਹੜੀ ਦੇਹੀ ਹੈ, ਜਿਹਨੂੰ ਆਪਾਂ ਸਵਾਰਦੇ ਹਾਂ, ਚਲੋ ਦੇਹੀ ਵਧੀਆ ਚੀਜ਼ ਦੀ ਮੇਨਟੇਨੈਂਸ ਆਪਾਂ ਨੂੰ ਕਰਕੇ ਰੱਖਣੀ ਚਾਹੀਦੀ। ਨਹਾਉਣਾ ਨੂਣਾ, ਇਹਦੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ। ਤੇ ਪਰ ਕਹਿੰਦੇ ਕਿ ਇਹ ਨਾ ਹੋਵੇ ਕਿ ਤੁਸੀਂ ਸੁੱਖਾਂ ਦੇ ਵਿੱਚ ਪ੍ਰਮਾਤਮਾ ਨੂੰ ਭੁੱਲ ਜਾਓ। ਸੁੱਖ ਬੜੇ, ਇਸ ਲਈ ਬਾਣੀ ਤੇ ਖਾਸ ਕਰਕੇ ਕਿਹਾ, ਦੁੱਖ ਦਾਰੂ ਸੁੱਖ ਰੋਗ ਪਿਆ। ਉਹ ਕਹਿੰਦੇ ਦੁੱਖ ਜਿਹੜਾ ਉਹ ਦਾਰੂ ਆ। ਕਿਉਂ ਦਾਰੂ ਆ? ਮੇਰੀਆਂ ਅੱਖਾਂ ਥੋੜੀਆਂ ਨਹੀਂ ਖੁੱਲੀਆਂ ਰਹਿੰਦੀਆਂ ਨੇ, ਮੈਨੂੰ ਸੰਸਾਰ ਦੇ ਬਾਰੇ ਪਤਾ ਲੱਗਦਾ। ਪਰ ਜਦੋਂ ਸੁੱਖ ਆ ਗਿਆ ਨਾ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕੀ ਪ੍ਰੋਬਲਮ ਹੋਣੀ ਆ? ਤੁਸੀਂ ਰੱਬ ਨੂੰ ਭੁੱਲ ਜਾਣਾ। ਕਿਸੇ ਨੂੰ ਨਹੀਂ ਭੁੱਲਣਾ। ਸਭ ਤੋਂ ਪਹਿਲਾਂ ਇਨਸਾਨ ਰੱਬ ਨੂੰ ਭੁੱਲਦਾ। ਇਸ ਲਈ ਬਾਣੀ ਕਹਿੰਦੀ ਮਾਇਆ ਧਾਰੀ ਅੰਨਾ ਬੋਲਾ, ਹੱਥ ਅੰਨਾ ਬੋਲਾ, ਅੱਤ ਦਾ ਨਾ ਬੋਲਾ। ਇਸ ਲਈ ਸੁੱਖ ਬਹੁਤ ਖਤਰਨਾਕ ਹੈ। ਜੇਕਰ ਜ਼ਿਆਦਾ ਸੁੱਖ ਆ ਗਿਆ ਤੇ ਫਿਰ ਬੰਦੇ ਦੇ ਪਾਗਲਪਨ ਇੰਨਾ ਵੱਧ ਜਾਣਾ, ਉਹਨੇ ਦੇਖਣਾ ਨਹੀਂ ਕੁਛ। ਉਹਨੂੰ ਰੱਬ ਕੀ, ਉਹਨੂੰ ਕੋਈ ਵੀ ਚੇਤੇ ਨਹੀਂ ਆਉਣਾ। ਹੋ ਸਕਦਾ ਉਹਨੂੰ ਘਰ ਦੇ ਵੀ ਨਾ ਦਿਖਾਈ ਦੇਣ। ਹਾਂਜੀ ਨਹੀਂ ਸਰ। ਹੁਣ ਅੱਗੇ ਦੇਖੋ ਕਿੰਨੀ ਜ਼ਬਰਦਸਤ ਗੱਲ ਕਰ ਰਹੇ ਕਬੀਰ ਜੀ। ਕੂਟਾ ਏਕ ਪੰਚ ਪਨਿਹਾਰੀ। ਕੂਟਾ ਕਹਿੰਦੇ ਆ, ਇਹ ਨਾ ਸ਼ਬਦ ਅੱਜ ਸਵੇਰੇ ਵੀ ਅਸੀਂ ਕੀਤਾ ਸੀਗਾ। ਕੂਟਾ ਏਕ ਪੰਚ ਪਨਿਹਾਰੀ। ਕੂਟਾ ਕਹਿੰਦੇ ਆ ਖੂਹ। ਕਹਿੰਦੇ ਇੱਕ ਖੂਹ ਹੈਗਾ ਇਨਸਾਨ ਦੇ ਅੰਦਰ, ਉੱਥੇ ਪ੍ਰਾਣ ਸ਼ਕਤੀ ਪਈ ਹੋਈ ਆ। ਪ੍ਰਾਣ ਸ਼ਕਤੀ ਦਾ ਉਹ ਜਲ ਕਹਿ ਲਓ, ਉਹ ਪ੍ਰਾਣ ਸ਼ਕਤੀ ਬਹੁਤ ਭਰੀ ਪਈ ਹੈ ਇਨਸਾਨ ਦੇ ਕੋਲ। ਕੂਟਾ ਇੱਕ ਖੂਹ ਹੈਗਾ ਉਹਦੇ ਅੰਦਰ, ਪੰਜ ਪਨਿਹਾਰੀ ਹੈ। ਪਰ ਉਹ ਪ੍ਰਾਣ ਸ਼ਕਤੀ ਜਿਹੜੀ ਹੈਗੀ, ਉਹ ਦਵਾ ਦਬ ਜਿਹੜੀਆਂ ਹੈਗੀਆਂ, ਪੰਜ ਜਿਹੜੀਆਂ ਹੈਗੀਆਂ ਗਿਆਨ ਇੰਦਰੀਆਂ, ਅੱਖਾਂ, ਕੰਨ, ਨੱਕ, ਜੀਭ, ਇਹ ਚਮੜੀ, ਆ ਗਿਆਨ ਇੰਦਰੀਆਂ ਫਟਾਫਟ ਕੱਢੀ ਜਾ ਰਹੀਆਂ ਉਹ ਪ੍ਰਾਣ ਸ਼ਕਤੀ ਨੂੰ, ਔਰ 9 ਦਰਵਾਜ਼ਿਆਂ ਤੋਂ ਬਾਹਰ ਯੂਜ਼ ਕਰੀ ਜਾ ਰਹੀਆਂ ਹੈ। ਪੂਰਾ ਜਲ ਜਿਹੜਾ ਹੈਗਾ, ਪੂਰੀ ਪ੍ਰਾਣ ਸ਼ਕਤੀ ਇਹ ਥੱਲੇ ਨੂੰ ਹੀ ਜਾਈ ਜਾ ਰਹੀ ਹੈ, ਉੱਪਰ ਦਸਮ ਦੁਆਰ ਵੱਲ ਨੂੰ ਤਾਂ ਜਰਾ ਵੀ ਨਹੀਂ ਜਾ ਰਹੀ। ਕੂਟਾ ਇੱਕ ਪੰਜ ਪਨਿਹਾਰੀ, ਔਰ ਲਗਾਤਾਰ ਡੇ ਨਾਈਟ ਜਿਹੜੀਆਂ ਹੈਗੀਆਂ ਉਹ ਪ੍ਰਾਣ ਸ਼ਕਤੀ ਕੱਢ ਰਹੀਆਂ ਹੈ ਭਾਈ, ਉਹ ਪਾਣੀ ਕੱਢ ਰਹੀਆਂ ਪ੍ਰਾਣ ਸ਼ਕਤੀ ਉਹ ਖੂਹ ਦੇ ਵਿੱਚੋਂ। ਕੂਟਾ ਇੱਕ ਭਰਨ ਵਾਲੀਆਂ 5 ਹੈਗੀਆਂ, ਦੇਖ ਲਓ, ਕੱਢਣ ਵਾਲੀਆਂ ਇੱਕ ਖੂਹ ਦੇ ਅੰਦਰੋਂ। ਕੂਟਾ ਇੱਕ ਪੰਚ ਪਨਿਹਾਰੀ, ਟੂਟੀ ਲਾਜ ਭਰੈ ਮਤ ਹਾਰੀ। ਕਹਿੰਦੇ ਲਾਜ ਟੁੱਟ ਗਈ ਤੇ ਬਸ ਹੋਣਾ ਕੀ ਆਖਰੀ ਦੇ ਵਿੱਚ? ਕਹਿੰਦੇ ਆਖਰੀ ਦੇ ਵਿੱਚ ਜਿਹੜਾ ਹੈਗਾ ਇਨਸਾਨ ਦੀ ਉਮਰ ਖਤਮ ਹੋ ਜਾਣੀ ਹੈ, ਔਰ ਜਿਹੜਾ ਹੈਗਾ ਇਹ ਨਾ ਉਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਰਹਿਣੀਆਂ ਨਹੀਂ ਹੈ। ਉੱਥੇ ਫਿਰ ਜਵਾਬ ਦੇਣਾ ਹੈ ਬਸ। ਉੱਥੇ ਜਿਹੜਾ ਹੈਗਾ ਬਸ ਲੇਖਾ ਦੇਣਾ ਬਾਕੀ ਰਹਿ ਜਾਣਾ ਹੈ, ਔਰ ਸਰੀਰ ਚਲੇ ਜਾਣਾ ਹੈ, ਆ ਚਾਂਸ ਚਲੇ ਜਾਣਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਆ, ਭਾਈ ਮੈਂ ਤਾਂ ਨਾ ਉਹਦੀ ਰੱਸੀ ਤੋੜ ਦਿੱਤੀ ਹੈ। ਲਾਜ ਜਿਹਦੇ ਨਾਲ ਪਾਣੀ ਭਰਦੇ ਆ ਨਾ, ਕਹਿੰਦੇ 5 ਗਿਆਨ ਇੰਦਰੀਆਂ, ਮੈਂ ਤਾਂ ਸੁਰਤ ਹੀ ਆਪਣੀ ਹਟਾ ਲਈ ਉਹਦੇ ਵਿੱਚੋਂ। ਸੁਰਤ ਹਟਾ ਕੇ ਮੈਂ ਦਸਮ ਦੁਆਰ ਵੱਲ ਜਿਹੜਾ ਹੈਗਾ, ਮਨ ਦੇ ਵੱਲ ਸੁਰਤ ਕਰ ਲਈ ਮੈਂ ਆਪਣੀ। ਜਿਹੜੀ ਭਰਨ ਦੀ ਮੱਤ ਹੀ ਜਿਹੜੀ ਹੈਗੀ, ਹੁਣ ਉਹ ਮੇਰੇ ਭਰ ਹੀ ਨਹੀਂ ਸਕਦੀਆਂ। ਸੁਰਤ ਤੋਂ ਬਗੈਰ, ਮਨ ਤੋਂ ਬਗੈਰ ਉਹ ਭਰ ਨਹੀਂ ਸਕਦੀਆਂ। ਟੂਟੀ ਲਾਜ ਭਰੈ ਮਤ ਹਾਰੀ, ਭਰਨ ਦੀ ਮੱਤ ਹਾਰ ਗਈ, ਖਤਮ ਹੋ ਗਈ। ਕਹੋ ਕਬੀਰ ਇੱਕ ਬੁੱਧ ਵਿਚਾਰੀ। ਕਿਵੇਂ ਹੋ ਗਈ? ਕਹਿੰਦੇ ਮੈਨੂੰ ਗਿਆਨ ਮਿਲਿਆ, ਮੈਨੂੰ ਵਿਵੇਕ ਬੁੱਧੀ ਮਿਲੀ, ਮੈਨੂੰ ਗੁਰੂ ਦੀ ਮੱਤ ਮਿਲ ਗਈ, ਮੈਨੂੰ ਬ੍ਰਹਮ ਗਿਆਨ ਮਿਲ ਗਿਆ। ਮੈਂ ਉਹਨੂੰ ਵਿਚਾਰਿਆ, ਤਾਂ ਧਿਆਨ ਸਿਮਰਨ ਕੀਤਾ, ਬਈ ਸੁਰਤ ਆਪਣੀ ਹਟਾ ਲਾ, ਆਪਣਾ ਆਟੋਮੈਟਿਕਲੀ ਕੰਮ ਕਰੋ। ਲੋ ਓਂਕਾਰ ਜਿਹੜੇ ਆ ਬਸ ਦੇ ਵਿੱਚ ਆ ਜਾਣਗੇ। ਇਹ ਭਰ ਹੀ ਨਹੀਂ ਸਕਦੇ, ਇੱਕ ਬੂੰਦ ਨਹੀਂ ਭਰ ਸਕਦੇ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਿਹਾਰੀ।
ਕਹਿੰਦੇ ਲਓ ਉਹ ਖੂਹ ਜਿਹੜਾ ਜਿੱਥੋਂ ਭਰਦੀਆਂ ਸੀਗੀਆਂ ਉਹਨਾਂ ਦਾ ਪਨਿਹਾਰੀਆਂ ਸਾਰੀਆਂ ਗਾਇਬ ਹੋ ਗਈਆਂ ਔਰ ਸਿੱਧਾ ਜਿਹੜਾ ਹੈਗਾ ਹੁਣ ਮੇਰੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਉਹ ਸੁਰਤ ਆਤਮਾ ਵੱਲ ਨੂੰ ਜਿਹੜੀ ਹੈਗੀ ਆ ਉਧਰ ਨੂੰ ਯੂਜ਼ ਹੋ ਰਹੀ ਹੈ। ਹਾਂਜੀ ਵੀਰ ਜੀ। ਹਾਂਜੀ, ਇੱਥੇ ਕਬੀਰ ਜੀ ਨੇ ਬੜਾ ਕਲੀਅਰਲੀ ਤੇ ਬਹੁਤ ਕੰਮ ਦੀ ਗੱਲ ਕਰ ਦਿੱਤੀ ਹੈ। ਇਹ ਨੁਕਤਾ ਬਹੁਤ ਤਗੜਾ ਹੈ। ਇਹ ਵਿਵੇਕ ਬੁੱਧੀ ਦੀ ਗੱਲ ਕਰਦੇ ਆ। ਵਿਵੇਕ ਬੁੱਧੀ ਆਤਮ ਗਿਆਨ ਤੋਂ ਵੀ ਆਪਣੇ ਆਪ ਹੀ ਮਿਲਣੀ ਹੈ ਤੇ ਸੰਗਤ ਚੋਂ ਵੀ ਮਿਲਦੀ ਹੈ, ਪਰ ਸੰਗਤ ਸਹੀ ਹੋਣੀ ਚਾਹੀਦੀ ਤੁਹਾਡੇ ਕੋਲ। ਜਿੱਦਾਂ 12 ਘੰਟੇ ਤੁਸੀਂ ਸੰਸਾਰ 'ਚ ਰਹਿੰਦੇ ਜੋ, ਅੱਧਾ ਘੰਟਾ 45 ਮਿੰਟ ਆਹ ਸੰਗਤ ਕਰਦੇ, ਜੇ ਉਹ ਤੋਂ ਬੜਾ ਗਿਆਨ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਇਹ ਅੰਦਰ ਤੁਹਾਡੇ ਐਡਜਸਟਮੈਂਟ ਕਰਦਾ। ਇਹ ਜਿਹੜੀਆਂ ਫਾਲਤੂ ਦੇ ਜਿਹੜੇ ਪ੍ਰੋਗਰਾਮ ਹੁੰਦੇ, ਵਾਇਰਸ ਹੁੰਦੇ, ਉਹਨਾਂ ਨੂੰ ਕੱਟਦਾ। ਕਿਉਂਕਿ ਤੁਹਾਡਾ ਮਨ ਜਿਹੜਾ ਨਾ, ਮਨ ਨੂੰ ਸਬੂਤ ਚਾਹੀਦਾ। ਮਨ ਬਿਨਾਂ ਕਾਰਨ ਤੋਂ ਚੀਜ਼ ਨੂੰ ਐਕਸੈਪਟ ਨਹੀਂ ਕਰਦਾ। ਤੁਹਾਡਾ ਉਹਨੂੰ ਸਬੂਤ ਚਾਹੀਦਾ, ਕਨਵੇ ਇਹਨੂੰ ਕਰਨਾ ਪਊਗਾ। ਉਹਨੂੰ ਕਹਿੰਦੇ ਕਾਉਂਸਲਿੰਗ। ਕਾਉਂਸਲਿੰਗ ਦਾ ਮਤਲਬ ਕੀ ਹੈ ਕਿ ਚਰਨਜੀਤ, ਇਹ ਤੇਰੇ ਸਰੀਰ 'ਚ ਨੁਕਸ ਪੈ ਗਿਆ, ਪਰ ਇਹ ਨੁਕਸ ਤੇਰਾ ਖਤਮ ਨਹੀਂ ਹੋਣਾ। ਇਹਦੇ ਨਾਲ ਜੀਵਨ ਬਤੀਤ ਕਰਨਾ ਪਊਗਾ। ਡਾਕਟਰ ਮੈਨੂੰ ਸਮਝਾਉਂਦਾ ਹੈ ਤੇ ਬਸ ਮੇਰੇ ਦਿਮਾਗ 'ਚ ਗੱਲ ਪੈ ਜਾਂਦੀ ਹੈ ਕਿ ਇਹ ਜਿਹੜੀ ਚੀਜ਼ ਹੋ ਗਈ ਹੈ, ਇਹਨੇ ਠੀਕ ਨਹੀਂ ਹੋਣਾ, ਹਨਾ। ਬਿਲਕੁਲ। ਹੁਣ ਜਦੋਂ ਕਾਉਂਸਲਿੰਗ ਹੁੰਦੀ ਹੈ ਬਾਣੀ ਦੇ ਨਾਲ ਆਪਣੀ, ਤੇ ਬਾਣੀ ਦੇ ਨਾਲ ਫਿਰ ਇੱਕ ਬੰਦਾ ਨਹੀਂ, ਕਿੰਨੇ ਗੁਰੂ ਬੈਠੇ ਨੇ, ਕਿੰਨੇ ਭਗਤ ਬੈਠੇ ਨੇ, ਕਿੰਨੇ ਸੰਤ ਬੈਠੇ ਨੇ, ਉਹ ਸਾਰੇ ਸਾਡੀ ਕਾਉਂਸਲਿੰਗ ਕਰਦੇ ਆ। ਸਾਡੇ ਦਿਮਾਗ ਦੇ ਨਾਲ ਜਿਹੜਾ ਗੜਬੜੀ ਹੋਈ ਹੈ ਉਹਨੂੰ ਸਹੀ ਕਰਦੇ ਆ, ਔਰ ਕਾਉਂਸਲਿੰਗ ਕਰਕੇ ਫਿਰ ਕਰਦੇ ਆ ਕਿ ਸਾਨੂੰ ਸਮਝਾਉਂਦੇ ਆ। ਸਾਡੇ ਅੰਦਰ ਬੁੱਧੀ ਆਉਂਦੀ ਹੈ, ਪਰ ਬੁੱਧੀ ਜਿਵੇਂ ਜਿਵੇਂ ਤੁਹਾਡੇ ਅੰਦਰ ਆਉਂਦੀ ਗਈ ਨਾ, ਤੁਹਾਨੂੰ ਖੁਦ ਪਤਾ ਲੱਗ ਜਾਣਾ ਕਿ ਇਹ ਬੰਦਾ ਗੱਪਾਂ ਮਾਰਨ ਡਿਆ। ਬਿਲਕੁਲ। ਮਨ ਜਿਹੜਾ ਹੈਗਾ, ਮਨ ਨੇ ਮੰਨ ਜਾਣਾ ਹੈ। ਫਿਰ ਇਹਦੇ ਨਾਲ ਗਿਆਨ ਨਾਲ ਮਨ ਮੰਨ ਜਾਂਦਾ ਹੈ। ਹਾਂ, ਕਾਉਂਸਲਿੰਗ ਦੇ ਨਾਲ ਮਨ ਨੇ ਮੰਨ ਜਾਣਾ। ਜਬ ਜਾਣਾ ਤਬ ਹੀ ਮਾਨਾ। ਪਹਿਲਾਂ ਨੇ ਏਦਾਂ ਨਹੀਂ ਸੁਣਦਾ। ਹੁਣ ਉਹਨੇ ਤੁਹਾਡੇ ਅੰਦਰ ਵੀ, ਮੰਨ ਲਓ ਤੁਹਾਡੇ ਵੀ ਜੇ ਕਿੱਲੀ ਦੀ ਗਲਤ ਗੱਡੀ ਹੋਈ ਨਾ, ਇੱਧਰ ਉੱਧਰ ਫਸੇ ਹੋਏ ਜੋ, ਤੁਸੀਂ ਆਪਣੇ ਆਪ ਹੀ ਹੱਥ ਆਪਣਾ ਸਵਾਰ ਕੱਟ ਲੈਣਾ। ਤੇ ਤੁਹਾਡੇ ਮਨ ਨੂੰ ਪਤਾ ਲੱਗ ਗਿਆ ਮੈਂ ਜਿੱਥੇ ਬੈਠਾ ਗਲਤ ਜਗ੍ਹਾ, ਉਹ ਗਲਤ ਜਗ੍ਹਾ ਨਹੀਂ ਸਹੀ ਹੈਗੀ। ਹਾਂ, ਹੁਣ ਉੱਥੇ ਕੀ ਬੁੱਧੀ ਆ ਗਈ ਨਾ। ਉੱਥੇ ਹੁਣ ਇੱਥੇ ਕਹਿੰਦੇ ਕੂਟਾ। ਹਾਂਜੀ ਹਾਂਜੀ। ਕੂਟਾ ਏਕ ਪੰਚ ਪਨਿਹਾਰੀ, ਟੂਟੀ ਲਾਜ ਭਰੇ ਮਤ ਹਾਰੀ। ਹਾਂ, ਤੇ ਇਹ ਟੂਟੀ ਲਾਜ ਭਰੇ ਮਤ ਹਾਰੀ ਮਤਲਬ ਕੀ? ਰੱਸੀ ਲਾਜ ਜਿਹਦੇ ਭਰ ਰਹੀਆਂ ਸੀ, ਪੰਜ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਮੇਰੀ ਸੁਰਤ ਦੇ ਨਾਲ ਜਿਹੜੀਆਂ ਭਰ ਰਹੀਆਂ ਸੀਗੀਆਂ, ਮੇਰੀ ਸੁਰਤ ਲੱਗੀ ਹੋਈ ਸੀ ਉਹਨਾਂ ਦੇ ਨਾਲ। ਉਹ ਲਾਜ ਹੈਗੀ, ਰੱਸੀ ਹੈਗੀ, ਮੈਂ ਲਾਜ ਹੀ ਤੋੜਤੀ, ਆਪਣੀ ਸੁਰਤ ਹੀ ਹਟਾ ਲਈ। ਆਪਣੀ ਸੁਰਤ ਮੈਂ ਜਿਹੜਾ ਆਤਮਾ ਵੱਲ ਨੂੰ ਲੀਨ ਕਰ ਦਿੱਤੀ, ਤੇ ਉਹਨਾਂ ਕੋਲ ਰੱਸੀ ਨਹੀਂ। ਹੁਣ ਕਿਵੇਂ ਭਰ ਲੈਣਗੀਆਂ? ਕਰ ਲੈਣ ਜਿੰਨੀ ਢਿੱਲ, ਉਹ ਵੀ ਬਹਿ ਗਈਆਂ ਆਰਾਮ ਨਾਲ। ਹਾਂ, ਨਿੱਜਰ ਸਾਹਿਬ ਇੱਥੇ ਉਹ ਕਹਿ ਰਹੇ ਨੇ ਕਿ ਜਿਹੜੀ ਬੁੱਧੀ ਰੂਪੀ ਇੱਕ ਮੇਰੇ ਅੰਦਰ ਤੱਤ ਸੀ, ਉਹ ਰੱਸੀ ਸੀ। ਉਹ ਕੀ ਕਰਦੀ ਕਿ ਮੇਰੇ ਅੰਦਰ ਜਿਹੜਾ ਅੰਤਰ, ਜਿਹੜਾ ਸਾਡੇ ਅੰਦਰ ਕੁੰਡ ਹੈਗਾ, ਅੰਮ੍ਰਿਤ ਕੁੰਡ ਕਹਿੰਦੇ ਉਹਨੂੰ ਆਪਾਂ ਅਧਿਆਤਮਿਕ ਸਫ਼ਰ ਤੇ ਜਦੋਂ ਆਪਾਂ ਚੱਲਦੇ ਉਹਨੂੰ ਅੰਮ੍ਰਿਤ ਕੁੰਡ ਕਹਿੰਦੇ ਹਾਂ। ਉੱਥੇ ਸਾਨੂੰ ਅੰਮ੍ਰਿਤ ਮਿਲਦਾ ਹੈ ਪਰਮਾਤਮਾ ਦੇ ਵੱਲੋਂ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ। ਇਹ ਜਿਹੜੀਆਂ ਸਾਡੀਆਂ ਇੰਦਰੀਆਂ ਨਾ, ਉਸ ਅੰਮ੍ਰਿਤ ਕੁੰਡ ਚੋਂ ਅੰਮ੍ਰਿਤ ਚੋਰੀ ਕਰਦੀਆਂ ਨੇ। ਔਰ ਉਹ ਚੋਰੀ ਕਰਨ ਦੇ ਵਿੱਚ ਇਹ ਪਤਾ ਕਿ ਇਹ ਕਹਿੰਦੇ ਕੁੱਤੀ ਤੇ ਚੋਰ ਰਲ ਜਾਂਦੇ ਆ। ਕੁੱਤੀ ਦਾ ਮਤਲਬ ਹੈਗਾ ਬੁੱਧੀ। ਬੁੱਧੀ ਕਹਿੰਦੀ ਹੈ ਚਰਨਜੀਤ ਚੁੱਕ ਲੈ ਪੈਸੇ, ਕੋਈ ਨਹੀਂ ਦੇਖਦਾ, 5 ਲੱਖ ਰੁਪਈਆ ਹੀ ਫਲਾਨਾ ਆਪਣੇ ਸਾਰੇ ਕੰਮ ਹੋ ਜਾਣੇ। ਰਾਤ ਨੂੰ ਕੰਧ ਟੱਪ ਤੇ ਫਲਾਨਾ ਕੰਮ ਕਰ ਗਿਆ। ਬੁੱਧੀ ਤਾਂ ਕਹਿੰਦੀ, ਬੁੱਧੀ ਤੇ ਕਹਿੰਦੀ ਫਲਾਨਾ ਕੰਮ ਚੱਕ ਲੈ ਪੈਸੇ। ਆ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਕੌਣ ਵਿੰਦਾ ਪਿਆ? ਕਿਹੜੀਆਂ ਕਿਤਾਬਾਂ, ਉਹ ਕਿਹੜਾ ਪਰਮਾਤਮਾ ਤੈਨੂੰ ਪਤਾ? ਉਹ ਵੀ ਸਾਹਮਣੇ ਇੱਕ ਬੰਦਾ ਤੇਰੇ ਸਾਹਮਣੇ ਵੀ ਕਿੱਡਾ ਵੱਡਾ ਮਹਿਲ ਪਾਇਆ, ਉਹਨੂੰ ਕੀ ਹੋ ਗਿਆ? ਤੈਨੂੰ ਕੀ ਹੋ ਜਾਊਗਾ? ਏਦਾਂ ਕਰਦੀ ਹੈ ਬੁੱਧੀ ਤੁਹਾਡੇ ਨਾਲ। ਵੇਖੋ, ਤੈਨੂੰ ਕਨਵਿੰਸ ਕਰਦੀ ਹੋ। ਕੁਛ ਨੀ ਹੁੰਦਾ ਯਾਰ। ਆ ਵੀ MLA ਕਿੰਨੀ ਚੋਰੀ ਕਰਨ ਦਿਆ, ਇਹਨੂੰ ਕੁਛ ਨੀ ਹੁੰਦਾ। ਵੀ ਕਿੱਡਾ ਸੁਖੀ, ਕਿੰਨੀਆਂ ਗੱਡੀਆਂ ਲੈ ਕੇ ਘੁੰਮਣ ਦਿਆ। ਬੁੱਧੀ ਏਦਾਂ ਹੀ ਬੰਦੇ ਨੂੰ ਕਰਦੀ ਆ। ਉਹ ਵੀ ਦੇਖੋ ਫਲਾਨੀ ਜਨਾਨੀ ਏਡੀ ਮਾੜੀ ਕਰੈਕਟਰਲੈਸ ਹੈ, ਉਹਨੂੰ ਕੀ ਹੋ ਗਿਆ? ਤੇ ਤੂੰ ਵੀ ਕਿਆ ਫਲਾਣਾ ਕੰਮ ਕਰ ਗਿਆ? ਇਹ ਤਾਂ ਬੁੱਧੀ ਸਮਝਾਉਂਦੀ ਹੈ ਤੁਹਾਨੂੰ। ਪਰ ਬਾਣੀ ਕਹਿੰਦੀ ਨਾ, ਉਹ ਬੁੱਧੀ ਨੂੰ ਰੂਪੀ ਜਿਹੜੀ ਹੈਗੀ ਰੱਸੀ ਮੈਂ ਤੋੜ ਦੂੰਗਾ, ਮੈਂ ਵੱਢ ਦਿੱਤੀ ਆਵੇ ਟੂਟੀ। ਆ ਕਹਿੰਦੇ ਨਾ ਟੂਟੀ ਲਾਜ ਭਰੇ ਮਤ ਹਾਰੀ। ਹੁਣ ਕਹਿੰਦੇ ਕਿ ਉਹ ਜਿਹੜੀ ਰੱਸੀ ਉਹ ਤੋੜ ਦਿੱਤੀ ਹੁਣ, ਕਿਉਂਕਿ
ਉਹ ਖੂਹ ਦੇ ਚ ਨਜਿਸ ਉਹੀ ਕੱਢ ਰਹੀ ਸੀ ਨਾ। ਹਾਂ ਉਹੀ ਤਾਂ ਕੱਢ ਰਹੀ ਸੀ, ਕਹਿੰਦੀ ਉਹ ਮੱਤ ਹੀ ਖਤਮ ਹੋ ਗਈ ਹੁਣ, ਮੇਰੀ ਕੁਮੱਤ ਜਿਹੜੀ ਹੈਗੀ ਆ ਉਹ ਭੈੜੀ ਮੱਤ ਜਿਹੜੀ ਹਾਰ ਗਈ ਹੁਣ। ਹਾਂ ਉਹ ਰੱਤੀ ਜਿਹੜੀ ਨਾ ਬਾਲਟੀ ਦੇ ਨਾਲ ਬੱਜੀ ਸੀ, ਤੇ ਜਿਹੜੀ ਉੱਥੋਂ ਅੰਮ੍ਰਿਤ ਕੱਢ ਕੇ ਮੇਰੇ ਕੋਲ ਮਾੜੇ ਕਰਮ ਕਰਾਉਂਦੀ ਸੀ ਇੰਦਰੀਆਂ ਦੇ, ਉਹ ਕਹਿੰਦੇ ਮੈਂ ਟੁੱਟ ਗਿਆ। ਅਗਲੀ ਬੋਲੋ, ਕਹੋ ਕਬੀਰ ਇੱਕ ਬੁੱਧੀ ਵਿਚਾਰੀ, ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨਿਹਾਰੀ। ਕਹਿੰਦੇ ਐਸੀ ਵਿਵੇਕ ਬੁੱਧੀ ਆ ਗਈ, ਐਸੀ ਵੀ ਉਹਨੂੰ ਮੈਂ ਵਿਚਾਰਿਆ, ਬ੍ਰਹਮ ਗਿਆਨ ਨੂੰ ਵਿਚਾਰਿਆ, ਤੇ ਕਹਿੰਦੇ ਹੁਣ ਉਹ ਖੂਹ ਜਿਹੜਾ ਹੈਗਾ ਨਾ ਉਹ ਕੂਟਾ ਨਾ ਪਨਿਹਾਰੀ, ਖੂਹ ਤੋਂ ਭਰਨ ਵਾਲੇ ਹੀ ਹੈ ਨਹੀਂਗੇ, ਨਾ ਉਹ ਖੂਹ ਹੈਗਾ, ਸਿੱਧੀ ਪ੍ਰਾਣ ਸ਼ਕਤੀ ਜਿਹੜੀ ਹੈ ਉੱਪਰ ਜਾ ਰਹੀ ਹੈ ਭਾਈ। ਹਾਂ ਫਿਰ ਮੈਂ ਬੁੱਧੀ ਤੇ ਵਿਚਾਰ, ਉੱਥੇ ਤੇ ਕੱਲੀ ਬੁੱਧੀ ਲਿਖੀ ਨਾ, ਤੇ ਉੱਥੇ ਲਿਖੇ ਕੱਲੀ ਬੁੱਧੀ ਲਿਖੀ ਹੈ, ਪਰ ਉਹ ਮੱਤ ਆ ਤੇ ਥੱਲੇ ਮੱਤ, ਉੱਤੇ ਮੱਤ ਆ। ਆਪਾਂ ਮੱਤ ਦਾ ਮਤਲਬ ਹੁੰਦਾ ਸਿੱਖਿਆ, ਇਹ ਫਰਕ ਲਿਓ। ਆਪਾਂ ਕਹਿ ਨੀ ਦਿੰਦੇ ਮੱਤ ਦਾ ਮਤਲਬ ਕਿਸੇ ਨੇ ਸਿਖਾ ਦਿੱਤਾ, ਉਹਨੂੰ ਮੱਤ ਕਹਿੰਦੇ ਨੇ, ਤੇ ਬੁੱਧੀ ਨੂੰ ਕਹਿੰਦੇ ਗਿਆਨ। ਜਿਹਾ ਫਰਕ ਜੇ, ਉੱਤੇ ਮੱਤ ਵਰਤੀ ਆ, ਥੱਲੇ ਬੁੱਧੀ ਵਰਤੀ ਹੈ। ਬਿਲਕੁਲ ਠੀਕ ਹੈ ਜੀ। ਹਾਂ ਮੱਤ ਦਾ ਮਤਲਬ ਆਪਾਂ ਆਮ ਨੀ ਕਹਿ ਦਿੰਦੇ, ਉਹ ਤੇਰੇ ਮਾਂ ਪਿਓ ਨੇ ਤੈਨੂੰ ਮੱਤ ਨੀ ਦਿੱਤੀ, ਆਏ ਗਏ ਨੂੰ ਸਤਿ ਸ੍ਰੀ ਅਕਾਲ ਬੁਲਾਈ ਦੀ ਆ, ਤੇਰੇ ਮਾਂ ਪਿਓ ਨੇ ਕੋਈ ਉਹਨੂੰ ਚੱਜ ਕਹਿ ਲਓ, ਕੋਈ ਚੀਜ਼ ਸੰਸਕਾਰ ਕਹਿ ਲਓ। ਮੱਤ ਦਾ ਮਤਲਬ ਸਿੱਖਿਆ, ਤੇ ਬੁੱਧੀ ਦਾ ਮਤਲਬ ਗਿਆਨ, ਵਿਵੇਕ, ਵਿਚਾਰ ਕਰਨਾ। ਬੁੱਧੀ ਵੀ ਇਕੱਲੀ ਨੀ ਲਿਖੀ, ਨਾਲ ਵਿਚਾਰ ਵੀ ਲਿਖਿਆ। ਬੁੱਧੀ ਦੇ ਨਾਲ ਜਦੋਂ ਵਿਚਾਰ ਆ ਜਾਂਦਾ ਨਾ ਤਾਂ ਬੜਾ ਗੱਲ ਗਹਿਰੀ ਹੋ ਜਾਂਦੀ ਹੈ। ਵਿਚਾਰ ਦਾ ਮਤਲਬ ਕੰਮ ਕਰਨ ਤੋਂ ਪਹਿਲਾਂ ਬੁੱਧੀ ਰੂਪੀ ਜਾਲੀ ਵਿੱਚ ਨਗਾਉਣਾ ਹੈ, ਕਰਮ ਨੂੰ ਫਿਲਟਰ ਕਰਨਾ ਹੈ, ਇਹਨੂੰ 2-4 ਵਾਰੀ 5 ਵਾਰੀ ਫਿਲਟਰ ਕੀਤਾ, ਤੇ ਜੋ ਵੀ ਉਹ ਚੀਜ਼ ਦੀਆਂ ਚੰਗਿਆਈਆਂ ਨੇ ਬੁਰਾਈਆਂ ਨੇ, ਕੀ ਹੋਣਾ ਹੈ, ਇਹ ਚੀਜ਼ ਮੈਂ ਆਹ ਕਰਾਂਗਾ ਤੇ ਅੱਗੇ ਚੱਲ ਕੇ ਕੀ ਹੋਊਗਾ, ਇਹ ਵਿਚਾਰ ਬੁੱਧੀ ਨੇ ਦੇਣਾ ਤੁਹਾਨੂੰ। ਬਿਲਕੁਲ ਬੁੱਧੀ ਨੇ ਰਿਜੈਕਟ ਕਰਨਾ। ਬੁੱਧੀ ਨੇ ਕਹਿਣਾ ਕਿ ਚਰਨਜੀਤ ਜੇ ਤੂੰ 15-16 ਸਾਲ ਸ਼ਰਾਬ ਪੀਏਗਾ ਤੇਰਾ ਲੀਵਰ ਖਰਾਬ ਹੋ ਜਾਊਗਾ, ਤੇ ਅੱਗੋਂ ਅੰਦਰੋਂ ਆਉਣਾ ਵਾ ਨਹੀਂ ਯਾਰ ਕੋਈ ਨੀ ਫਰਕ ਪੈਂਦਾ। ਉਹਨੇ ਕਹਿਣਾ ਆਵੇ ਗਵਾਂਢ ਕਿੰਨੇ ਬੰਦੇ ਮਰੇ, ਉਹਨਾਂ ਦੀ ਰਿਪੋਰਟਾਂ ਚੈੱਕ ਕਰ ਲਾ। ਤੈਨੂੰ ਬੁੱਧੀ ਨੇ ਵਿਚਾਰ ਕਰਕੇ ਤੇਰੇ ਸਾਹਮਣੇ ਜਿਸਾਰ ਖਾ ਰੱਖ ਦੇਣਾ। ਹਾਂ ਬਈ ਕੋਈ ਕਰਮ ਕਰਨਾ ਹੈ, ਮਾੜਾ ਕਰਮ ਕਰਨਾ ਹੈ, ਚਰਿੱਤਰਹੀਣ ਹੋ ਜਾਏਗਾ ਤੇ ਕੀ ਹੋਊਗਾ। ਬੁੱਧੀ ਨੇ ਕਹਿਣਾ ਵੇਖ ਲਾ ਫਲਾਣੇ ਬੰਦੇ ਨੇ ਆਪਣੀ ਘਰ ਬਰਬਾਦ ਕਰ ਲਈ, ਕਿੱਡਾ ਸੋਹਣਾ ਪਰਿਵਾਰ ਸੀ, 3-4 ਜੀ ਇਕੱਠੇ ਰਹਿੰਦੇ, ਜਿਵੇਂ ਰੋਲੂ ਹੋ ਗਏ, ਉਹਨਾਂ ਦਾ ਕੀ ਬਣਿਆ। ਹਾਂਜੀ ਇਹ ਸਾਰੀ ਜਿਹੜੀ ਆਪਾਂ ਨੂੰ ਗਿਆਨ ਹੈ ਬੁੱਧੀ ਨੇ ਕਰਾਉਣਾ। ਤੇ ਹੁਣ ਆਪਾਂ ਇੱਥੇ ਪਹੁੰਚ ਗਏ ਹਾਂ ਕਿ ਬੁੱਧੀ ਜਿਹੜੀ ਜੀਵਨ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਪਲੀਜ਼ ਕੋਈ ਵੀ ਕੰਮ ਕਰੋ, ਤੇ ਬਾਣੀ ਵਿੱਚ ਕਿਹਾ ਕਿ ਉਹ ਨਿਜ ਸਭ ਵਿਚਾਰ ਤੋਂ ਬਿਨਾਂ ਨਹੀਂ ਕਰਨਾ। ਦਾਨ ਤੇ ਕੀ ਕਰਨਾ ਚਾਹੀਦਾ, ਨਾ ਧਿਆਨ ਸਿਮਰਨ ਕਰਨਾ, ਉਹ ਬੋਲਦੇ ਜਿਹੜਾ ਅਕਲੀ ਪੜ ਕੇ ਬੁੱਝੀਏ, ਅਕਲੀ ਕੀਚੇ ਦਾਨ। ਹਾਂ ਅਕਲ ਦੇ ਨਾਲ ਬੁੱਝਣਾ ਮਤਲਬ ਬੁੱਧੀ ਦੇ ਨਾਲ ਹੀ ਕੰਮ ਲੈ ਕੇ ਚੀਜ਼ ਨੂੰ ਪਰਖਣਾ ਹੈ ਚੰਗੀ ਤਰ੍ਹਾਂ। ਕੋਈ ਇਹ ਨਹੀਂ ਕਿਸੇ ਦੇ ਪਿੱਛੇ ਲੱਗ ਜਾਣਾ। ਬਾਣੀ ਨਹੀਂ ਆਉਂਦੀ, ਆਪ ਬਾਣੀ ਦੀ ਕੋਈ ਵੀ ਲਾਈਨ ਫੜ ਕੇ ਵੇਖ ਲਓ। ਬਾਣੀ ਕਹਿੰਦੀ ਹੈ ਕਿ ਅੱਖਾਂ ਨਹੀਂ ਬੰਦ ਕਰਨੀਆਂ, ਅੱਖਾਂ ਖੋਲ ਕੇ ਚੱਲਣਾ ਹੈ। ਕਿਤੇ ਇਹ ਨਾ ਹੋਵੇ ਕਿ ਤੂੰ ਅੱਖਾਂ ਬੰਦ ਕਰ ਲੈ, ਤੇਰੀ ਆਪਣੀ ਬੁੱਧੀ ਉਹਨੂੰ ਵਰਤਣਾ ਹੀ। ਦੱਸੋ ਕਿ ਦੱਸਿਆ ਉਹਨਾਂ ਨੇ ਕਿ ਆਪਣੀ ਬੁੱਧੀ ਛੱਡ ਦੇ। ਉਹ ਕਹਿੰਦੇ ਮੇਰੀ ਬੁੱਧੀ ਜਿਹੜੀ ਆ, ਮੈਂ ਜਦੋਂ ਮੇਰੀ ਵਿਚਾਰਿਆ ਮੈਂ ਬੁੱਧੀ ਦੇ ਨਾਲ, ਤੇ ਮੱਤ ਮੇਰੀ ਹਾਰ ਗਈ। ਹੁਣ ਨੀ ਮੈਨੂੰ ਇੰਦਰੀਆਂ ਚ ਲੈ ਕੇ ਜਾਂਦੀ, ਕਿਉਂਕਿ ਇੰਦਰੀਆਂ ਚ ਲੈ ਕੇ ਜਾਂਦੀ ਹੈ ਤੇ ਮੈਂ ਉਹਨੂੰ ਵਿਚਾਰ ਕਰਕੇ ਦੱਸਦਾ ਵਾਂ ਫਲਾਣੇ ਬੰਦੇ ਦਾ ਹਾਲ ਵੇਖ ਲੈ ਕੀ ਹੋਇਆ ਹੈ। ਉਹ ਫਲਾਣੇ ਬੰਦੇ ਨੇ ਰਿਸ਼ਵਤ ਲਈ ਸੀ, ਚੋਰੀ ਕੀਤੀ ਸੀ, ਉਹ ਇੰਨੇ ਮਹਿਲ ਪਾਏ ਤੇ ਕਿੱਥੇ ਗਏ, ਨਾਲ ਗਏ ਉਹਦੇ। ਲੋਕੀ ਤੂੰ ਕਰਦੇ ਫਿਰਦੇ। ਹਾਂਜੀ ਨਿਜੋ ਸਾਹਿਬ ਅੱਗੇ ਚੱਲੀ। ਹਾਂ ਅੱਗੇ ਹੈ ਇਸ ਤੋਂ ਅਗਲਾ ਸ਼ਬਦ ਆ ਗਿਆ ਜੀ ਕੌੜੀ ਕਬੀਰ ਜੀ। ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਹੁਣ ਕਬੀਰ ਜੀ ਦੱਸ ਰਹੇ ਭਾਈ ਦੇਖ ਲਾ, ਆ ਤੈਨੂੰ ਪਤਾ ਨਹੀਂ ਹੈ, ਕਬੀਰ ਜੀ ਨੂੰ ਪਤਾ ਨਹੀਂ। ਦੇਖ ਲਓ ਕਿਸ ਤਰ੍ਹਾਂ ਜਿਹੜਾ ਹੈਗਾ, ਦੇਖ ਲਓ ਕਬੀਰ ਜੀ ਇੱਕ ਇੱਕ ਚੀਜ਼ ਦੱਸੀ ਜਾ ਰਹੇ ਆ। ਕਹਿੰਦੇ ਅਸਥਾਵਰ ਕਹਿੰਦੇ ਆ ਜਿਹੜਾ ਹਿਲਦਾ ਡੁਲਦਾ ਨਹੀਂ ਹੈ, ਪਹਾੜ ਹੋ ਗਿਆ, ਪਾਣੀ ਹੋ ਗਿਆ, ਹੋਰ ਜਿਹੜੇ ਹੈਗੇ ਆ ਕਹਿੰਦੇ ਪੱਥਰ ਹੋ ਗਿਆ। ਕਹਿੰਦੇ ਆ ਜਿਹੜੀਆਂ ਜੂਨਾਂ ਦੇ ਵਿੱਚ ਜਿਹੜਾ ਹੈਗਾ ਤੂੰ ਕਿੰਨੀ ਵਾਰੀ ਜਨਮ ਲੈ ਚੁੱਕਾ ਹੈ। ਜੰਗਮ ਕਹਿੰਦੇ ਆ ਤੁਰਨ ਫਿਰਨ ਵਾਲੇ ਜਿਹੜੇ ਹੈਗੇ, ਪੈਰਾਂ ਦੇ ਨਾਲ ਜਿਹੜੇ ਤੁਰਦੇ ਆ। ਇਹ ਕੀੜੇ ਕੀਟ ਪਤੰਗਾ, ਕੀੜੇ ਪਤੰਗੇ ਕਹਿੰਦੇ ਇਹ ਵੀ ਤੂੰ ਜਿਹੜਾ ਬਹੁਤ ਵਾਰੀ ਬਣ ਚੁੱਕਾ ਹੈ ਪਿਆਰਿਆ। ਅਨੇਕ ਜਨਮ ਕੀਏ ਬਹੁ ਰੰਗਾ, ਬੜੇ ਰੰਗ ਤਮਾਸ਼ੇ ਕਰ ਚੁੱਕਾ ਹੈ, ਸਾਰੇ ਉੱਡ ਅੱਡ ਕੇ ਸਾਰਾ ਦੇਖ ਚੁੱਕਾ ਹੈ। ਤੂੰ ਪਾਣੀ ਦੇ ਵਿੱਚ ਮੱਛੀਆਂ ਮੁੱਛੀਆਂ ਬਣ ਕੇ ਅਨੇਕਾਂ ਜਨਮ ਦਾ ਕਰੀ ਜਾ ਰਿਹਾ ਇਹ ਸਾਰੀ ਕਾਰਵਾਈ। ਅਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ। ਕਹਿੰਦੇ ਆ ਘਰ ਕਹਿ ਰਹੇ ਸੀ ਨਾ ਬਈ ਕਹਿੰਦੇ ਤੈਨੂੰ ਲਾਜ ਨਹੀਂ ਆਂਦੀ, ਲਾਜ ਮਰੋ ਕਹੋ ਕਰ ਮੇਰਾ।
ਕਹਿੰਦੇ ਇਹੋ ਜਿਹੇ ਕਿਹੜੇ ਘਰ ਨੂੰ ਮੇਰਾ ਕਹੇਗਾ? ਇਹੋ ਜਿਹੇ ਘਰ ਤਾਂ ਬਥੇਰੇ ਵਸਾ ਚੁੱਕੇ ਹੈ। ਜਬ ਹਮ ਰਾਮ ਗਰਭ ਹੋਏ ਆਏ ਰਹਾਓ। ਇਹ ਰਾਮ ਗਰਭ ਕੀ ਹੋਇਆ ਜੀ? ਰਾਮ ਗਰਭ ਹੁੰਦਾ ਹੈ ਭਾਈ ਮਨੁੱਖਾ ਸਰੀਰ ਮਿਲ ਜਾਏ, ਮਨੁੱਖਾ ਸਰੀਰ ਮਿਲ ਕੇ ਕਿਤੇ ਸਾਧ ਸੰਗਤ ਮਿਲ ਜਾਏ, ਕਿਤੇ ਬ੍ਰਹਮ ਗਿਆਨ ਲੱਭ ਜੇ, ਤਾਂ ਰਾਮ ਦੇ ਗਰਭ 'ਚ ਪੈਦਾ ਹੋ ਗਿਆ। ਉਸ ਦਿਨ ਤੋਂ ਉਮਰ ਆਪਣੀ ਗਿਣਨੀ ਹੈ ਭਾਈ, ਬਾਕੀ ਸਾਰਾ ਵੇਸਟ ਹੈ। ਉੱਥੋਂ ਆਪਾਂ ਪੈਦਾ ਹੋਏ ਹਾਂ। ਉਸ ਦਿਨ ਉਹ ਜਨਮ ਦਿਨ ਹੈ ਆਪਣਾ, ਉਹਨੂੰ ਮਨਾਓ ਜਨਮ ਦਿਨ ਨੂੰ ਭਾਈ, ਜਦ ਆਪਾਂ ਨੂੰ ਰਾਮ ਗਰਭ ਦੇ ਵਿੱਚ ਪੈਦਾ ਹੋਏ ਆਪਾਂ। ਐਸੇ ਕਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ ਰਹਾਓ। ਹਾਂਜੀ ਵੀਰ ਜੀ। ਹਾਂਜੀ ਨਿਜੇ ਸਾਹਿਬ ਪਹਿਲੇ ਤੋਂ ਬੋਲ ਦੋ। ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਅਸਥਾਵਰ ਕਹਿੰਦੇ ਆ ਜਿਹੜੇ ਹਿਲਦੇ ਡੁਲਦੇ ਨਹੀਂ ਆ, ਇਹੋ ਜਿਹੇ ਜੂਨਾਂ ਦੇ ਵਿੱਚ ਜਿਹੜਾ ਦਰਖਤ ਹੈਗਾ ਜਾਂ ਹੋਰ ਜਿਹੜੇ ਪਹਾੜ ਹੋ ਗਏ, ਹੋਰ ਜੋ ਵੀ ਜਿਹੜੇ ਦਿਸ ਰਹੇ ਆ, ਕਹਿੰਦੇ ਇਹੋ ਜਿਹੇ ਕਿੰਨੇ ਮੈਂ ਜਨਮ ਜਿਹੜੇ ਹੈਗੇ ਕਿੰਨੀਆਂ ਜੂਨਾਂ 'ਚ ਜਾ ਚੁੱਕਾ। ਜੰਗਮ ਕਹਿੰਦੇ ਆ ਪੈਰਾਂ ਦੇ ਨਾਲ ਤੁਰਨ ਵਾਲੀ ਜਿਹੜੀ ਹੈਗੀ ਆ, ਇੱਕ ਕੀੜੇ ਜਿਹੜੇ ਹੈਗੇ ਕੀੜੇ ਪਤੰਗੇ, ਕਹਿੰਦੇ ਅਨੇਕ ਜਨਮ ਕੀਏ ਬਹੁ ਰੰਗਾ, ਬਥੇਰੇ ਮੈਂ ਰੰਗ ਤਮਾਸ਼ੇ ਕਰ ਚੁੱਕਾ ਹਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ। ਇੱਥੇ ਤੇ ਉਹ ਕਹਿ ਰਹੇ ਨੇ, ਉਹਨਾਂ ਇੱਕ ਸਧਾਰਨ ਬੰਦੇ ਦੀ ਗੱਲ ਨਹੀਂ ਕੀਤੀ। ਉਹ ਕਹਿੰਦੇ ਕਿ ਅਸਥਾਵਰ ਜੰਗਮ, ਅਸਥਾਵਰ ਦਾ ਮਤਲਬ ਹੁੰਦਾ ਇੱਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ ਜਾਂ ਰੁੱਖ। ਜੰਗਮ ਦਾ ਮਤਲਬ ਤੁਰਨ ਵਾਲੇ ਪੰਛੀ ਪਸ਼ੂ ਜਾਂ ਪਰਿੰਦੇ, ਕੋਈ ਵੀ ਕਹਿ ਲਓ, ਕੀੜੇ ਪਤੰਗੇ, ਖੰਭਾਂ ਵਾਲੇ, ਮਤਲਬ ਕੋਈ ਵੀ ਕਹਿ ਲਓ ਕਿ ਇਹ ਜਿਹੜੀਆਂ ਜੂਨਾਂ ਦੇ ਵਿੱਚੋਂ ਮੈਂ ਅਨੇਕ ਜਨਮ ਰੰਗਾ, ਨਾਨਕ ਜਨਮ ਕੀਏ ਬਹੁ ਰੰਗਾ, ਬਥੇਰੇ ਰੰਗ ਤਮਾਸ਼ੇ ਕਰ ਲਏ ਆ ਭਾਈ, ਕਿੰਨੇ ਜਨਮ ਹੋ ਗਏ, ਅਨੇਕਾਂ ਕਾਊਂਟਲੈਸ। ਹਾਂ ਮੈਂ ਨਾ ਕਾਫੀ ਸਮੇਂ ਤੋਂ ਇੱਧਰ ਤੁਰਿਆ ਫਿਰਦਾ, ਬਹੁਤ ਪੁਰਾਣਾ। ਤੁਹਾਨੂੰ ਵੀ ਪਤਾ ਸਾਧ ਸੰਗਤ ਜੀ ਆਪਾਂ ਬਹੁਤ ਪੁਰਾਣੇ ਆ, ਤੁਹਾਨੂੰ ਪਤਾ ਵਾ, ਖੁਦ ਪਤਾ ਵਾ ਤੁਸੀਂ ਬਹੁਤ ਪੁਰਾਣੇ ਜੇ, ਬਹੁਤ ਪੁਰਾਣੇ। ਆਪਾਂ ਇੰਨੇ ਪੁਰਾਣੇ ਆ, ਧਰਤੀਆਂ ਧੁਰਤੀਆਂ ਸੂਰਜ ਸਾਰਜ ਵੀ ਨਹੀਂ ਹੈਗੇ ਉਦੋਂ। ਆਪ ਤਾਂ ਲੋ ਕਿੰਨਾ ਪੁਰਾਣੇ ਆ ਆਪਾਂ। ਇਹ ਸੱਚ ਹੈਗਾ, ਇਹ ਸੱਚ। ਇਹ ਹਾਂ ਉਸ ਤੋਂ ਬਾਅਦ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ। ਕਹਿੰਦਾ ਮੈਂ ਕਈ ਵਾਰੀ ਘਰ ਵਸਾ ਲਏ ਏਦਾਂ ਦੇ। ਹਾਂ ਜਿਹੜਾ ਮੈਂ ਲਿਖਿਆ ਵੀ ਇੱਕ ਜਗ੍ਹਾ ਤੇ, ਕਈਆਂ ਦੀ ਮੈਂ ਮਾਂ ਬਣਿਆ, ਕਈਆਂ ਦੀਆਂ ਭੈਣ ਬਣਿਆ, ਕਈਆਂ ਦਾ ਭਰਾ ਬਣਿਆ। ਇੱਥੇ ਕਹਿੰਦੇ ਮੈਂ ਕੀੜਾ ਮਕੌੜਾ ਪਰਬਤ ਪਤਾ ਨੀ ਕੀ ਕੋਈ ਬਣ ਛੱਡਿਆ, ਮੈਂ ਪਹਿਲਾਂ ਬੜਾ ਕੋਈ ਬਣ ਚੁੱਕਿਆ ਵਾ, ਮੈਂ ਬਹੁਤ ਪੁਰਾਣਾ ਵਾ। ਹੁਣ ਅਗਲੇ ਬੜੇ ਤੁਕ ਜੀ ਕਹਿੰਦੇ ਜਬ ਹਮ ਰਾਮ ਗਰਭ ਹੋਏ ਆਏ। ਇਹ ਹੁਣ ਇਹ ਦੁਨੀਆ ਦੇ ਵਿੱਚ ਆਪਾਂ ਆਉਂਦੇ ਰਹਿੰਦੇ ਆ ਤੇ ਆਪਾਂ ਘੁੰਮਦੇ ਰਹਿੰਦੇ ਆ, ਪਰ ਇਹ ਇਸ ਚੀਜ਼ ਨੂੰ ਜ਼ਿਆਦਾ ਲੋਕ ਨਹੀਂ ਜਾਣ ਪਾਉਂਦੇ। ਬੰਦਾ ਮੰਨਦਾ ਨਹੀਂ ਆ, ਬਹੁਤ ਔਖਾ ਮੰਨਣਾ ਕਿ ਸੱਚੀ ਏਦਾਂ ਦਾ ਕੋਈ ਸਿਸਟਮ ਹੈਗਾ, ਉੱਥੇ ਕੋਈ ਪਰਮਾਤਮਾ ਬੈਠਾ ਹੈ। ਅੱਜ ਤੱਕ ਯਕੀਨ ਨਹੀਂ ਹੈਗਾ ਬੰਦੇ ਨੂੰ। ਆਪ ਕੀ ਸੋਚਦੇ ਗਾ, ਸਾਰੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਆ, ਇਹਨਾਂ ਨੂੰ ਯਕੀਨ ਹੈਗਾ ਪਰਮਾਤਮਾ ਉੱਥੇ ਹੈਗਾ। ਕੋਈ ਧਰਮਰਾਜ ਵਰਗਾ ਕੋਈ ਖਾਤਾ ਚੱਲਣ ਦਿਆ, ਕੋਈ ਸੱਚੀ ਦੁਬਾਰਾ ਜੁਨੀ ਚਾਹਵਾਂਗੇ ਨਾ, ਬਹੁਤ ਔਖਾ ਹੈ। ਇੰਨਾ ਜ਼ਿਆਦਾ ਔਖਾ ਹੈ ਨਾ ਇਸ ਗੱਲ ਤੇ ਯਕੀਨ ਕਰਨਾ, ਜਿੰਨਾ ਜ਼ਿਆਦਾ ਤੁਸੀਂ ਝੂਠ ਮਾਰ ਕੇ ਦੇਖ। ਵਿਜੇ ਸਾਹਿਬ ਸੱਚ ਹੈ ਨਾ? ਬਿਲਕੁਲ ਠੀਕ ਹੈ ਜੀ। ਯਕੀਨ ਕਰ ਲੈ ਤੇ ਬੰਦਾ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਕਿਉਂ ਨਾ ਫਿਰ ਧਿਆਨ ਸਿਮਰਨ ਨਹੀਂ ਕਰਨ ਲੱਗ ਜਾਏ, ਫਿਰ ਕਿਉਂ ਨਹੀਂ ਇਸ ਪਾਸੇ ਧਿਆਨ ਦੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਆਪ ਦੇਖੋ ਆਪਣੇ ਸਰੀਰ ਦੀ ਡਿਜ਼ਾਈਨਿੰਗ ਦੇਖੋ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਹਨੇ ਬਣਾਇਆ? ਹਾਂ ਤੁਸੀਂ ਓਦਾਂ ਹੀ ਉੱਗ ਗਏ ਹੋ ਘਾਹ ਘੂ ਵਾਂਗੂ, ਤੇ ਗੱਲ ਵੱਖਰੀ ਹੈ। ਤੁਸੀਂ ਆਪਣੀ ਡਿਜ਼ਾਈਨਿੰਗ ਤੇ ਵੇਖੋ, ਤੁਹਾਨੂੰ ਕਿੰਨੀ ਬਰੀਕੀ ਦੇ ਨਾਲ ਬਣਾਇਆ। ਪਤਾ ਨੀ ਕਿੰਨੇ ਲੱਖਾਂ ਕਰੋੜਾਂ ਅਰਬਾਂ ਪੁਰਜੇ ਤੁਹਾਡੇ ਅੰਦਰ ਫਿੱਟ ਕੀਤੇ ਆ। ਇਹ ਕੌਣ ਫਿੱਟ ਕਰਕੇ ਬੈਠਾ ਹੈ? ਉਹ ਤੇ ਸੰਧਿਆ ਕਥਾ ਬੜੀ ਹਾਜੀ ਸੁਣਦਾ ਪਿਆ ਕਿ ਇੰਨਾ ਕੁਛ ਸ਼ੋਰਿਟੀ ਆ। ਇਹਦੇ ਬਾਵਜੂਦ ਵੀ ਬੰਦਾ ਜਦੋਂ ਮਾੜੇ ਕਰਮ ਕਰਦਾ, ਉਹਨੂੰ ਕਿਤੇ ਯਕੀਨ ਹੈ ਕਿ ਮੈਂ ਫੜਿਆ ਜਾਣਾ ਕੱਲ। ਉਹ ਸੋਚਦਾ ਕੌਣ ਵਹਿੰਦਾ ਪਿਆ। ਇੱਥੇ ਮੈਂ ਕੱਲਾ ਉਹ ਵੇਖੇ ਨੇ ਮੁਰਗੀਆਂ, 3 ਮੁਰਗੀਆਂ ਦਿੱਤੀਆਂ ਨੂੰ। ਪਹਿਲੇ ਨੇ ਤੇ ਕੰਧ ਦੇ ਪਿੱਛੇ ਜਾ ਕੇ ਆਸ਼ਰਮ ਦੇ ਪਿੱਛੇ ਮਰੋੜ ਲਿਆ, ਦੂਜਾ ਥੋੜਾ ਜੰਗਲ ਚ ਜਾ ਕੇ ਮਰੋੜ ਲਿਆ, ਤੀਜਾ ਕਹਿੰਦਾ ਕਿੱਥੇ ਮਰੋੜਾ, ਜਗ੍ਹਾ ਹੀ ਮੈਂ ਤੇ ਵੇਖਣ ਆ ਨਾ, ਕਿੱਥੇ ਮਰੋੜਾ। ਇਸੇ ਤਰ੍ਹਾਂ ਸਾਡੇ ਜਿਹੜੇ ਕਰਮ ਆ ਲੋਕਾਂ ਤੋਂ ਤੇ ਲੁਕੇ ਨੇ। ਮੰਨਣਾ ਮੈਂ ਲੁਕੇ ਆ, ਕਿਸੇ ਨੇ ਨਹੀਂ ਵੇਖੇ, ਕਿਸੇ ਪੁਲਿਸ ਨੇ ਨਹੀਂ ਵੇਖੇ, ਕਿ ਮਾਂ ਪਿਓ ਨੇ ਵੇਖੇ, ਕਿ ਭੈਣ ਭਰਾ ਨਹੀਂ ਵੇਖੇ, ਕਿ ਪਤੀ ਨਹੀਂ ਵੇਖੇ, ਕਿ ਪਤੀ ਨੇ ਨਹੀਂ ਵੇਖੇ। ਇੱਕ ਦੂਜੇ ਦੀ ਚੋਰੀ ਕਰਦੇ ਆਪਾਂ, ਪਰ ਤੁਸੀਂ ਤੇ ਵੇਖੇ ਨਾ। ਇਸ ਲਈ ਕਿੱਧਰ ਕੁਛ ਤੁਹਾਡੇ ਅੰਦਰ ਪਾਇਆ ਹੈ ਰੱਬ ਨੇ। ਅਬ ਜਸਟ ਸੋਚੋ ਰੱਬ ਕਿੱਡਾ ਚਲਾਕ ਹੋਊਗਾ। ਉਹ ਕਹਿੰਦਾ ਚਰਨਜੀਤ ਦੂਜਿਆਂ ਨੂੰ ਧੋਖਾ ਦੇ ਸਕਦਾ ਹੈ,
ਪਰ ਚਿੱਤਰਗੁਪਤ ਚੋਣੇ ਦੇ ਅੰਦਰ ਹੀ ਬਾਦਾ ਮੈਂ ਦੱਸੋ ਕਿੱਦਾਂ ਚਲਾਕ ਹੋਊਗਾ ਉਹ ਕਿ ਪੁੱਤਰ ਦਿਮਾਗ ਦੇਖੋ ਤੁਹਾਡੇ ਅੰਦਰ ਬੈਠਾ ਬਿਲਕੁਲ ਤੁਹਾਡੇ ਵਿਚਾਰ ਤੱਕ ਪੜਦਾ ਪਿਆ ਉਹ ਕਿ ਮੈਂ ਸੋਚਿਆ ਕੀ ਅੱਜ ਕਿੰਨਾ ਕੁ ਨੀਚ ਸੋਚ ਰਿਹਾ ਉਹ ਮੇਰਾ ਚਿੱਤਰਗੁਪਤ ਜਾਣਦਾ ਮੇਰੇ ਅੰਦਰ ਚਿੱਤਰਗੁਪਤ ਮਤਲਬ ਤੁਹਾਡਾ ਚਿੱਤ ਉਹਦੇ ਅੰਦਰ ਤੇ ਡੈਂਸਿਟੀ ਬਣਨੀ ਆ ਔਰ ਚਿੱਤ ਦੀ ਤੇ ਕੀਮਤ ਹੈ ਜਦੋਂ ਚਿੱਤ ਤੇ ਲੈ ਕੇ ਗਏ ਨਾ ਮਨ ਤੇ ਲੀਨ ਹੋ ਜਾਣਾ ਮੁੜ ਕੇ ਚਿੱਤ ਨੇ ਰਹਿਣਾ ਔਰ ਚਿੱਤ ਨੇ ਜਦੋਂ ਸਾਹਮਣੇ ਉਹ ਇੱਕ ਤੁਹਾਡਾ ਪੇਪਰ ਨਹੀਂ ਹੁੰਦਾ ਇਮਤਿਹਾਨ ਦਾ ਪੇਪਰ ਸਾਹਮਣੇ ਇੱਕੋ ਹੀ ਪੇਜ ਦਾ ਪੇਪਰ ਹੈ ਸਾਡੇ ਸਾਹਮਣੇ ਰੱਖਣਾ ਤੇ ਅਗਲੇ ਨੇ ਕਹਿਣਾ ਬਈ ਇੰਨੀ ਕਿ ਤੇਰੀ ਵੈਲਿਊ ਹੈਗੀ ਆਹ ਸੌਦਾ ਮਿਲਣਾ ਹੀ ਕਿੰਨਾ ਕੁ ਜਿੰਨਾ ਕੁ ਸੋਨਾ ਵਧੀਆ ਤੁਹਾਡੇ ਕੋਲ ਪਿਓਰ ਆ ਉਨੀ ਚੀਜ਼ ਮਹਿੰਗੀ ਮਿਲਦੀ ਜਾਣੀ ਆ ਤੇ ਜਦੋਂ ਪਿਓਰਿਟੀ ਘੱਟਦੀ ਗਈ ਮਿਲਾਵਟ ਵੱਧਦੀ ਗਈ ਉਸੇ ਤਰ੍ਹਾਂ ਹੀ ਜੀਵਨ ਦਾ ਵੈਲਿਊ ਘੱਟਦੀ ਜਾਣੀ ਤੇ ਇਹ ਕਹਿੰਦੇ ਨੇ ਅੱਗੇ ਆਪਾਂ ਨੂੰ ਹਾਂਜੀ ਨਿਜਰ ਸਾਹਿਬ ਬਹੁਤ ਵਧੀਆ ਜੀ ਬਹੁਤ ਵਧੀਆ ਐਸੇ ਕਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਹੈ ਕਹਿੰਦੇ ਜਦ ਮੈਨੂੰ ਹੁਣ ਜਿਹੜਾ ਹੈਗਾ ਮਾਲਕ ਮਿਹਰ ਹੋ ਗਈ ਮੇਰੀ ਮੈਂ ਜਿਹੜਾ ਹੈਗਾ ਰਾਮ ਦੇ ਗਰਭ ਦੇ ਵਿੱਚ ਆ ਗਿਆ ਮੈਂ ਭਗਤੀ ਕਰਨ ਵਾਲੇ ਧਿਆਨ ਸਿਮਰਨ ਵਾਲੇ ਰਸਤੇ ਤੇ ਸਾਧ ਸੰਗਤ ਦੇ ਰਸਤੇ ਤੇ ਆ ਗਿਆ ਆ ਹਾਂਜੀ ਵੀਰ ਬਸ ਕਿਤੇ ਕਿ ਇਹ ਜਿਹੜਾ ਮੈਂ ਮਤਲਬ ਇਹ ਸਾਰਾ ਕੁਝ ਮੈਂ ਨਾ ਕਰਕੇ ਖੇਡ ਲਿਆ ਹੈ ਇਹ ਬੱਚਿਆਂ ਦਾ ਖੇਡ ਮੈਨੂੰ ਪਤਾ ਲੱਗ ਗਿਆ ਹੈ ਬਿਲਕੁਲ ਮੈਂ ਬਹੁਤ ਪੰਗੇ ਲਏ ਨੇ ਐਸੇ ਕਹਿੰਦੇ ਬਹੁਤ ਕਹਿੰਦਾ ਐਸੇ ਘਰ ਹਮ ਬਹੁਤ ਬਸਾਏ ਮੈਂ ਬੜੇ ਬਸਾਏ ਆ ਪਰ ਹੁਣ ਬਸ ਹੋ ਗਿਆ ਹੁਣ ਨਹੀਂ ਇਨਫ ਪਰ ਆਪਾਂ ਇਨਫ ਨਹੀਂ ਕਹਿੰਦੇ ਆਪਾਂ ਨੂੰ ਡਾਂਗਾ ਪੈਣ ਨਾ ਘਰੋਂ ਘਰ ਦੇ ਕੱਢਣ ਤਾਂ ਵੀ ਨਹੀਂ ਆਪਾਂ ਬਾਜ ਆਉਣਾ ਆਪਣਾ ਮੁਗਲੀ ਫੇਰੀ ਉਹਨੇ ਰੋਜ਼ ਜਿਹੜੀ ਕੁੱਟਣ ਦੇਖੋ ਆਪ ਦੇਖ ਲਓ ਘਰਾਂ 'ਚ ਤੁਹਾਡੀ ਕਿੰਨੀ ਕੁ ਵੈਲਿਊ ਮੈਨੂੰ ਤਾਂ ਪਤਾ ਕੋਈ ਨਹੀਂ ਆ ਮੈਂ ਤੇ ਐਵੇਂ ਕਹਾਂ ਮੈਨੂੰ ਕੀ ਪਤਾ ਤੁਸੀਂ ਆਪਣੇ ਘਰ ਵੈਲਿਊ ਵੇਖ ਲਓ ਤੁਹਾਡੀ ਵੈਲਿਊ ਕਿੰਨੀ ਹੈ ਅਗਲੇ ਡਾਂਗਾ ਫੇਰਦੇ ਕਹਿੰਦੇ ਕਦੋਂ ਨਿਕਲ ਜਾਣ ਸਾਡੇ ਦੁਨੀਆ ਜ਼ਿੰਦਗੀ ਚੋਂ ਬਾਹਰ ਚੱਲ ਜਾਣ ਬਸ ਤੇ ਆਪਾਂ ਫਿਰ ਮੂੰਹ ਦੇ ਕਰਕੇ ਉਹਨਾਂ ਨੂੰ ਚਿੰਬੜੀ ਜਾਂਦੇ ਨਹੀਂ ਪਤਾ ਉਹ ਇੱਥੇ ਆਪਾਂ ਉੱਥੇ ਬਾਣੀ ਆਪਾਂ ਨੂੰ ਇਹ ਸਮਝਾਉਣੀ ਚਾਹੁੰਦੀ ਹੈ ਬਾਣੀ ਸਾਨੂੰ ਮੁਕਤ ਕਰਨਾ ਚਾਹੁੰਦੀ ਹੈ ਮੋਹ ਤੋਂ ਜੇ ਕਿਤੇ ਪ੍ਰਮਾਤਮਾ ਇਸ ਤਰੀ ਕਹਿੰਦੇ ਦੁੱਖ ਦਾਰੂ ਆ ਕਿ ਉਹਨੂੰ ਪਤਾ ਹੈ ਕਿ ਇਹ ਬੰਦਾ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜਾ ਇਨਸਾਨ ਆ ਇਹਨੇ ਹਟਣਾ ਨਹੀਂ ਆ ਹਾਂਜੀ ਜਿੱਥੇ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਬਿਲਕੁਲ ਵਧੀਆ ਆ ਰਹੀ ਜੀ ਆ ਵਿੱਚ ਫੋਨ ਆ ਗਿਆ ਹਾਂ ਕੋਈ ਨਹੀਂ ਇਹ ਇਨਸਾਨ ਦਾ ਜਿਹੜਾ ਮੋਹ ਬਹੁਤ ਪੈ ਜਾਂਦਾ ਆਪ ਜਸਟ ਇੱਕ ਦੇਖੋ ਇੱਕ ਕੁੱਤਾ ਬਿੱਲੀ ਘਰੇ ਲੈ ਆਓ 4-5 ਮਹੀਨੇ ਰੱਖ ਕੇ ਤੁਸੀਂ ਉਹਨੂੰ ਗੁੰਮ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਸ਼ਕਲ ਵੇਖ ਲਿਓ ਆਪਣੀ ਤੇ ਜਿਹੜਾ ਪੇਟ 'ਚੋਂ ਬੱਚਾ ਪੈਦਾ ਹੋਇਆ ਹੋਵੇ ਉਹਦੇ ਨਾਲ ਕਿੰਨਾ ਮੋਹ ਹੋਊਗਾ ਜਿਹਦਾ ਮਤਲਬ ਕਿੰਨਾ ਮੋਹ ਹੁੰਦਾ ਹੈ ਉਹਦੇ ਨਾਲ ਬੱਚਿਆਂ ਦੇ ਨਾਲ ਪਰ ਇਹ ਮੋਹ ਵੇਖ ਲਓ ਜਦੋਂ ਡਾਂਗਾ ਪੈਂਦੀਆਂ ਫਿਰ ਵੀ ਨਹੀਂ ਉਤਰਦਾ ਇਹ ਵੇਖੋ ਇਹ ਨਿਜਰ ਸਾਹਿਬ ਕਿੱਦਾਂ ਖਤਰਨਾਕ ਮੋਹ ਹੁੰਦਾ ਹੈ ਇਸ ਲਈ ਕਿ ਵੇਖੋ ਬਾਣੀ ਤਾਂਹੀਓ ਤੇ ਪਾਇਆ ਕਾਮ ਕ੍ਰੋਧ ਲੋਭ ਮੋਹ ਜਿਹੜਾ ਹੁੰਦਾ ਹੈ ਰਾਗ ਹੁੰਦਾ ਹੈ ਰਾਗ ਵੇਖ ਲਓ ਸਾਰੀ ਦੁਨੀਆ ਕਹੂਗੀ ਇਹ ਬੰਦਾ ਕਿਸੇ ਨਹੀਂ ਕੰਮ ਦਾ ਇੱਕਦਮ ਨਿਕੰਮਾ ਬੰਦਾ ਪਰ ਜਿਹਦੇ ਨਾਲ ਸਾਡਾ ਰਾਗ ਹੋਵੇ ਉਹ ਸਾਡੇ ਲਈ ਏਡਾ ਕੁ ਵੱਡਾ ਬੰਦਾ ਤੇ ਇੰਨਾ ਵਧੀਆ ਬੰਦਾ ਉਹਦੀ ਕੀਮਤ ਕੋਈ ਨਹੀਂ ਅਸੀਂ ਏਦਾਂ ਸੋਚਦੇ ਹਾਂ ਬਿਲਕੁਲ ਗੋਰਕੀ ਸਾਹਿਬ ਦੇਖੋ ਆਪਣੇ ਸੰਸਕ੍ਰਿਤੀ ਸ਼ਲੋਕ ਲਏ 5ਵੀਂ ਪਾਤਸ਼ਾਹੀ ਦੇ ਉਹਦੇ ਵਿੱਚ ਦੇਖ ਲਓ ਮੋਹ ਨੂੰ ਪਹਿਲਾਂ ਲਿਆ ਸਭ ਤੋਂ ਉਹਨਾਂ ਨੇ ਕਿੱਡਾ ਖਤਰਨਾਕ ਹੈ ਮੋਹ 'ਚ ਜਦੋਂ ਬੰਦਾ ਆਉਂਦਾ ਨਾ ਉਹਨੇ ਤੇ ਜ਼ਿੰਦਗੀ ਦਾ ਉਹਨੇ ਆਪਣੇ ਧੀਆਂ ਪੁੱਤਾਂ ਦੀ ਵੀ ਪਰਵਾਹ ਨਹੀਂ ਕਰਨੀ ਇਹੋ ਜਿਹਾ ਬੰਦਾ ਹੋ ਜਾਂਦਾ ਉਹ ਨਿਜਰ ਸਾਹਿਬ ਬਿਲਕੁਲ ਇਹ ਨਹੀਂ ਕਿ ਇਕੱਲੇ ਬੱਚਿਆਂ ਨਾਲ ਮੋਹ ਹੁੰਦਾ ਬੰਦੇ ਦਾ ਬਾਹਰ ਵੀ ਕਿਸੇ ਨਾਲ ਮੋਹ ਪੈ ਜਾਂਦਾ ਜੋ ਇਹ ਮੋਹ ਦੇ ਬੜੇ ਬੜੇ ਰੂਪ ਨੇ ਉਹ ਬੰਦੇ ਨੂੰ ਮੋਹ ਕੀ ਸੁਣੇ ਤੈਨੂੰ ਮੋਹ ਲਿਆ ਮੋਹਣੀ ਨਹੀਂ ਸੁਣੀ ਮੋਹਣੀ ਮਾਇਆ ਮੋਹਣੀ ਬਿਨ ਦਰਤਾ ਜਗ ਖਾਇਆ ਉਹ ਵੀ ਮੋਹ ਲੈਂਦੀ ਬੰਦੇ ਇਸੇ ਤਰ੍ਹਾਂ ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ ਹਾਂਜੀ ਰਹਾਓ ਜੋਗੀ ਜਤੀ ਤਪੀ ਬ੍ਰਹਮਚਾਰੀ ਲਓ ਦੇਖ ਲਓ ਹੁਣ ਜਿਹੜਾ ਹੈਗਾ ਭਾਈ ਮੈਂ ਤਾਂ ਕਾਂਬਾ ਛਿੜ ਰਿਹਾ ਬਈ ਰੋਂਗਟੇ ਖੜੇ ਹੋ ਰਹੇ ਆ ਕਿ ਜਿਹੜੇ ਹੁਣ ਦੇਖ ਲਓ ਯੋਗ ਕਰਦੇ ਆ ਜਤ ਕਰਦੇ ਆ ਤਪ ਕਰਦੇ ਆ ਬ੍ਰਹਮਚਾਰੀ ਕਰਦੇ ਆ ਕਹਿੰਦੇ ਇਹ ਵੀ ਮੈਂ ਕਰਕੇ ਦੇਖ ਲੈ ਇਹਦੇ ਨਾਲ ਵੀ ਛੁਟਕਾਰਾ ਨਹੀਂ ਹੋ ਰਿਹਾ ਭਾਈ ਜੋਗੀ ਜਤੀ ਤਪੀ ਤਪ ਕਰਨ ਵਾਲੇ ਬ੍ਰਹਮਚਾਰੀ ਜਿਹੜਾ ਹੈਗਾ ਬ੍ਰਹਮਚਰ 'ਚ ਰਹਿਣ ਵਾਲੇ ਵਿਆਹ ਨਹੀਂ ਕਰਾਉਣ ਵਾਲੇ ਕਬੂ ਰਾਜਾ ਛਤਰਪਤ ਕਬੂ ਭਿਖਾਰੀ ਕਦੀ ਰਾਜਾ ਬਣ ਜਾਂਦੇ ਸੀ ਕਦੀ ਫਿਰ ਭਿਖਾਰੀ ਬਣ ਜਾਂਦਾ ਸੀ ਮੈਂ ਇਹ ਵੀ ਕਰਕੇ ਦੇਖ ਲਿਆ ਇਹ ਵੀ ਜੂਨਾਂ 'ਚ ਜਾ ਕੇ ਦੇਖ ਚੁੱਕਾ ਆ ਮੈਂ ਇਹਦੇ ਨਾਲ ਵੀ ਯੋਗ ਦੇ ਨਾਲ ਜਤ ਦੇ ਨਾਲ ਤਪ ਦੇ ਨਾਲ ਬ੍ਰਹਮਚਰਜ ਦੇ ਨਾਲ ਨਹੀਂ ਕਹਿੰਦੇ ਗੁਜ਼ਾਰਾ ਹੋਇਆ ਭਾਈ ਨਹੀਂ ਛੁਟਕਾਰਾ ਹੋਇਆ ਭਾਈ
ਹਾਂਜੀ ਵੀਰ ਜੀ। ਹਾਂ ਲਓ ਨਿੱਜਰ ਸਾਹਿਬ ਵੇਖੋ ਇੱਥੇ ਹੁਣ ਕਿੰਨੀ ਵੱਡੀ ਗੱਲ ਕਰ ਗਏ। ਸਾਧ ਸੰਗਤ ਜੀ ਆਪ ਜਸਟ ਸੋਚੋ, ਕਬੀਰ ਜੀ ਜੇ ਗੱਲ ਕਰ ਰਿਹਾ ਤਾਂ ਗੱਲ 'ਚ ਕਿੰਨਾ ਦਮ ਹੋਊਗਾ। ਕਬੀਰ ਜੀ ਕੋਈ ਆਮ ਸ਼ਖਸੀਅਤ ਥੋੜੀ ਸੀ। ਉਹਨਾਂ ਨੇ ਬਹੁਤ ਜ਼ਿਆਦਾ ਡੀਪ ਗਏ ਨੇ। ਇਹਦੀਆਂ ਗੱਲਾਂ ਐਵੇਂ ਨਹੀਂ ਲਿਖਦੀਆਂ। ਆ ਸਮਝ ਲਓ ਆ ਕੀ ਹੈ ਜੋਗੀ ਦਾ ਮਤਲਬ ਪਤਾ ਹੁੰਦਾ। ਇਹਨਾਂ ਜ਼ਿੰਦਗੀ 'ਚ ਯੋਗ ਕੀਤਾ ਹੈ ਸਾਰੀ ਜ਼ਿੰਦਗੀ। ਬਿਲਕੁਲ ਆ ਦੇਖ ਲਓ ਬਾਬਾ ਰਾਮਦੇਵ ਦੇਖ ਲਓ, ਹੋਰ ਦੇਖ ਲਓ ਬਥੇਰੇ ਜੋਗੀ ਹੈਗੇ। ਹਾਂ ਜਿਨ੍ਹਾਂ ਜ਼ਿੰਦਗੀ ਦਾ ਕੰਮ ਹੀ ਆ ਤੇ ਇਹ ਜਿਹੜਾ ਤਪੀ ਆ, ਜਿਨ੍ਹਾਂ ਨੇ ਤਪੱਸਿਆ ਕੀਤੀ ਆ। ਇੱਕ ਬ੍ਰਹਮਚਾਰੀ ਆ ਜਿਹਨੇ ਇੰਦਰੀਆਂ ਦੇ ਆਪਣਾ ਕੰਟਰੋਲ ਕਰਕੇ ਇੰਦਰੀਆਂ ਦੇ ਉੱਪਰ ਉਹਨੇ ਆਪਣਾ ਆਪ ਨੂੰ, ਜਿੱਦਾਂ ਉਹ ਪਹਿਲਾਂ ਵੀ ਲਿਖਿਆ ਨਾ ਕਿ ਜਿਹੜਾ ਖੁਸਰੇ ਹੁੰਦੇ ਆ। ਹਾਂ ਖੁਸਰੇ ਕਿਉਂ ਨਾ ਬ੍ਰਹਮਚਾਰੀ ਬਣਿਆ ਵੀ ਕੰਮ ਬਣ ਜੇ ਤੇ ਫਿਰ ਖੁਸਰੇ ਕਿਉਂ ਨਹੀਂ ਬ੍ਰਹਮ ਗਿਆਨੀ ਬਣ ਜਾਂਦਾ। ਬਿੰਦ ਰਾਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਹਾਂ ਤੇ ਵੇਖ ਲਓ ਤੇ ਉਹ ਤੇ ਰਾਮ ਰਹੀਮ ਤੇ ਲੋਕਾਂ ਨੂੰ ਉਹ ਕਰੀ ਜਾਂਦਾ ਸੀ, ਨਸਬੰਦੀ ਕਰਾ ਦਿੰਦਾ ਸੀ ਕਿ ਤੁਹਾਨੂੰ ਰੱਬ ਕੋ ਭੇਜ ਦਿੰਦਾ। ਨਸਬੰਦੀ ਕੀਤੀ ਸ਼ਾਇਦ ਬੰਦਾ ਰੱਬ ਉਹਨੂੰ ਪਾਲੂਗਾ। ਵੇਖੋ ਲੋਕੀ ਗੱਪਾਂ ਕਿੱਦਾਂ ਦੀਆਂ ਮਾਰਦੇ ਆ। ਨਹੀਂ ਨਸਬੰਦੀ ਨਹੀਂ ਕਰਦਾ ਸੀ ਵੀਰ ਜੀ, ਨਸਬੰਦੀ ਨਹੀਂ ਕਰਦਾ ਸੀ। ਉਹ ਤਾਂ ਬਿਲਕੁਲ ਜਿਹੜਾ ਹੈਗਾ ਤੁਹਾਡੀ ਸੈਕਸ਼ੂਅਲ ਜਿਹੜੀ ਹੈਗੀ ਆ ਉਹ ਖਤਮ ਹੀ ਕਰ ਦਿੰਦਾ ਸੀਗਾ ਬਿਲਕੁਲ। ਅੱਛਾ ਨਸਬੰਦੀ ਨਹੀਂ ਮਤਲਬ ਉਹ ਤਾਂ ਬਿਲਕੁਲ ਬੰਦ, ਉਹਦਾ ਜੀਵਨ ਹੀ ਖਤਮ ਕਰ ਦਿੰਦਾ ਸੀ ਬਸ। ਉਹ ਖਤਮ ਹੋ ਗਿਆ ਫਿਰ। ਲਓ ਸੁਣੋ ਨਵੀਆਂ ਗੱਲਾਂ। ਔਰ ਇਹੋ ਜਿਹੇ ਬੇਵਕੂਫ ਉਹ ਨਹੀਂ, ਕਈ ਬਿਮਾਰ ਹੈਗੇ ਨੇ ਇੱਧਰ ਉੱਧਰ ਤੁਰੇ ਫਿਰਦੇ ਲੋਕ ਤੇ ਕਹਿੰਦੇ ਇਹ ਪਹਿਲਾਂ ਜੋਗੀ ਲਿਆ, ਫਿਰ ਜਤੀ ਲਿਆ, ਜੱਤ ਕਰਨ ਵਾਲੇ। ਹਾਂ ਜੱਤ ਕਰਨ ਵਾਲੇ, ਕੰਟਰੋਲ ਆਫ ਸੈਂਸਸ। ਜਤੀ ਕੌਣ? ਕੰਟਰੋਲ ਆਫ ਸੈਂਸਸ ਜੱਤ ਕਰਦੇ ਆ, ਜਿਹੜੇ ਕਹਿੰਦੇ ਆ ਬਸ ਵੀ ਮੈਂ ਜਿਹੜਾ ਹੈਗਾ ਬਈ ਜ਼ੋਰ ਦੇ ਨਾਲ ਜਿਹੜਾ ਹੈਗਾ ਆਪਣੀਆਂ ਗਿਆਨ ਇੰਦਰੀਆਂ ਨੂੰ, ਜਿਹੜਾ ਇੰਦਰੀਆਂ ਨੂੰ ਕੰਟਰੋਲ ਕਰਨਾ ਹੈ। ਬ੍ਰਹਮਚਾਰੀ ਜਿਹੜੇ ਹੁੰਦੇ ਆ ਕਹਿੰਦੇ ਮੈਂ ਬ੍ਰਹਮਚਰਜ ਕਰਨਾ, ਵਿਆਹ ਹੀ ਨਹੀਂ ਕਰਾਉਣਾ, ਸੈਕਸ ਜਿਹੜਾ ਸੈਕਸ ਤੇ ਕੰਟਰੋਲ ਕਰਨਾ, ਉਹ ਬ੍ਰਹਮਚਾਰੀ ਹੈਗੇ ਭਾਈ। ਆਹ ਕਹਿੰਦੇ ਕਬੂ ਰਾਜਾ ਛਤਰਪਤੀ, ਹਾਂ ਕਬੂ ਭਿਖਾਰੀ। ਹਾਂ ਰਾਜਿਆਂ ਦੇ ਸਿਰ ਤੇ ਛਤਰ ਹੁੰਦਾ ਹੈ। ਕਹਿੰਦੇ ਛਤਰਪਤੀ ਵੱਡਾ ਰਾਜਾ ਕਹਿੰਦੇ ਕਦੀ ਬਣ ਗਿਆ, ਕਦੀ ਭਿਖਾਰੀ ਬਣ ਗਿਆ। ਸਾਰੀ ਕੈਟੇਗਰੀ ਇਹਨਾਂ ਨੇ ਲੈ ਲਈ ਕਬੀਰ ਜੀ ਨੇ। ਹਾਂ ਠੀਕ ਹੈ ਸਰ। ਇਹ ਤੇ ਕੀ ਕੀਤਾ ਮਤਲਬ ਅਗਲੀ ਤੱਕ ਬੋਲੋ। ਹਾਂ ਕਿਹੜੀ ਸਾਕਤ ਮਰੇ। ਇਹ ਟੋਟਲ ਦੋਨੋਂ ਤੁਕ ਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੋ ਗਿਆ ਵੀ ਮੈਂ ਆਹ ਘਰ ਵੀ ਵਸਾ ਕੇ ਮੈਂ ਜੋਗ ਕਰਕੇ ਵੀ ਦੇਖ ਲਿਆ, ਜੱਤ ਕਰਕੇ ਵੀ ਦੇਖ ਲਿਆ, ਤਪੱਸਿਆ ਕਰਕੇ ਵੀ ਦੇਖ ਲਈ, ਬ੍ਰਹਮਚਰਜ ਵੀ ਧਾਰਨ ਕਰਕੇ ਦੇਖ ਲਿਆ, ਰਾਜਾ ਬਣ ਕੇ ਵੀ ਦੇਖ ਲਿਆ, ਰਾਜਿਆਂ ਦਾ ਮਹਾਰਾਜਾ ਬਣ ਕੇ ਵੀ ਦੇਖ ਲਿਆ, ਔਰ ਭਿਖਾਰੀ ਬਣ ਕੇ ਵੀ ਦੇਖ ਲਿਆ। ਮੈਨੂੰ ਜਿਹੜਾ ਹੈਗਾ ਇਸ ਜਿਹੜੀ ਆ ਗਤੀ ਜਿਹੜੀ ਹੈਗੀ ਜਨਮ ਮਰਨ ਦਾ ਗੇੜਾ ਜਿਹੜਾ ਹੈਗਾ ਇਸ ਤੋਂ ਛੁਟਕਾਰਾ ਨਹੀਂ ਮਿਲਿਆ। ਇਹਦਾ ਮਤਲਬ ਨਿੱਜਰ ਸਾਹਿਬ ਇਹ ਕਬੀਰ ਜੀ ਫਿਰ ਲੱਗਦਾ ਪੂਰਨ ਜਨਮ ਚ ਵੀ ਚਲ ਗਏ। ਹਾਂ ਬਿਲਕੁਲ ਆ ਸਾਰਾ ਕੁਝ ਦੱਸ ਰਹੇ ਭਾਈ। ਕਾਫੀ ਜ਼ਿਆਦਾ ਭਗਤੀ ਕੀਤੀ ਉਹਨਾਂ ਨੇ। ਉਹ ਮੈਨੂੰ ਲੱਗਦਾ ਪੁਰਾਣੇ ਜ਼ਮਾਨੇ ਆਪਣੇ ਜਨਮ ਚ ਵੀ ਅਗਲੇ ਜਨਮਾਂ ਦਾ ਵੀ ਉਹਨਾਂ ਨੇ ਡਾਟਾ ਕਲੈਕਟ ਕਰਕੇ ਉਹਨਾਂ ਨੇ ਤਾਂ ਪੂਰਾ ਖੁਲਾਸਾ ਕਰ ਲਿਆ ਕਿ ਐ ਮੈਂ ਚੀਜ਼ਾਂ ਚ ਘੁੰਮ ਕੇ ਆ ਗਿਆ ਤੇ ਉਹ ਗੱਲ ਨਹੀਂ ਬਣੀ। ਔਰ ਮੈਂ ਇਹ ਕਾਫੀ ਟਾਈਮ ਤੋਂ ਤਪੱਸਿਆ ਕਰ ਰਿਹਾ। ਹਾਂਜੀ ਨਿੱਜਰ ਸਾਹਿਬ ਅੱਗੇ ਬੋਲੀਏ। ਦੇਖ ਲਓ ਵੀਰ ਜੀ ਆਪਣੇ ਜਿਹੜੇ ਪਰਮਾਤਮਾ ਨੂੰ ਤਾਂ ਸਾਰੇ ਜਨਮਾਂ ਦਾ ਪਤਾ ਹੈ ਨਾ, ਆਪਣੇ ਦਾ ਉਹਦੇ ਕੋਲ ਤਾਂ ਲੇਖਾ ਹੈਗਾ। ਧਰਮਰਾਜ ਕੋਲ ਹੀ ਲੇਖਾ ਹੈਗਾ ਤੇ ਪਰਮਾਤਮਾ ਕੋਲ ਕਿਉਂ ਨਹੀਂ ਲੇਖਾ ਹੋਊਗਾ? ਤੇ ਕਬੀਰ ਜੀ ਵਰਗੇ ਜਿਹੜੇ ਆ ਪਰਮਾਤਮਾ ਦੇ ਨਾਲ ਮਿਲ ਗਏ ਆ, ਉਹਨਾਂ ਦੇ ਕੋਲ ਕਿਉਂ ਨਹੀਂ ਆ ਜਾਏਗਾ ਲੇਖਾ? ਉਹ ਨਿੱਜਰ ਸਾਹਿਬ ਇਹ ਸਾਧਨਾ ਹੈਗੀ, ਇਹ ਵੀ ਇੱਕ ਸਾਧਨਾ ਵਾ, ਆਪਾਂ ਕੀਤੀ ਨਹੀਂ ਕਦੇ ਵੈ। ਇਹਦੇ ਚ ਆਪਾਂ ਬੰਦਾ ਕੀ ਕਰ ਸਕਦਾ ਕਿ ਬੰਦਾ ਆਪਣੇ ਪੁਰਾਤਨ ਜਨਮ ਜਿਹੜੇ ਹੁੰਦੇ ਨੇ ਉੱਥੇ ਜਾ ਕੇ ਆਪਣਾ ਵੇਖ ਸਕਦਾ। ਔਰ ਉਹ ਜਨਮਾਂ ਦੇ ਵਿੱਚ ਸਮਿਰਤੀਆਂ ਦੇ ਵਿੱਚੋਂ ਜਦੋਂ ਇੱਕ ਨੇ ਸਾਡੇ ਅੰਦਰ ਇੱਕ ਗ੍ਰੰਥੀ ਹੈਗੀ ਆ, ਉਹ ਗ੍ਰੰਥੀ ਦੀ ਇੱਕ ਸਾਧਨਾ ਵਾ। ਜਦੋਂ ਆਪਾਂ ਸਾਧਨਾ ਕਰਦੇ ਹਾਂ ਤੇ ਉਹਦੇ ਨਾਲ ਕਹਿੰਦਾ ਕਿ ਸਾਡੇ ਜਿਹੜੇ ਨਾ ਬੰਦੇ ਦੇ ਜਿੱਦਾਂ ਦੂਜੀਆਂ ਸ਼ਕਤੀਆਂ ਆ ਜਾਂਦੀਆਂ ਉਸੇ ਤਰ੍ਹਾਂ ਹੀ ਜਿਹੜੀਆਂ ਪੁਰਾਣੇ ਜਿਹੜੀ ਸਿਮਰਤੀ ਹੁੰਦੀਆਂ ਉਹ ਸਿਮਰਤੀ ਵੀ ਬੰਦਾ ਖੋਲ ਸਕਦਾ। ਬਟ ਪਤਾ ਕੀ ਹੁੰਦਾ, ਇਹ ਸਿਮਰਤੀ ਕੁਦਰਤੀ ਤੌਰ ਤੇ ਕਹਿੰਦੇ ਕਿ ਪਰਮਾਤਮਾ ਨੇ ਏਦਾਂ ਸਿਸਟਮ ਬਣਾਇਆ ਕਿ ਜਦੋਂ ਬੰਦਾ ਮਰਦਾ ਹੈ ਜਾਂ ਜੀਵ ਮਰਦਾ ਹੈ, ਉਸ ਤੋਂ ਬਾਅਦ ਜਦੋਂ ਦੁਬਾਰਾ ਜਨਮ ਹੁੰਦਾ ਉਹ 'ਚ ਟਾਈਮ ਪੀਰੀਅਡ ਗੈਪ ਹੁੰਦਾ। ਉਹ ਟਾਈਮ ਪੀਰੀਅਡ ਦੇ ਵਿੱਚ ਏਦਾਂ ਹੁੰਦਾ ਕਿ ਜਿਹੜੀ ਸਿਮਰਤੀ ਉਹ ਠੰਡੀ ਪੈਣ ਲੱਗ ਪਈ। ਹੁਣ ਵੇਖਿਆ ਨੂੰ ਬਚਪਨ ਦੀਆਂ ਗੱਲਾਂ ਕਾਫੀ ਹੱਦ ਤੱਕ ਭੁੱਲ ਗਈਆਂ। ਹਾਂਜੀ ਨਿੱਜਰ ਸਾਹਿਬ। ਤੇ ਇਹ ਜੇ ਆਪਾਂ ਕੋਸ਼ਿਸ਼ ਕਰਾਂਗੇ ਤੇ ਜ਼ਿਆਦਾ ਗੱਲਾਂ ਨਹੀਂ ਯਾਦ ਆਉਣੀਆਂ ਸਾਨੂੰ।
ਇਸੇ ਹੀ ਤਰ੍ਹਾਂ ਜਦੋਂ ਅਸੀਂ ਪਿੱਛੇ ਜਾਂਦੇ ਹਾਂ ਤੇ ਸਾਡੇ ਅੰਦਰ ਨਾ ਇਹ ਸੈਂਸ ਚਾਹੀਦੀ ਹੈ। ਸੈਂਸ ਫਿਰ ਨਿਜਤ ਉਹ ਨਹੀਂ ਬਣ ਨਹੀਂ ਪਾਉਂਦੀ, ਪਰ ਇੱਕ ਮੇਰੇ ਹਿਸਾਬ ਨਾਲ ਕੋਈ ਸਾਧਨਾ ਹੈਗੀ ਜਿਹਦੇ ਰਾਹੀਂ ਆਪਾਂ ਪਿਛਲੇ ਜਨਮਾਂ 'ਚ ਵੀ ਜਾ ਸਕਦੇ। ਹਾਂਜੀ, ਅੱਗੇ ਚੱਲੀਏ। ਨਹੀਂ ਗੋਰਖ ਸਾਹਿਬ, ਮੈਂ ਤਾਂ ਇੱਕ ਚੀਜ਼ ਜਾਣਦਾ ਹਾਂ, ਦੇਖੋ ਜਿਸ ਮਾਲਕ ਪਰਮਾਤਮਾ ਦੇ ਨਾਲ ਆਪਾਂ ਇੱਕਮਿਕ ਹੋ ਗਏ ਹਾਂ ਤੇ ਫਿਰ ਜਿਹੜਾ ਹੈਗਾ ਫਿਰ ਉਹਦੀ ਇਹ ਤਾਂ ਉਹਦੀ ਸ਼ਕਤੀ ਹੈ ਨਾ। ਉਸ ਮਾਲਕ ਪਰਮਾਤਮਾ ਨੇ ਜਿਹੜਾ ਪ੍ਰੋਵੀਜ਼ਨ ਕੀਤਾ ਹੋਇਆ ਹੈ ਪਿਛਲੇ ਜਨਮ ਨੂੰ ਜਾਣਨ ਦਾ। ਜਦ ਆਪਾਂ ਨੇ ਮਾਲਕ ਨੂੰ ਜਾਣ ਲਿਆ, ਕਰਤੇ ਨੂੰ ਜਾਣ ਲਿਆ, ਉਹਦਾ ਰੂਪ ਹੋ ਗਏ ਆਪਾਂ, ਤੇ ਫਿਰ ਇਹ ਬਾਕੀ ਚੀਜ਼ਾਂ ਥੋੜੀ ਨਾ ਰਹਿ ਗਈਆਂ ਆਪਣੇ ਕੋਲੋਂ, ਵੱਖ ਥੋੜੀ ਨਾ ਰਹਿ ਗਈਆਂ। ਨਹੀਂ ਨਹੀਂ, ਜਦੋਂ ਗੱਲ ਤੇ ਪਤਾ ਕੀ ਹੁੰਦੀ ਹੈ ਕਿ ਇਹ ਵੀ ਤਾਂ ਹੀ ਜਾਣ ਸਕਦੇ ਜੇ ਸਾਡੇ 'ਚ ਇੱਛਾ ਹੈਗੀ ਹੈ। ਇੱਛਾ ਹੋਣੀ ਚਾਹੀਦੀ ਹੈ ਨਾ, ਜਦੋਂ ਸਮਝਦੇ ਨਾ ਮੇਰੀ ਗੱਲ। ਜੇ ਤੁਹਾਡੇ 'ਚ ਇੱਛਾ ਨਹੀਂ ਹੈਗੀ ਤੇ ਚੀਜ਼ ਤੁਹਾਨੂੰ ਨਹੀਂ ਮਿਲਣੀ, ਪਰ ਜੇ ਤੁਸੀਂ ਇੱਛਾ ਕਰਦੇ ਜੇ ਤਾਂ ਉਹ ਚੀਜ਼ ਵੀ ਤੁਹਾਨੂੰ ਮਿਲੇਗੀ। ਇੱਛਾ ਵੀ ਹੋਣੀ ਚਾਹੀਦੀ ਨਾ ਮਨ ਦੇ ਅੰਦਰ ਤੁਹਾਡੇ। ਹਾਂਜੀ ਨਿਜੋ ਸਾਹਿਬ। ਸਾਕਤ ਮਰੇ ਸੰਤ ਸਭ ਜੀਵੈ, ਕਹਿੰਦੇ ਦੇਖ ਲਓ ਸਾਕਤ ਜਿਹੜੇ ਰੱਬ ਤੋਂ ਟੁੱਟੇ ਹੋਏ, ਜਿਹੜੇ ਨਹੀਂ ਧਿਆਨ ਸਿਮਰਨ ਕਰਦੇ, ਨਹੀਂ ਜਿਹੜਾ ਪਰਮਾਤਮਾ ਨੂੰ ਜਿਹੜਾ ਹੈਗਾ ਲਿਵ ਵਾਲੇ ਰਸਤੇ ਤੇ ਨਹੀਂ ਚੱਲਦੇ, ਕਹਿੰਦੇ ਭਾਈ ਉਹਨਾਂ ਨੇ ਤਾਂ ਮਰਨਾ ਹੀ, ਉਹਨਾਂ ਦਾ ਜਨਮ ਜਿਹੜਾ ਹੈਗਾ, ਉਹਨਾਂ ਦਾ ਸਰੀਰ ਜਿਹੜਾ ਹੈਗਾ ਵੇਸਟ ਹੋਣਾ ਹੀ ਹੋਣਾ ਹੈ, ਆਤਮਿਕ ਮੌਤ ਹੋਣੀ ਹੋਣੀ ਹੈ। ਔਰ ਸੰਤ ਜਿਹੜੇ ਸਾਧਨਾ ਕਰਨ ਵਾਲੇ ਹੈਗੇ, ਜਿਹੜੇ ਸਭ ਜੀਵ ਹੈ, ਇੱਕ ਵੀ ਦੇਖ ਲਓ ਫੇਲੂਅਰ ਨਹੀਂ ਹੈਗਾ, ਸਾਰੇ ਦੇ ਸਾਰੇ ਆਤਮਿਕ ਜੀਵਨ ਜੀਣਗੇ। ਸਾਕਤ ਮਰੇ ਸੰਤ ਸਭ ਜੀਵ ਹੈ, ਰਾਮ ਰਸਾਇਣ ਰਸਨਾ ਪੀਵੇਂ, ਕਹਿੰਦੇ ਉਹ ਅੰਮ੍ਰਿਤ ਦਾ ਰਸਨਾ ਦੇ ਨਾਲ ਪੀਂਦੇ ਆ ਭਾਈ, ਅੰਮ੍ਰਿਤ ਪੀਂਦੇ ਆ। ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੇ ਹਮ ਅਬ ਪੂਰਾ ਦੀਜੈ। ਹੇ ਮਾਲਕਾ ਬਸ ਮੇਰੇ ਉੱਤੇ ਹੁਣ ਕਿਰਪਾ ਕਰ ਲਾ, ਮੈਂ ਹਾਰ ਗਿਆ ਆ, ਬਸ ਮੈਨੂੰ ਹੁਣ ਜਿਹੜਾ ਹੈਗਾ ਪੂਰਾ ਬ੍ਰਹਮ ਗਿਆਨ ਦੇ ਦੇ, ਮੈਨੂੰ ਸਹੀ ਰਸਤਾ ਦਿਖਾ ਦੇ, ਮੈਂ ਜਿਹੜਾ ਹੈਗਾ ਆਹ ਜਨਮ ਦੇ ਵਿੱਚ ਜਿਹੜਾ ਹੈਗਾ ਤੇਰੇ ਨਾਲ ਇੱਕਮਿਕ ਹੋ ਸਕਾਂ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇੱਥੇ ਕਬੀਰ ਜੀ ਕਹਿ ਰਹੇ ਕਿ ਸਾਕਤ ਮਰੇ ਸੰਤ ਸਭ ਜੀਵ। ਕਹਿੰਦੇ ਕਿ ਬਾਕੀ ਸਾਰਾ ਸਾਕਤ ਦਾ ਮਤਲਬ ਹੁੰਦਾ ਕਿ ਰੱਬ ਤੋਂ ਟੁੱਟੇ ਹੋਏ ਮਨੁੱਖ, ਕੋਈ ਵੀ ਸਾਰੇ ਜਿਨ੍ਹਾਂ ਨੂੰ ਰੱਬ ਦਾ ਕੋਈ ਚੇਤਾ ਚੁੱਤਾ ਨਹੀਂ, ਉਹ ਸਾਰੇ ਕਹਿੰਦੇ ਮਰਨ ਜੰਮਣ ਦੇ ਚੱਕਰ 'ਚ ਘੁੰਮਦੇ ਰਹਿੰਦੇ ਨੇ। ਤੇ ਸੰਤ ਜਿਹੜਾ ਵਾ ਉਹ ਸਦਾ ਜੀਵੇ। ਕਿਉਂ ਜੀਵੇ? ਕਿਉਂਕਿ ਉਹ ਅਮਰ ਹੋ ਗਿਆ, ਉਹਨੇ ਅਮਰ ਤੱਤ ਨੂੰ ਅਨੁਭਵ ਕਰ ਲਿਆ, ਔਰ ਬੂੰਦ ਸਾਗਰ 'ਚ ਚਲ ਗਈ ਹੈ, ਉਹਦਾ ਭਰਮ ਖਤਮ ਹੋ ਚੁੱਕਿਆ। ਇਸ ਕਰਕੇ ਉਹਨੂੰ ਦੁਬਾਰਾ ਜਨਮ ਲੈਣ ਦੀ ਲੋੜ ਨਹੀਂ, ਔਰ ਜਿੰਦੇ ਜੀ ਹੀ ਉਹ ਬੰਦਾ ਪਰਮ ਆਨੰਦ ਨੂੰ ਅਨੁਭਵ ਕਰਦਾ ਹੈ। ਮਰਨ ਤੋਂ ਬਾਅਦ ਕਿੰਨੇ ਵੇਖਿਆ? ਨਾ ਉਹ ਝੂਠ ਤੇ ਨਾ ਵਿਸ਼ਵਾਸ ਕਰਿਓ ਕਦੇ, ਕਿਉਂਕਿ ਗ੍ਰੰਥ ਸਾਰਿਆਂ ਨੇ ਜਿਉਂਦੇ ਨੇ ਲਿਖੇ ਆ। ਮਰਨ ਤੋਂ ਬਾਅਦ ਕਿੱਥੇ ਗ੍ਰੰਥ ਲਿਖੋਗੇ ਆ ਕੇ ਤੂੰ? ਉਹ ਇਹ ਸਭ ਗੱਪਾਂ ਨੇ, ਲੋਕਾਂ ਨੇ ਵਹਿਮ ਤੇ ਭਰਮ ਫੈਲਾਏ ਹੋਏ ਨੇ। ਔਰ ਜਿੰਨੀ ਵੀ ਬਾਣੀ ਉਚਾਰਨ ਕੀਤੀ ਹੈ ਸਾਰੇ ਨੇ ਜਿਉਂਦੇ ਜੀ ਕੀਤੀ ਹੈ, ਔਰ ਜਿਉਂਦੇ ਜੀ ਹੀ ਉਸ ਤੱਤ ਨੂੰ ਅਨੁਭਵ ਕੀਤਾ ਹੈ। ਹਾਂਜੀ ਨਿਜੋ ਸਾਹਿਬ। ਦੇਖੋ ਇੱਕ ਨਾ ਸਤਨਾ ਜੀ ਦਾ ਇੱਕੋ ਹੀ ਸ਼ਬਦ ਹੈਗਾ ਬਾਣੀ ਦੇ ਵਿੱਚ, ਉਹਦੇ ਵਿੱਚ ਸਤਨਾ ਜੀ ਕਹਿੰਦੇ ਆ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਕਹਿੰਦੇ ਮਰਨ ਤੋਂ ਬਾਅਦ ਮੁਕਤੀ ਨਹੀਂ ਚਾਹੀਦੀ, ਮੈਨੂੰ ਤਾਂ ਹੁਣ ਚਾਹੀਦੀ ਹੈ ਮੁਕਤੀ। ਹੁਣ ਮੈਂ ਡੁੱਬ ਰਿਹਾ, ਹੁਣ ਮੇਰਾ ਜੀਵਨ ਤਾਂ ਹੁਣ ਜਾ ਰਿਹਾ ਹੈ, ਮੈਂ ਵਿਕਾਰਾਂ ਦੇ ਵਿੱਚ, ਸੰਸਾਰ ਸਮੁੰਦਰ ਦੇ ਵਿੱਚ, ਮੇਰੀ ਮਨੁੱਖੀ ਜੀਵਨ ਤਾਂ ਹੁਣ ਖਤਮ ਹੋ ਰਹੀ ਹੈ। ਕਹਿੰਦੇ ਬੂੜ ਮੂਏ ਜੋ ਕੀ ਕਹਿੰਦੇ ਆ ਉਹ ਨੌਕਾ, ਕਹਿੰਦੇ ਜੇ ਡੁੱਬਣ ਦੇ ਬਾਅਦ ਹੀ ਤੂੰ ਨੌਕਾ ਲੈ ਕੇ ਆਏਗਾ ਤੇ ਉਹਦੇ ਤੇ ਕਿਹਨੇ ਚੜਾਉਣਾ ਹੈ? ਉਹ ਉਸ ਤੇ ਫਿਰ ਕੀ ਫਾਇਦਾ ਮੇਰਾ ਜਿਹੜਾ ਹੈਗਾ ਜੇ ਮਰਨ ਤੋਂ ਬਾਅਦ ਦੇਏਗਾ? ਤੇ ਮੈਨੂੰ ਤਾਂ ਹੁਣ ਚਾਹੀਦਾ। ਕਹਿੰਦੇ ਬੂੜ ਮੂਏ ਜੋ ਮੁਕਤ ਦੇਗਾ, ਮੁਕਤ ਨਾ ਜਾਣੇ ਕੋਇਲਾ। ਤੇ ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਕਹਿੰਦੇ ਆ ਬਈ ਮੈਂ ਹੁਣ ਹਾਰ ਗਿਆ ਹੈ ਭਾਈ, ਹੁਣ ਮੈਂ ਹਾਰ ਗਿਆ, ਮੈਂ ਆਹ ਜਨਮ ਨਹੀਂ ਹਾਰਨਾ ਚਾਹੁੰਦਾ, ਹਾਰ ਪਰੇ, ਮੈਂ ਪੂਰਾ ਸਰੈਂਡਰ ਕਰ ਰਿਹਾ ਤੇਰੇ ਕੋਲ ਮਾਲਕਾ, ਮੇਰੀ ਪੂਰੀ ਸਰੈਂਡਰ ਹੈਗੀ, ਮੈਂ ਹਰ ਪਾਸਿਓਂ ਜਿਹੜਾ ਹੈਗਾ ਤੇਰੇ ਜੋ ਤੂੰ ਕਹਿ ਰਿਹਾ ਉਹ ਕਰਨ ਨੂੰ ਤਿਆਰ ਹਾਂ, ਮੈਨੂੰ ਪੂਰਾ ਗਿਆਨ ਦੇ ਦੇ, ਬਸ ਮੈਨੂੰ ਜਿਹੜਾ ਹੈਗਾ ਮੈਂ ਇਹ ਜਨਮ ਜਿਹੜਾ ਹੈਗਾ ਆਪਣਾ ਜਿੱਤ ਸਕਾਂ, ਇਹ ਮੇਰੇ ਉੱਤੇ ਕਿਰਪਾ ਕਰ ਦੇ। ਹੇ ਪਰਮਾਤਮਾ, ਹੇ ਪ੍ਰਭ। ਪਰਮਾਤਮਾ ਨੇ ਕਰਨੀ ਕਿਰਪਾ, ਪਰਮਾਤਮਾ ਅੱਗੇ ਕਬੀਰ ਜੀ ਫਲੈਟ ਹੋ ਰਹੇ, ਅਰਦਾਸ ਕਰ ਰਹੇ, ਆਪਾਂ ਨੂੰ ਜਾਂਚ ਸਿਖਾ ਰਹੇ। ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੇ ਅਬ ਪੂਰਾ ਦੀਜੈ। ਹਾਂਜੀ ਵੀਰ। ਹਾਂਜੀ ਬਿਲਕੁਲ ਠੀਕ ਹੈ ਜੀ। ਇੱਥੇ ਕਹਿੰਦੇ ਕਿ ਮਤਲਬ ਪਹਿਲੀ ਗੱਲ ਤੇ ਕਹਿੰਦੇ ਸਾਕਤ ਜਿਹੜਾ ਮਰਨ ਜੰਮਣ ਦੇ ਗੇੜੇ 'ਚ ਘੁੰਮ ਰਿਹਾ, ਖੁਦ ਟੈਂਡ ਵਾਲਾ ਸਿਸਟਮ ਹੈ, ਕੋਈ ਆ ਰਿਹਾ ਤੇ ਕੋਈ ਜਾ ਰਿਹਾ, ਬਹੁਤ ਸਾਰੇ ਆ ਜੀ। ਗੋਰਖੀ ਸਾਹਿਬ ਦੇਖੋ ਸਾਕਤ ਮਰੇ, ਬਹੁਤ ਸਾਕਤ ਦਾ ਮਤਲਬ ਹੁੰਦਾ, ਸਾਕਤ ਦਾ ਮਤਲਬ ਹੁੰਦਾ ਬਹੁਤ ਸਾਰੀ ਦੁਨੀਆ, ਝੁੰਡਾਂ ਦੇ ਝੁੰਡ। ਤੇ ਕਹਿੰਦੇ ਕਿ ਮੈਂ ਜਿਹੜਾ ਵਾ ਉਹ ਸੰਤ ਜਿਹੜਾ ਹੈਗਾ, ਉਹ ਮੈਂ ਨਹੀਂ ਕਿਹਾ, ਸੰਤ ਕਹਿੰਦੇ ਜਿਹੜਾ ਜੀਵੇ ਦਾ ਮਤਲਬ ਅਮਰ ਹੋ ਗਿਆ, ਉਹਨੇ ਅਮਰ ਤੱਤ ਨੂੰ ਜਿਉਂਦੇ ਜੀ ਜਾਣ ਲਿਆ ਤੇ ਇੱਕ ਹੋ ਗਿਆ। ਰਾਮ ਕਬੀਰਾ ਇੱਕ ਭੇ ਤੇ ਕੋਈ ਨਾ ਸਕੇ ਪਛਾਣੀ, ਤੇ ਕਬੀਰ ਰਾਮ ਹੋ ਗਿਆ ਤੇ ਫਿਰ ਮਰਨਾ ਕਿੰਨੇ? ਕਹਿੰਦੇ
ਫਿਰ ਰਾਮ ਰਸਾਇਣ ਰਸਨਾ ਪੀਵੇ। ਤੇ ਉਹ ਫਿਰ ਆਪਣੀ ਜਦੋਂ ਇੱਕਮਿਕ ਹੋ ਜਾਂਦੇ ਆ ਜਿਹੜੇ ਸੰਤ, ਤੇ ਜਿੱਦਾਂ ਮਤਲਬ ਆਪਾਂ ਵੀ ਹੋ ਹੀ ਜਾਣਾ ਇੱਕ ਦਿਨ ਆਉਣਾ, ਸਾਡੇ ਜੀਵਨ ਚ ਵੀ ਉਹ ਪਰਮ ਆਨੰਦ ਆ ਜਾਣਾ, ਪਰਮ ਰਸ ਸਾਨੂੰ ਮਿਲ ਜਾਣਾ। ਤੇ ਫਿਰ ਆਪਾਂ ਦਿਨ ਰਾਤ ਹੀ ਪੀਣਾ। ਸਦਾ ਦਾ ਮਤਲਬ ਹੁੰਦਾ ਕਿ ਸਦਾ ਹੀ ਪੀ ਜਾਣਾ, ਤੇ ਉਹਨੂੰ ਪੀਂਦੇ ਰਹਿਣਾ, ਪੀ ਕੇ ਆਪਾਂ ਆਨੰਦਮਈ ਰਹਿਣਾ। ਉਹ ਕਹਿੰਦੇ ਤੇ ਹੈਗੇ ਬਾਣੀ ਚ ਲਿਖਿਆ, ਨਾਮ ਕੁਮਾਰੀ ਨਾਨਕਾ ਤੇ ਚੜੀ ਰਹੇ ਦਿਨ ਰਾਤ। ਜਦੋਂ ਤੁਸੀਂ 4-5 ਮਹੀਨੇ ਤੁਸੀਂ ਬੰਦਗੀ ਕੀਤੀ ਤੇ ਤੁਹਾਨੂੰ ਖੁਮਾਰੀ ਚੜੀ ਰਹਿਣੀ ਆ, ਤੁਹਾਡੀਆਂ ਅੱਖਾਂ ਦੀਆਂ ਖੁੱਲਣੀਆਂ ਹੀ ਨਹੀਂ। ਇੰਨਾ ਆਨੰਦ ਆ, ਔਰ ਉਸ ਆਨੰਦ ਦੇ ਵਿੱਚ ਹੀ ਤੁਸੀਂ ਡੋਲੇ ਡਾਲੇ ਖਾਂਦੇ ਰਹਿਣਾ ਵਾ। ਤੇ ਫਿਰ ਜਿਵੇਂ ਜਿਵੇਂ ਸਾਧਨਾ ਵੱਧਦੀ ਗਈ ਤਿਵੇਂ ਤਿਵੇਂ ਸੁਰਤੀ ਵਰਤਮਾਨ ਤੱਤ ਚ ਆਉਂਦੀ ਜਾਊਗੀ, ਤੇ ਇਹ ਨਸ਼ਾ ਹੋਰ ਵੱਧਦਾ ਜਾਊਗਾ। ਉਹ ਜ਼ਿਆਦਾ ਜਾਗਰਤ ਅਵਸਥਾ ਆਉਂਦੀ ਜਾਣੀ ਹੈ। ਹਾਂਜੀ ਨਿਜਾ ਸਾਹਿਬ ਅਗਲੀ। ਹਾਂਜੀ, ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੇ ਅਬ ਪੂਰਾ ਦੀਜੈ। ਕਹਿੰਦੇ ਮੇਰੇ ਤੇ ਕਿਰਪਾ ਕਰ ਮਾਲਕਾ, ਮੈਂ ਤਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਤੇਰੇ ਆਸਰੇ ਤੇ ਮੈਂ ਸਾਰਾ ਕੁਝ ਛੱਡਤਾ ਆਪਣਾ, ਜਿਹੜਾ ਮੈਂ ਚੱਪੂ ਰੱਖ ਤੇ ਉਹਦੇ ਵਿੱਚ ਕਿਸ਼ਤੀ ਦੇ ਵਿੱਚ, ਮੇਰੇ ਉੱਤੇ ਕਿਰਪਾ ਕਰ। ਔਰ ਮੈਨੂੰ ਜਿਹੜਾ ਹੈਗਾ ਪੂਰਨ ਜਿਹੜਾ ਹੈਗਾ ਮੈਨੂੰ ਪੂਰਾ ਮੈਂ ਕਿਸ ਤਰ੍ਹਾਂ ਪੂਰਾ ਹੋ ਸਕਾਂ, ਮੇਰਾ ਜੀਵਨ ਜਿਹੜਾ ਅਧੂਰਾ ਹੈ ਤੇਰੇ ਤੋਂ ਬਗੈਰ, ਮੈਨੂੰ ਉਹ ਪੂਰਾ ਕਰਨ ਵਾਸਤੇ ਜਿਹੜਾ ਹੈਗਾ ਮੈਨੂੰ ਸੇਧ ਦੇ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਲਾਸਟ ਤੇ ਉਹਨਾਂ ਨੇ ਬੜਾ ਕਲੀਅਰ ਸਮਝਾਤਾ ਹੈ ਸਾਨੂੰ ਕਿ ਮੈਂ ਜੋ ਵੀ ਕੋਸ਼ਿਸ਼ ਕੀਤੀ ਹੈ ਮੈਂ ਉੱਤੇ ਲਿਖਤੀ ਹੈ, ਤੇ ਗੱਲ ਨਹੀਂ ਬਣੀ। ਹੁਣ ਕਹਿੰਦੇ ਆ ਕਿ ਮੇਰੇ ਪਿਤਾ ਮੈਂ ਬੈਠਾ ਵਾਂ, ਮੈਂ ਸਮਰਪਣ ਕਰਨਾ ਤੈਨੂੰ ਆਪਣੇ ਚਰਨਾਂ, ਤੇਰੇ ਚਰਨਾਂ ਚ ਮੈਂ ਆਪਣੇ ਆਪ ਨੂੰ ਸਮਰਪਣ ਕਰਦਾ। ਮਿਹਰ ਕਰ ਮੇਰੇ ਮਾਲਿਕ, ਤੇ ਮੇਰਾ ਮਾਰਗਦਰਸ਼ਨ ਕਰ ਤੇ ਮੈਨੂੰ ਪਹੁੰਚਾ ਦੇ ਜਿੱਥੇ ਬੰਦਾ ਪਹੁੰਚ ਕੇ ਜਿਹੜਾ ਵਾ ਅਮਰ ਤੱਤ ਨੂੰ ਪੀ ਲੈਂਦਾ, ਉਹਨੂੰ ਪੀ ਕੇ ਅਮਰ ਹੋ ਜਾਂਦਾ। ਹਾਂਜੀ ਨਿਜਾ ਸਾਹਿਬ। ਹਾਂਜੀ ਬਸ ਠੀਕ ਹੋ ਗਿਆ ਜੀ। ਹਾਂ ਠੀਕ ਹੈ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਇੱਕ ਨਾ ਜਿਹੜੀ ਗੋਰਖਤਾ ਵਿੱਚ ਜਿਹੜੀ ਸਾਕਤ ਮਰੇ ਸੰਤ ਸਭ ਜਿਵੇਂ ਲਿਖਿਆ ਨਾ ਇੱਥੇ, ਜੇ ਕੋਈ ਪਰਟੀਕੂਲਰ ਇੱਕ ਬੰਦੇ ਵਾਸਤੇ ਹੁੰਦਾ ਤੇ ਸਾਕਤ ਦੇ ਤੱਤੇ ਨੂੰ ਔਂਕੜ ਲੱਗਣੀ ਸੀ, ਤੇ ਸੰਤ ਦੇ ਵੀ ਜਿਹੜੇ ਹੈਗੇ ਉਹ ਤੱਤੇ ਨੂੰ ਔਂਕੜ ਲੱਗਣੀ ਸੀ। ਇੱਕ ਸੰਤ ਖਾਸ ਸੰਤ ਦੀ ਗੱਲ ਹੋ ਰਹੀ, ਇੱਥੇ ਮੁਕਤੇ ਹੈਗੇ ਦੋਨੋਂ। ਇਹਦਾ ਮਤਲਬ ਬਹੁਤ ਸਾਰੇ ਸਾਕਤ ਹੈਗੇ, ਸੰਤ ਸਭੇ ਜਿਵੇਂ ਸਾਰੇ, ਬਹੁਤ ਸਾਰੇ ਜਿਹੜੇ ਹੈਗੇ ਭਗਤੀ ਕਰਨ ਵਾਲੇ ਵੀ ਬਹੁਤ ਸਾਰੇ, ਤੇ ਸਾਕਤ ਵੀ ਬਹੁਤ ਸਾਰੇ। ਹਾਂਜੀ ਵੀਰ। ਹਾਂ ਨਿਜਾ ਸਾਹਿਬ, ਸਾਕਤ ਵੈਸੇ ਨਾ ਮੈਂ ਕੀਰਤਨ ਪਤਾ ਨਹੀਂ ਨਿਰਮਲ ਸਿੰਘ ਖਾਲਸਾ ਜੀ ਸੁਣਾਉਂਦੇ ਹੁੰਦੇ, ਉਹ ਮਤਲਬ ਉਹਨਾਂ ਨੇ ਵੀ ਸਾਕਤ ਦੇ ਵਿੱਚ ਉਹ ਕੀਰਤਨ ਚ ਵਰਤਦੇ ਆ ਇਹ ਅੱਖਰ। ਸਾਕਤ ਵਰਡ ਬਹੁਤ ਵਾਰੀ ਆਇਆ ਗੁਰਬਾਣੀ ਵਿੱਚ, ਬਹੁਤ ਵਾਰੀ ਆਇਆ ਜੀ, ਬਹੁਤ ਵਾਰੀ ਆਇਆ। ਹਾਂਜੀ ਹਾਂ ਠੀਕ ਹੈ ਸਾਧ ਸੰਗਤ ਜੀ, ਤੋਂ ਅੱਜ ਦੀ ਵਿਚਾਰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਵਿਚਾਰ ਤੋਂ ਆਪਾਂ ਕੀ ਸਿੱਖਿਆ ਅੱਜ? ਕਬੀਰ ਜੀ ਨੇ ਆਪਣੇ ਬਾਰੇ ਦੱਸਿਆ। ਉਹ ਫਿਰ ਕਹਿੰਦੇ ਆ ਕਿ ਮੈਂ ਕਈ ਕੁਝ ਬਣਿਆ, ਤੇ ਫਿਰ ਵੇਲੇ ਬ੍ਰਹਮਚਾਰੀ ਵੀ ਬਣਿਆ, ਮੈਂ ਜੋਗੀ ਵੀ ਬਣਿਆ, ਜਪੀ ਬਣਿਆ, ਤਪੀ ਬਣਿਆ, ਪਤਾ ਨਹੀਂ ਮੈਂ ਰਾਜਾ ਵੀ ਬਣਿਆ, ਰੰਕ ਵੀ ਬਣਿਆ, ਭਿਖਾਰੀ ਵੀ ਬਣਿਆ। ਮਤਲਬ ਕਹਿਣ ਤੋਂ ਭਾਵ ਕਿ ਉਹ ਕਹਿੰਦੇ ਮੈਂ ਸਾਰੀਆਂ ਕੋਸ਼ਿਸ਼ਾਂ ਕਰਕੇ ਮੈਂ ਜਦੋਂ ਹੰਬ ਗਿਆ ਤੇ ਮੈਂ ਕੀ ਕੀਤਾ ਕਿ ਪ੍ਰਮਾਤਮਾ ਦੇ ਚਰਨਾਂ ਚ ਆਪਣੇ ਆਪ ਨੂੰ ਸਮਰਪਣ ਕਰ। ਔਰ ਸਾਡੇ ਵੀ ਜੀਵਨ ਦੇ ਵਿੱਚ ਜਦ ਤੱਕ ਸਮਰਪਣ ਨਹੀਂ ਹੁੰਦਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਉਹਨਾਂ ਚਿਰ ਤਾਂ ਗੱਲ ਨਹੀਂ ਬਣਦੀ। ਭਗਤੀ ਦਾ ਮਤਲਬ ਵੀ ਇਹੋ ਆ ਕਿ ਮੇਰੇ ਪਿਤਾ ਮੈਂ ਹੁਣ ਨਾ ਸਾਰਾ ਕੁਝ ਬੰਦ ਕਰ ਦਿੱਤਾ, ਹੁਣ ਨਹੀਂ ਮੇਰੇ ਵਾਸਤੇ ਕਰ। ਔਰ ਇਹੋ ਹੀ ਆ, ਜਦ ਤੱਕ ਆਪਾਂ ਸਮਰਪਣ ਨਹੀਂ ਕਰਦੇ ਤਦ ਤੱਕ ਪ੍ਰਮਾਤਮਾ ਸਾਡੀ ਮਦਦ ਨਹੀਂ ਕਰਦਾ। ਸਮਰਪਣ ਕਰਦਾ ਕੁਝ ਵੀ ਔਖਾ ਕੰਮ ਨਹੀਂ ਹੈਗਾ, ਤੁਸੀਂ ਸਮਰਪਣ ਕਰ ਸਕਦੇ ਆਪਣੇ ਆਪ ਨੂੰ। ਔਰ ਜਦੋਂ ਵੀ ਤੁਸੀਂ ਸਮਰਪਣ ਕਰਤਾ ਉਦੋਂ ਹੀ ਨਿਰਵਿਚਾਰ ਸਮਾਧੀ ਤੈਨੂੰ ਪ੍ਰਾਪਤ ਹੋ ਜਾਣੀ। ਬਿਲਕੁਲ ਦੇਰੀ ਉਧਰੋਂ ਨਹੀਂ ਆ, ਦੇਰੀ ਇੱਧਰੋਂ ਆ। ਬਿਲਕੁਲ ਗੋਰਖੀ ਸਾਹਿਬ, ਦੇਖੋ ਛੋਟਾ ਬੱਚਾ ਜਿਹੜਾ ਹੈਗਾ ਜਦ ਤੱਕ ਉਹ ਕਹਿੰਦਾ ਹੈ ਕਿ ਬਾਪੂ ਮੈਂ ਚਲਾਉਣੀ ਆ ਕਾਰ, ਮੈਂ ਚਲਾਉਣੀ ਆ, ਬਾਪੂ ਉਹ ਤਾਂ ਬੈਠਾ ਹੈ ਡਰਾਈਵਿੰਗ ਸੀਟ ਤੇ, ਬਾਪੂ ਨੂੰ ਹੱਥ ਨਹੀਂ ਲਾਉਣ ਦੇ ਰਿਹਾ, ਫਿਰ ਬਾਪੂ ਕੀ ਕਰ ਸਕਦਾ? ਹਾਂ ਫਿਰ ਉੱਥੇ ਪੰਗਾ ਹੀ ਆ। ਉਹ ਕਹਿੰਦੇ ਜਦ ਤੱਕ ਬਈ ਬੱਚੇ ਤੂੰ ਖੁਸ਼ ਹੈਗਾ ਚਲਾਈ ਜਾ। ਆਹੋ ਇੱਕ ਪ੍ਰਕਿਰਤੀ ਨੂੰ ਤਾਂ ਕਾਹਲੀ ਕੋਈ ਨਾ, ਪ੍ਰਕਿਰਤੀ ਤੇ ਕਹਿੰਦੀ ਕਿ ਅਰਬਾਂ ਖਰਬਾਂ ਜਨਮਾਂ ਤੱਕ ਤੂੰ ਜੋ ਮਰਜ਼ੀ ਬਣੀ ਜਾ, ਤੇ ਇੱਥੇ ਤੇ ਲੰਮਾ ਸਿਲਸਿਲਾ ਹੋਵੇ ਤੇ ਇਸ ਲਈ ਤੇ ਰਚਨਾ ਕੀਤੀ ਹੈ। ਬਾਕੀ ਕੋਈ ਚੰਦ ਹੁੰਦੇ ਨੇ ਜਿਹੜੇ ਨਿਕਲਣਾ ਚਾਹੁੰਦੇ ਨੇ ਤੇ ਉਹ ਨਿਕਲ ਸਕਦੇ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਬਹੁਤ ਵਧੀਆ ਜੀ, ਬਹੁਤ ਵਧੀਆ।